संत जनो प्यारा मैं मिलया। करो सुहित चित लाए, पूरन करो ग्रंथ एह। तुम मम करहो सहाय, दसम कथा भगवत की। भाखा करी बनाए, अवर बासना नाहे प्रभ। धर्म युद्ध कै चाय, जजन भजन मम खालसा। खालसा पूजबे जोग, दास गोबिंद फतेह खालसा। दरस परस मिटे सोग, आत्म रस जो जानही। सो है खालस देव, प्रभ मह मोह महतास मह। रंचक नाहिन भेव, मूक उचरै शास्त्र खट। पिंग गिरन चढ़ जाए, हंद लखै बदरो सुनै। जो काल कृपा कराए, कहाँ बुद्ध प्रभ तुच्छ हमारी। बरन सकै महिमा जो तिहारी। हम ना सकत कर सिफत तुम्हारी। आप लेहो तुम कथा सुधारी। हम ना सकत कर सिफत तुम्हारी। आप लेहो तुम कथा सुधारी। वाहिगुरु जी का खालसा, वाहिगुरु जी की फतेह। जुग हो जुग अटल, चबर छतर तख्त के मालिक। वालिए कुल आलम, हाजरा हजूर जाहरा जहूर। जागदी जोत सतगुरु धन धन श्री गुरु ग्रंथ साहिब जी महाराज। गुरदेव जी की पावन पवित्र हजूरी अंदर जुड़ बैठी गुरु रूप गुरु खालसा साध संगत जी। जिनके भाग बड़े हैं भाई, तिन साधु संग मुख जुरे। राम मया सतगुर दया, साध संगत जब होए। परमेश्वर की जदों दया होंदी है, सतगुरां की कृपा होंदी है, सत संगत दीयां घड़ियां प्राप्त होंदियां ने। इस जगत के अंदर परिवार दे कोल बैठण वाला मनुख नूं कोई वडभागी नहीं कहंदा। असीं परिवारां कोल बहिने आ, रिश्तेदारां कोल बहिने आ। कोई कहंदा भी तेरे बड़े भाग ने, तू रिश्तेदारां कोल बैठा। किसी राजनीतिक मनुख दे कोल बह जाइए, कोई ये नहीं कहंदा भी तेरे बड़े भाग, तू किसी राजनीतिक पुरुष कोल बैठा। पर जदों गुरु दे कोल बैठीए, फिर सतगुरु कहंदे तेरे बड़े भाग, सतगुरां दी संगत तैनूं नसीब होई है। कवि अनाथ जी का एक बड़ा सुंदर बोल है। ब्रह्म लोक तो लैके इंद्र लोक तो लैके इस धरती ताईं जिन्ने भी सुख ने, सतसंगी नूं ये सुख एक घड़ी विच प्राप्त हो जाते हैं। जेड़े सुख वड्डी घालना घाल के प्राप्त नहीं हुंदे,
ਉਹ ਸਤ ਸੰਗੀ ਨੂੰ ਇੱਕ ਘੜੀ ਵਿੱਚ ਪ੍ਰਾਪਤ ਹੋ ਜਾਂਦੇ ਨੇ। ਇਸ ਵਾਸਤੇ ਮਹਾਰਾਜ ਨੇ ਸਤ ਸੰਗੀ ਪੁਰਸ਼ ਨੂੰ ਵਡਭਾਗੀ ਆਖਿਆ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁੜੇ। ਅੱਜ ਦਾ ਜੋ ਪਾਵਨ ਇਹ ਕਥਾ ਸਮਾਗਮ ਆਰੰਭ ਹੋਇਆ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਦੁਸਹਿਰਾ ਮਹਾਤਮ ਦੀ ਜੋ ਮਰਿਆਦਾ ਆਰੰਭ ਕੀਤੀ ਹੈ। ਔਰ ਬੜੀ ਸੁਭਾਵਿਕ ਜੀ ਗੱਲ ਹੈ, ਦੁਸਹਿਰਾ ਮਹਾਤਮ ਦਾ ਨਾਮ ਸੁਣਦਿਆਂ ਸਾਡੇ ਮਨ 'ਚ ਸ਼ੰਕਾ ਪੈ ਜਾਂਦਾ ਵੀ ਸਾਡਾ ਦੁਸਹਿਰੇ ਨਾਲ ਕੀ ਲੈਣਾ ਦੇਣਾ। ਇਹ ਸ਼ੰਕਾ ਵੀ ਸੁਭਾਵਿਕ ਹੀ ਹੈ ਵੀ ਦੁਸਹਿਰੇ ਨਾਲ ਸਾਡਾ ਕੀ ਲੈਣਾ ਦੇਣਾ। ਅਸਲ ਵਿੱਚ ਇਸ ਦਿਹਾੜੇ ਨੂੰ ਕਹਿੰਦੇ ਨੇ ਸ਼ਸਤਰ ਪੂਜਣ ਦਿਵਸ। ਇਹਦਾ ਦੂਜਾ ਨਾਮ ਹੈ ਸ਼ਸਤਰ ਪੂਜਣ ਦਿਵਸ। ਜਦੋਂ 9 ਨਰਾਤੇ ਆਰੰਭ ਹੁੰਦੇ ਨੇ, ਜਿਹੜੇ ਤਾਂ ਦੇਵੀ ਦੇ ਉਪਾਸ਼ਕ ਨੇ ਉਹ ਦੇਵੀ ਦੀ ਉਪਾਸਨਾ ਕਰਦੇ ਨੇ, ਜਿਹੜੇ ਸ੍ਰੀ ਰਾਮਚੰਦਰ ਜੀ ਦੇ ਉਪਾਸ਼ਕ ਨੇ ਉਹਨਾਂ ਦੇ ਉਪਾਸ਼ਕ ਵੀ ਨੇ ਜਗਤ ਵਿੱਚ। ਉਹ ਰਾਮਲੀਲਾ ਕਰਕੇ ਫਿਰ 10ਵੇਂ ਦਿਨ, ਜਿਸ ਦਿਨ ਦੁਸਹਿਰਾ ਹੁੰਦਾ ਹੈ, ਰਾਵਣ ਦਾ ਪੁਤਲਾ ਫੂਕਦੇ ਨੇ। ਗੁਰੂ ਕਲਗੀਧਰ ਜੀ ਮਹਾਰਾਜ ਨੇ ਸਾਨੂੰ ਨਿਆਰਾਪਣ ਦੇ ਦਿੱਤਾ। ਹਰ ਇੱਕ ਪੱਖ ਤੇ ਆਪਣੀ ਮਰਿਆਦਾ ਆਰੰਭ ਕੀਤੀ ਮਹਾਰਾਜ ਨੇ। ਦਿਨ ਨਹੀਂ ਬਦਲਦੇ, ਦਿਹਾੜੇ ਨਹੀਂ ਬਦਲਦੇ। ਜਿਸ ਦਿਨ ਵਿੱਚ ਇੱਕ ਹਿੰਦੂ ਜਿਉਂਦਾ ਹੈ, ਉਸ ਦਿਨ ਵਿੱਚ ਮੁਸਲਮਾਨ ਵੀ ਜਿਉਂਦਾ, ਉਸ ਦਿਨ ਵਿੱਚ ਸਿੱਖ ਵੀ ਜਿਉਂਦਾ ਹੈ, ਈਸਾਈ ਵੀ ਜਿਉਂਦਾ ਹੈ। ਜਿਨ੍ਹਾਂ ਵਾਰਾਂ ਵਿੱਚ ਅਸੀਂ ਜੀ ਰਹੇ ਹਾਂ, ਹਫ਼ਤਾ 7 ਦਿਨ ਹੁੰਦੇ ਨੇ, ਇਹ ਵਾਰ ਸਾਰਿਆਂ ਲਈ ਇੱਕੋ ਜਿਹੇ ਨੇ। ਸੂਰਜ ਇੱਕੋ, ਰੁੱਤ ਅਨੇਕ। ਸੂਰਜ ਇੱਕੋ ਹੀ ਹੈ ਨਾ, ਉਹ ਸਾਂਝਾ ਸਾਰਿਆਂ ਦਾ। ਉਸ ਸੂਰਜ ਦੇ ਪ੍ਰਕਾਸ਼ ਵਿੱਚ ਸੰਸਾਰ ਦੇ ਸਾਰੇ ਜੀਵ ਜੀ ਰਹੇ ਨੇ। ਸਾਲ ਵਿੱਚ 6 ਰੁੱਤਾਂ ਆਉਂਦੀਆਂ ਨੇ। 6 ਰੁੱਤਾਂ ਦੇ ਵਿੱਚ ਅਸੀਂ ਸਾਰੇ ਹੀ ਧਰਮਾਂ ਦੇ ਲੋਕ ਵਿਚਰਦੇ ਹਾਂ। ਰੁੱਤਾਂ ਵੀ ਸਾਰਿਆਂ ਦੀਆਂ ਸਾਂਝੀਆਂ ਨੇ। ਫਿਰ 5 ਦਿਨ ਸੰਸਾਰ ਦੇ ਵਿੱਚ ਅਸੀਂ ਜਿਉਂਦੇ ਹਾਂ। ਪੰਚਮੀ ਆਉਂਦੀ ਹੈ, ਫਿਰ ਕਦੇ 10ਵੀਂ ਆ ਜਾਂਦੀ ਹੈ, ਕਦੇ ਸੰਕਰਾਂਤ ਆ ਜਾਂਦੀ ਹੈ। ਯਾਨੀ ਕਿ ਇਹ ਦਿਹਾੜੇ ਜਿਹੜੇ ਨੇ ਨਾ, ਜੇ ਤੁਸੀਂ ਇਸ ਤਲ ਨੂੰ ਵੇਖੋ ਤੇ ਇਹਨਾਂ ਦਿਹਾੜਿਆਂ ਦੇ ਤਲ ਤੇ ਮਨੁੱਖ ਇਹਨਾਂ ਤਰੀਕਾਂ ਵਿੱਚ, ਇਹਨਾਂ ਸਮਿਆਂ ਵਿੱਚ, ਵਾਰਾਂ ਵਿੱਚ ਜੀ ਰਹੇ ਆ। ਪਰ ਇਹ ਚੀਜ਼ਾਂ ਨਹੀਂ ਬਦਲ ਸਕਦੀਆਂ। ਤੁਸੀਂ ਐਤਵਾਰ ਨੂੰ ਨਹੀਂ ਬਦਲ ਸਕਦੇ, ਪਰ ਸਤਿਗੁਰੂ ਜੀ ਨੇ ਸਾਨੂੰ ਭਰਮ 'ਚ ਨਹੀਂ ਰੱਖਿਆ। ਕਿਸੇ ਨੂੰ ਭਰਮ ਹੋਵੇਗਾ ਸੋਮਵਾਰ ਦਾ, ਕਿਸੇ ਨੂੰ ਮੰਗਲਵਾਰ ਦਾ, ਕਿਸੇ ਨੂੰ ਬੁੱਧਵਾਰ ਦਾ, ਪਰ ਸਾਡੇ ਗੁਰੂ ਨੇ ਸਾਨੂੰ ਭਰਮ 'ਚ ਨਹੀਂ ਰੱਖਿਆ। ਇਹ ਜਿੰਨੇ ਵੀ ਦਿਨ ਨੇ ਜੀ, 7 ਦਿਨ ਆਉਂਦੇ ਨੇ ਹਫ਼ਤੇ ਵਿੱਚ। ਸੋਮਵਾਰ ਇੰਗਲਿਸ਼ ਵਿੱਚ ਕਹਿੰਦੇ ਨੇ ਮੰਡੇ, ਨਾਮ ਕੀ ਹੈ ਜੀ? ਮੂਨ ਡੇ। ਮੂਨ ਚੰਦਰਮੇ ਨੂੰ ਕਹਿੰਦੇ, ਚੰਦਰਮੇ ਦਾ ਦਿਨ। ਸੰਸਕ੍ਰਿਤ ਵਿੱਚ ਸੋਮਵਾਰ, ਸੋਮ ਕਿਹਨੂੰ ਕਹਿੰਦੇ? ਚੰਦਰਮੇ ਨੂੰ, ਚੰਦਰਮੇ ਦਾ ਦਿਨ। ਐਤਵਾਰ, ਐਤਨਾਮ ਕਿਹਨੂੰ? ਐਤਨਾਮ ਹੈ ਜੀ ਸੂਰਜ ਦਾ, ਸੂਰਜ ਦਾ ਵਾਰ। ਅੰਗਰੇਜ਼ੀ ਵਿੱਚ ਆਪਾਂ ਕਹਿੰਦੇ ਹਾਂ ਸੰਡੇ, ਸਨ ਡੇ, ਸੂਰਜ ਦਾ ਦਿਨ। ਇੱਦਾਂ ਮੰਗਲ ਗ੍ਰਹਿ ਦਾ ਦਿਨ ਹੈ, ਬੁੱਧ ਦਾ ਦਿਨ ਹੈ, ਵੀਰ ਦਾ ਹੈ, ਸ਼ੁੱਕਰ ਦਾ ਦਿਨ ਹੈ, ਸ਼ਨੀ ਦਾ ਦਿਨ ਹੈ। ਹੁਣ ਇਹ ਜਿਹੜੇ ਸਮੇਂ ਮਿੱਥੇ ਗਏ ਨੇ, ਇਹ ਤਾਂ ਨਹੀਂ ਬਦਲੇ ਜਾ ਸਕਦੇ। ਕਿਸੇ ਲਈ ਇਹ ਸਮਾਂ ਭਰਮ ਹੋ ਸਕਦਾ ਹੈ, ਪਰ ਸਾਡੇ ਸਤਿਗੁਰਾਂ ਨੇ ਸਾਨੂੰ ਇਸ ਭਰਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਸਾਨੂੰ ਉਹਨਾਂ ਨੇ ਇੱਕ ਨਿਰਾਲਾਪਨ ਦਿੱਤਾ ਹੈ, ਭਰਮ 'ਚ ਨਹੀਂ ਰੱਖਿਆ। ਜਿਉਣਾ ਹੈ, ਸਤਿਗੁਰੂ ਕਹਿੰਦੇ ਗੁਰੂ ਦੇ ਚਰਨਾਂ ਵਿੱਚੋਂ ਸੋਝੀ ਲੈ ਕੇ ਗਿਆਨ ਦੇ ਪ੍ਰਕਾਸ਼ ਦੇ ਵਿੱਚ ਤੂੰ ਜਿਉਣਾ ਹੈ। ਤਾਂ ਗਿਆਨ ਕਿੱਥੋਂ ਮਿਲੇਗਾ? ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ। ਉਹਨਾਂ ਤੋਂ ਬਿਨਾਂ ਸਾਨੂੰ ਇਹ ਸੋਝੀ ਪ੍ਰਾਪਤ ਨਹੀਂ ਹੋ ਸਕਦੀ। ਤੋ ਦੁਸਹਿਰਾ ਮਹਾਤਮ ਜਿਹੜਾ ਦਿਹਾੜਾ ਹੈ, 9 ਦਿਨ ਬਾਣੀ ਪੜ੍ਹੀ ਜਾਂਦੀ ਹੈ। ਪ੍ਰਥਮੇ ਗੁਰੂ 10ਵੇਂ ਪਾਤਸ਼ਾਹ ਜੀ ਦੀ 10ਵੇਂ ਦਿਨ ਬਾਣੀ ਦਾ ਜਾਪ ਕਰਕੇ ਸ਼ਸਤਰਾਂ ਦੀ ਪੂਜਾ ਹੁੰਦੀ, ਮਹੱਲੇ ਕੱਢੇ ਜਾਂਦੇ ਨੇ। ਇਹ ਦਿਹਾੜਾ ਜਿਹੜਾ, ਇਹਨੂੰ ਖਾਲਸਾ ਦਰਬਾਰ ਵੀ ਕਹਿੰਦੇ ਨੇ।
इस दिहाड़े नूं दशहरा महात्म भी कहिंदे, शस्त्र पूजन दिवस भी कहिंदे ने। तो शस्त्रां दी जिहड़ी पूजा है ये क्यों कीती जाती है? जे शस्त्र का सुभाव वेखो तो शस्त्र सुभाव करके तो बड़ा जरीला हुंदा। शस्त्र किसी का लिहाज नहीं करता, कृपान किसी का लिहाज नहीं करती। शस्त्र का सुभाव क्रोधी है, पर कला क्रोधी नहीं, शस्त्र शांतमई भी है। गुरु कलगीधर जी महाराज ने जाप साहिब दे विच जदों परमेश्वर की सिफत की, भाई साहब ने अकाल उस्तत का जाप किया। बाणी का नाम है जी अकाल उस्तत, अकाल की उस्तत, परमेश्वर की उस्तत। पर गुरु गोबिंद सिंह जी महाराज ने इस बाणी अंदर अकाल पुरख के दोनों ही रूप बयान किए ने, शांत रूप भी, वीर रस वाला रूप भी, दोनों रूप ही बयान कर देते हैं। नमो शांत रूपे जाप साहब विच पढ़ते हैं, नमस्कार है तू शांत स्वरूप है। किन्ना कू शांत है, बड़ा दयावान है, बड़ा रहमत करने वाला। कमल करामात कायम करीम, राजा बख्श राज करहा कुन रहीम। जफरनामे दे पहले ही बोलने तू पूर्ण है, करामातां दा मालक, दया दा कर, रहम दा कर, तू किरपा दा कर है। जदों शांत हुंदा है ना, कितना कु शांत होवेगा। सरबलो प्रकाश विच गुरु कलगीधर जी कहंदे जदों शांत हुंदा है ते भगत प्रहलाद जी नरसिंह दी गोद विच जाके बहिंदे ने। कहंदे जदों पहलां वेखदे ना, जदों हरणाक्ष दा घात करदे ने, हरणाक्ष दुष्ट हर मारिया प्रहलाद तराया। गुरु गोबिंद सिंह जी महाराज कहंदे नेत्र इदां लाल सन जिवें तांबा भखदा हुंदा है। इन्ने वीर रस दे अंदर सारे इकट्ठे होके कहन लगे भगत प्रहलाद नूं, तुसीं नेड़े होवो। साहब दसवें पातशाह कहंदे भगत प्रहलाद जी आए, गोद विच बह गए, हथ जोड़ के कहन लगे, हे प्रभु, भावें मेरा पिता सुभाव करके बड़ा खंखारू सी, पर है तो मेरा पिता ही सी ना, किरपा करो इहदा भला कर दिओ। वेखो जदों शांत रूप दे विच आउंदा है, भगत दे बचन सुन के दशमेश जी कहंदे वो शांत रूप दे विच आ गए। बचन की होया, प्रहलाद ये मेरे हत्थां तो मरिया है, ये तो मुक्त हो गया है, पर तेरियां 21 कुल्लां तर गईयां ने। जिस कुल विच भगत पैदा हुंदा है वो 21 कुल्लां तार लैंदा है। ते शास्त्र कहंदे 7 नानकियां दियां, 7 दादकियां दियां, 7 सहुरियां दियां, इहनूं 21 कुल्लां कहंदे ने। 21 कुल्लां तरनियां शास्त्रां दे बचन ने। जिस कुल विच भगत पैदा हुंदा 21 कुल्लां तर जांदा। जदों शांत रूप विच आ जाण ते फिर 21 कुल्लां तारदे ने। भाई सैदे दी बेड़ी विच दसवें पातशाह सैर करदे ने, ते जदों सतलुज दे दूजे पार गए, बोझे विच हथ पाया, सोने दीयां मोहरां कढ़ियां, भाई सैदे नूं देण लगे। भाई सैदे ने मना कर दिता, महाराज ये नहीं मैनू चाहिदियां। सतगुरु कहंदे तेरा तो काम ही यही है। नहीं पातशाह, साडा दोहां दा काम यही है, फर्क इन्ना क है मैं छोटा भला, तुसी वड्डे भला। ते पातशाह जिवें तुसी मेरे कोल आए, मैं तुहानूं बेड़ी विच बिठाया, सतलुज पार करा दित्ती। एक दिन वो समा भी आएगा जदों मैं तुहाडे कोल आवांगा, उदों तां मेरे कोल पैसे नहीं होणगे, ते महाराज उदों मैनूं तारोगे ना तुसी। ते सतगुरु जी कहंदे सैदिया जा, तेरियां 21 कुल्लां तरीआं, तू साढ़े 21 ਸਿੰਘਾਂ नूं सैर कराई है ना सतलुज दी, असीं तेरियां 21 कुल्लां तारदे हां। ये परमेश्वर का शांत रूप हुंदा है। जदों दया दे घर विच आ जाए, एक मनुख दी की गल कहीए, 21 कुल्लां एक पल विच ही उतार दिंदा है। ते जदों फिर वो वीर रस दे विच आउंदा है, ते ओहदे वीर रस दे सामने इस धरती उपर वड्डे वड्डे खंखारू दैंत भी नहीं खड़ सकते। दैंत कौन है? दसवें पातशाह दी भी आख्या भी करते हैं, साध पुरख जे कर्म कमावै, नाम देवता जगत कहावै। देवता कौन है? जेड़ा साधुआं वाले काम करदा, वो देवता है। जेड़े पुरख कुकर्म करते ने, माड़े कर्म करते ने, उन्हां नूं दैंत कहा जाता है। माड़े कर्म करन वाले लोग रावण नूं दैंत कहंदे ने,
ਪਰ ਰਾਵਣ ਤਾਂ 4 ਵੇਦਾਂ ਦਾ ਗਿਆਤਾ ਸੀ, ਉਹਨੂੰ 4 ਵੇਦ ਜ਼ਬਾਨੀ ਕੰਠ ਸਨ, ਬੜਾ ਵੱਡਾ ਵਿਦਵਾਨ ਵੀ ਸੀ, ਸ਼ਿਵ ਦਾ ਭਗਤ ਵੀ ਸੀ। 10 ਵਾਰੀ ਸਿਰ ਲਾ ਕੇ ਹਵਨ ਕੁੰਡ ਵਿੱਚ ਆਪਣੇ ਇਸ਼ਟ ਦੇ ਸਾਹਮਣੇ ਭੇਟ ਕੀਤਾ। ਗੁਰਬਾਣੀ ਇਸ ਗੱਲ ਦਾ ਨਿਰੂਪਣ ਵੀ ਕਰਦੀ, ਰਾਵਣ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ। ਰਾਵਣ ਕੋਈ ਕੰਗਾਲ ਥੋੜਾ ਸੀ, ਜਿਹਨੇ ਆਪਣੇ ਇਸ਼ਟ ਨੂੰ ਖੁਸ਼ ਕਰਨ ਵਾਸਤੇ 10 ਵਾਰੀ ਸਿਰ ਵੱਢ ਕੇ ਹਵਨ ਕੁੰਡ ਵਿੱਚ ਭੇਟ ਕੀਤਾ। ਉਹ ਕੰਗਾਲ ਥੋੜਾ ਸੀ, ਉਹਦੇ ਕੋਲ ਤਾਂ ਸੋਨੇ ਦੀ ਲੰਕਾ ਸੀ। ਉਹ ਚਾਹੁੰਦਾ ਤੇ ਕੁਝ ਵੀ ਦੇ ਸਕਦਾ ਸੀ, ਪਰ ਉਹਨੂੰ ਪਤਾ ਸੀ ਪੈਸੇ ਨਾਲ ਨਹੀਂ ਕੁਝ ਮਿਲਦਾ ਹੁੰਦਾ। ਸ਼ਾਸਤਰ ਕਹਿੰਦੇ ਗੁਣ ਲੈਣ ਲਈ ਮਨੁੱਖ ਦੇ ਪਾਸ ਜਾਂ ਤਾਂ ਸੇਵਾ ਹੋਵੇ, ਜਾਂ ਪੈਸਾ ਹੋਵੇ, ਜਾਂ ਫਿਰ ਗੁਣ ਮਿਲਦਾ ਗੁਣ ਦੇ ਬਦਲੇ। ਕਵੀ ਅਰਦਿਆਲ ਜੀ ਨੇ ਸਾਰ ਕਿਤਾਵਲੀ ਵਿੱਚ ਇਹਦਾ ਜ਼ਿਕਰ ਵੀ ਕੀਤਾ ਹੈ। ਕਹਿੰਦੇ ਗੁਣ ਲੈਣਾ ਹੋਵੇ ਜਾਂ ਤਾਂ ਸੇਵਾ ਕਰੋ, ਜਾਂ ਤੁਹਾਡੇ ਕੋਲ ਪੈਸੇ ਹੋਣ ਕਿਸੇ ਨੂੰ ਪੈਸਾ ਦੇ ਕੇ ਗੁਣ ਸਿੱਖ ਲਓ। ਤੀਜਾ ਤਰੀਕਾ ਕੀ ਹੈ? ਤੁਹਾਡੇ ਕੋਲ ਕੋਈ ਗੁਣ ਹੈ, ਤੁਸੀਂ ਦੂਜੇ ਨੂੰ ਸਿਖਾ ਲਓ ਅਤੇ ਦੂਜੇ ਕੋਲੋਂ ਕੁਝ ਸਿੱਖ ਲਓ। ਇਹ 3 ਹੀ ਤਰੀਕੇ ਨੇ ਗੁਣ ਲੈਣ ਦੇ। ਪਰ ਜਦੋਂ ਗੱਲ ਗੁਰ ਪਰਮੇਸ਼ਰ ਦੀ ਆਵੇ, ਅਸੀਂ ਗੁਰੂ ਨੂੰ ਕੁਝ ਸਿਖਾ ਨਹੀਂ ਸਕਦੇ, ਕਿਉਂਕਿ ਅਸੀਂ ਤਾਂ ਆਪ ਔਗੁਣਾਂ ਨਾਲ ਭਰੇ ਹੋਏ ਹਾਂ। ਹਮੇ ਅਵਗੁਣ ਭਰੇ ਏਕ ਗੁਣ ਨਾਹੀ। ਜਦੋਂ ਸਾਡੇ ਵਿੱਚ ਇੱਕ ਵੀ ਗੁਣ ਨਹੀਂ, ਅਸੀਂ ਗੁਰੂ ਨੂੰ ਕੀ ਸਿਖਾਵਾਂਗੇ? ਅਸੀਂ ਗੁਰੂ ਨੂੰ ਕੁਝ ਨਹੀਂ ਸਿਖਾ ਸਕਦੇ। ਗੁਰੂ ਕਦੇ ਗੁਣ ਦੇ ਬਦਲੇ ਗੁਣ ਨਹੀਂ ਦਿੰਦਾ, ਕਿਉਂਕਿ ਅਸੀਂ ਔਗੁਣਾਂ ਨਾਲ ਭਰੇ ਹਾਂ। ਤਾਂ ਜਦੋਂ ਅਸੀਂ ਗੁਰੂ ਸਾਹਿਬ ਦੇ ਕੋਲ ਆਉਂਦੇ ਹਾਂ, ਅਸੀਂ ਇਸ ਸ਼ਰਧਾ ਨੂੰ ਹਿਰਦੇ ਵਿੱਚ ਧਾਰ ਕੇ ਆਉਂਦੇ ਹਾਂ ਕਿ ਸਤਿਗੁਰੂ ਤੁਸੀਂ ਸਰਬ ਕਲਾ ਸਮਰੱਥ ਹੋ। ਅਸੀਂ ਇਸ ਭਾਵ ਨਾਲ ਆਉਂਦੇ ਹਾਂ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਹ ਸੁਖਮਣੀ ਸਾਹਿਬ ਦੇ ਬਚਨ ਕੇਵਲ ਪੜ੍ਹਨ ਮਾਤਰ ਨਹੀਂ, ਇਹ ਜੀਵਨ ਵਿੱਚ ਕਮਾਉਣ ਦੇ ਲਈ ਨੇ ਕਿ ਅਸੀਂ ਜਦੋਂ ਗੁਰੂ ਦੇ ਕੋਲ ਆਉਣਾ ਹੈ, ਇਹ ਸਾਡੀ ਭਾਵਨਾ ਬਣੀ ਹੋਣੀ ਚਾਹੀਦੀ ਹੈ। ਗੁਰੂ ਨੂੰ ਸਰਬ ਕਲਾ ਸਮਰੱਥ ਸਮਝਣਾ ਚਾਹੀਦਾ। ਸਤਿਗੁਰੂ ਮੈਂ ਤੁਹਾਡੇ ਚਰਨਾਂ ਵਿੱਚ ਆਇਆ, ਮੈਂ ਗੁਣਾਂ ਤੋਂ ਖਾਲੀ, ਤੁਸੀਂ ਗੁਣਾਂ ਦੇ ਸਾਗਰ ਹੋ, ਮੈਂ ਔਗੁਣਾਂ ਨਾਲ ਭਰਿਆ। ਫਿਰ ਕਹਿੰਦੇ ਮਾਇਆ ਨਾਲ ਗੁਣ ਲਿਆ ਜਾ ਸਕਦਾ। ਇੱਥੇ ਮਾਇਆ ਨਾਲ ਗੱਲ ਵੀ ਨਹੀਂ ਬਣਦੀ। ਕਬੀਰ ਜੀ ਕਹਿੰਦੇ ਕੰਚਨ ਸਿਉ ਪਾਈਐ ਨਹੀਂ ਤੋਲ। ਜੇ ਸੋਨਾ ਦੇ ਕੇ ਕੋਈ ਕੁਝ ਲੈਣਾ ਚਾਹੇ ਰੱਬ ਦੇ ਘਰ ਵਿੱਚੋਂ, ਸੋਨੇ ਦੇ ਬਦਲੇ ਨਹੀਂ ਕੁਝ ਮਿਲਦਾ। ਹੁਣ ਤੀਸਰੀ ਇੱਕੋ ਹੀ ਗੱਲ ਰਹਿ ਗਈ ਹੈ, ਇੱਥੇ ਜੋ ਮਿਲਦਾ ਸੇਵਾ ਕਰਕੇ ਹੀ ਮਿਲਦਾ। ਜੋ ਮਿਲਦਾ ਭਾਵਨਾ ਨਾਲ ਮਿਲਦਾ, ਪਿਆਰ ਨਾਲ ਮਿਲਦਾ। ਅਕਾਲ ਉਸਤਤ ਵਿੱਚ ਮਹਾਰਾਜ ਕਹਿੰਦੇ ਭਾਵਨਾ ਬਹੀਨ ਕੈਸੇ ਭੇਟੈ ਜਗਦੀਸ਼ ਕੋ। ਜੇ ਭਾਵਨਾ ਨਹੀਂ, ਪ੍ਰੇਮ ਨਹੀਂ ਅੰਦਰ, ਕਿਵੇਂ ਰੱਬ ਨੂੰ ਮਿਲੇਗਾ? ਉਹ ਤੇਰਾ ਸੋਨਾ ਚਾਂਦੀ ਨਹੀਂ ਵੇਖੇਗਾ, ਉਹਨੇ ਤੇਰੀ ਭਾਵਨਾ ਵੇਖਣੀ ਹੈ। ਤਾਂ ਬੇਨਤੀ ਕੀਤੀ ਹੈ, ਰਾਵਣ ਕੋਲ ਸੋਨੇ ਦੀ ਲੰਕਾ ਸੀ। ਜੇ ਚਾਹੁੰਦਾ ਰੱਬ ਨੂੰ ਸੋਨਾ ਦੇ ਕੇ ਖੁਸ਼ ਕਰ ਸਕਦਾ ਸੀ, ਪਰ ਉਹ ਸੋਨੇ ਦੀ ਲੰਕਾ ਨਾਲ, ਸੋਨੇ ਨਾਲ, ਪੈਸੇ ਨਾਲ ਖੁਸ਼ ਹੋਣ ਵਾਲਾ ਨਹੀਂ ਸੀ। ਗੁਰਬਾਣੀ ਨੇ ਫਿਰ ਉਦਾਹਰਨ ਦਿੱਤੀ, ਰਾਵਣ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ। ਉਹਨੇ ਆਪਣੇ ਇਸ਼ਟ ਨੂੰ ਖੁਸ਼ ਕਰਨ ਵਾਸਤੇ ਆਪਣਾ ਸਿਰ ਕੱਟ ਕੇ ਭੇਟ ਕੀਤਾ, ਆਪਣਾ ਸਿਰ ਅਰਪਿਤ ਕੀਤਾ। ਤੋ ਕਹਿਣ ਤੋਂ ਭਾਵ ਹੈ ਸਾਧ ਸੰਗਤ ਜੀ, ਜਿਹੜੀ ਗੁਰੂ ਦੇ ਚਰਨਾਂ ਵਿੱਚੋਂ ਸਿੱਖ ਨੂੰ ਪ੍ਰਾਪਤੀ ਹੈ, ਉਹ ਭਾਵਨਾ ਦੇ ਨਾਲ ਹੈ। ਭਾਵਨਾ ਕਰਕੇ ਹੀ ਖੇਡ ਬਣਦੀ ਹੈ। ਜਦੋਂ ਉਹ ਸ਼ਾਂਤ ਰੂਪ ਦੇ ਵਿੱਚ ਆ ਜਾਂਦਾ, ਉਦੋਂ ਬਖਸ਼ਿਸ਼ਾਂ ਕਰਦਾ। ਫਿਰ ਜਦੋਂ ਵੀਰ ਰਸ ਦੇ ਵਿੱਚ ਆ ਜਾਂਦਾ, ਨਮੋ ਜੁੱਧ ਜੁੱਧੇ, ਨਮੋ ਕਲਹਿ ਕਰਤਾ। ਜਾਪ ਸਾਹਿਬ ਦੇ ਸਾਰੇ ਬੋਲ ਨੇ। ਯੁੱਧ ਕਰਨ ਵਾਲਿਆਂ ਵਿੱਚੋਂ ਸਭ ਤੋਂ ਵੱਡਾ ਯੁੱਧ ਕਰਤਾ ਹੈ। ਉਹਦੇ ਵਰਗਾ ਯੁੱਧ ਕਰਨ ਵਾਲਾ ਕੋਈ ਨਹੀਂ। ਕਿਤਨਾ ਕੁ ਵੱਡਾ ਯੁੱਧ ਕਰਤਾ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਬਤ ਭਾਈ ਗੁਰਦਾਸ ਜੀ ਲਿਖ ਗਏ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਵੈਰੀਆਂ ਦੇ ਦਲ ਨੂੰ ਭੰਨਣ ਵਾਲਾ। ਪਹਿਲਾ ਜੰਗ ਹੋਇਆ, 7000 ਦੀ ਫੌਜ ਆਈ। ਉਸ ਵਕਤ ਸਿੱਖਾਂ ਨੇ ਪਹਿਲਾ ਜੰਗ ਕੀਤਾ ਸੀ, ਗਿਣਤੀ ਦੇ ਸਿੱਖ 7000 ਨਾਲ ਲੜਦੇ। ਦੂਜਾ ਜੰਗ ਹੋਇਆ, 15000 ਦੀ ਫੌਜ ਚੜ੍ਹ ਕੇ ਆ ਗਈ। ਤੀਜਾ ਜੰਗ ਹੋਇਆ, 35000 ਦੀ ਫੌਜ ਆਈ। ਚੌਥਾ ਜੰਗ ਹੋਇਆ, 75000 ਦੀ ਫੌਜ, 25000 ਲੁਟੇਰੇ ਰਲ ਕੇ ਆ ਗਏ ਪੈਂਦੇ ਨਾਲ। 1 ਲੱਖ ਦੀ ਫੌਜ ਦੇ ਵਿੱਚੋਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਕੇਵਲ ਗਿਣਤੀ ਦੇ ਹੀ ਬਚੇ ਸਨ ਜਿਹੜੇ ਵਾਪਸ ਜਾ ਸਕੇ। ਉਹ ਵੀ ਕਿਉਂ ਛੱਡੇ? ਜਾ ਕੇ ਬਾਦਸ਼ਾਹ ਨੂੰ ਦੱਸ ਦੇਣ ਕਿ ਮੈਦਾਨੇ ਜੰਗ ਵਿੱਚ ਕੀ ਹਾਲ ਹੋਇਆ। ਇਸੇ ਕਰਕੇ ਛੱਡੇ ਗਏ ਵੀ ਕਮ ਸੇ ਕਮ ਬਾਦਸ਼ਾਹ ਨੂੰ ਪਤਾ ਤਾਂ ਲੱਗੇ।
ਸਾਧ ਸੰਗਤ ਜੀ, ਜਦੋਂ ਯੁੱਧ ਕਰਨ ਵਾਲਿਆਂ ਦੀ ਗੱਲ ਕਰੀਏ ਤੇ ਫਿਰ ਸਭ ਤੋਂ ਵੱਡਾ ਯੁੱਧ ਕਰਤਾ ਉਹ ਪਰਮੇਸ਼ਰ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤਾਂ ਫਿਰ ਕਹਿੰਦੇ ਨਮੋ ਕਲਹਿ ਕਰਤਾ ਨਮਸਕਾਰ ਹੈ, ਜਿਹੜਾ ਲੜਾਈ ਨੂੰ ਪੈਦਾ ਕਰਦਾ ਹੈ। ਇਹ ਤਾਂ ਹੁਣ ਪ੍ਰਕਿਰਤੀ ਦਾ ਨਿਯਮ ਹੈ। ਥੋੜ੍ਹਾ ਜਿਹਾ ਇਹਨੂੰ ਗਹਿਰਾਈ ਨਾਲ ਸੁਣਨਾ। ਪ੍ਰਕਿਰਤੀ ਨੇ ਦੋ ਚੀਜ਼ਾਂ ਪੈਦਾ ਕੀਤੀਆਂ ਨੇ। ਦਿਨ ਦੇ ਨਾਲ ਪਰਮੇਸ਼ਰ ਨੇ ਰਾਤ ਬਣਾ ਦਿੱਤੀ ਹੈ। ਦਿਨ ਨੂੰ ਮਿਟਾਉਣਾ ਹੈ, ਰਾਤ ਨੂੰ ਮਿਟਾਉਣਾ ਹੈ, ਦਿਨ ਬਣਾ ਦਿੱਤਾ। ਜਨਮ ਨੂੰ ਮਿਟਾਉਣਾ ਤੇ ਉਹਨੇ ਮਰਨ ਮਿਟਾ ਦਿੱਤਾ ਹੈ। ਮਰਨ ਦੇ ਨਾਲ ਜਨਮ ਬਣਾ ਦਿੱਤਾ। ਜਨਮਦਾ ਮਰਦਾ ਫਿਰ ਮਰਦਾ ਫਿਰ ਜਨਮਦਾ ਹੈ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਵਾਰ-ਵਾਰ ਆਉਂਦਾ, ਵਾਰ-ਵਾਰ ਜਾਂਦਾ। ਬਸੰਤ ਆਉਂਦੀ ਹੈ, ਫਿਰ ਪਤਝੜ ਆ ਜਾਂਦੀ ਹੈ। ਪਤਝੜ ਕਿਸੇ ਨੂੰ ਚੰਗੀ ਨਹੀਂ ਲੱਗੇਗੀ, ਬਸੰਤ ਸਾਰਿਆਂ ਨੂੰ ਚੰਗੀ ਲੱਗੇਗੀ। ਜਾਣਾ ਕਿਸੇ ਨੂੰ ਚੰਗਾ ਨਹੀਂ ਲੱਗੇਗਾ, ਜਨਮਣਾ ਸਾਰਿਆਂ ਨੂੰ ਚੰਗਾ ਲੱਗਦਾ। ਜਨਮ ਵੇਲੇ ਖੁਸ਼ੀ ਹੈ, ਜਾਣ ਵੇਲੇ ਦੁੱਖ ਹੁੰਦਾ ਹੈ। ਪਤਝੜ ਵੇਲੇ ਬੰਦਾ ਖੁਸ਼ ਨਹੀਂ ਹੁੰਦਾ, ਬਸੰਤ ਵੇਲੇ ਖੁਸ਼ ਹੁੰਦਾ ਹੈ। ਜੇ ਸੁੱਖ ਹੈ ਨਾ, ਰੱਬ ਨੇ ਦੁੱਖ ਵੀ ਪੈਦਾ ਕੀਤਾ ਵੀ ਕਿਤੇ ਇੰਨਾ ਕੁ ਆਲਸੀ ਨਾ ਹੋ ਜਾਏ ਸੁੱਖ ਵਿੱਚ ਵੀ ਰੱਬ ਨੂੰ ਭੁੱਲ ਹੀ ਜਾਏ। ਇਹਨੂੰ ਭੁੱਲ ਹੀ ਜਾਏ ਪਰਮੇਸ਼ਰ ਨੂੰ ਆਰਾਧਨਾ, ਉਹਨੇ ਦੁੱਖ ਬਣਾ ਦਿੱਤਾ ਨਾਲ। ਤਾਂ ਹੀ ਤਾਂ ਗੁਰਬਾਣੀ ਨੇ ਦੁੱਖ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਦੁੱਖ ਨੂੰ ਦਾਰੂ ਕਹਿ ਦਿੱਤਾ। ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ। ਦੁੱਖ ਦਾਰੂ ਹੈ, ਕਿਉਂਕਿ ਦੁੱਖ ਦੇ ਵਿੱਚ ਸਾਨੂੰ ਵਾਹਿਗੁਰੂ ਚੇਤੇ ਆਉਂਦਾ ਹੈ। ਦੁੱਖ ਦੀ ਘੜੀ ਵਿੱਚ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਅਰਦਾਸ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਜਿੰਨੀ ਕੁ ਦਾਸ ਨੂੰ ਸਮਝ ਪਈ ਹੈ, ਸੁੱਖ ਨਾਲ ਉਹਨੇ ਦੁੱਖ ਬਣਾਇਆ, ਕਿਉਂਕਿ ਸੁੱਖ ਵਿੱਚ ਬੰਦਾ ਆਲਸੀ ਰਹਿੰਦਾ ਹੈ, ਦਲਿੱਦਰੀ ਹੋ ਜਾਂਦਾ ਹੈ। ਇਹਨੂੰ ਗੁਰਦੁਆਰਾ ਭੁੱਲ ਜਾਂਦਾ ਹੈ, ਸੇਵਾ ਸਿਮਰਨ ਭੁੱਲ ਜਾਂਦਾ ਹੈ। ਫਿਰ ਇਹਨੂੰ ਯਾਦ ਕਰਾਉਣ ਵਾਸਤੇ ਉਹਨੇ ਦੁੱਖ ਪੈਦਾ ਕਰ ਦਿੱਤਾ। ਮਹਾਂਕਵੀ ਭਾਈ ਸੰਤੋਖ ਸਿੰਘ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ। ਇਹ ਬਚਨ ਲਿਖਦੇ ਨੇ ਕਿ ਜਦੋਂ ਗੰਗੋ ਸ਼ਾਹ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਤੋਂ ਦਾਤਾਂ ਲੈ ਕੇ ਦਿੱਲੀ ਜਾਂਦਾ, ਮਾਇਆਧਾਰੀ ਬਣ ਜਾਂਦਾ, ਅਤੇ ਉਹਦੀ ਪਰਖ ਲਈ ਸਤਿਗੁਰੂ ਜੀ ਇੱਕ ਸਿੱਖ ਨੂੰ ਭੇਜਦੇ ਨੇ। ਗਰੀਬ ਸਿੱਖ ਨੇ ਬੇਟੀ ਦਾ ਵਿਆਹ ਕਰਨਾ ਹੁੰਦਾ ਹੈ, 50 ਰੁਪਏ ਦੀ ਹੁੰਡੀ ਕਰ ਦਿੰਦੇ ਨੇ ਮਹਾਰਾਜ। ਉਹ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਐਵੇਂ ਮੇਰੇ 'ਤੇ ਹੁੰਡੀ ਕਿਵੇਂ ਕਰ ਦਿੱਤੀ। ਗਰੀਬ ਸਿੱਖ ਵਾਪਸ ਆ ਗਿਆ ਗੋਇੰਦਵਾਲ ਸਾਹਿਬ। ਪਾਤਸ਼ਾਹ ਉਹ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਐਵੇਂ ਮੇਰੇ 'ਤੇ ਹੁੰਡੀ ਕਿਵੇਂ ਕਰ ਦਿੱਤੀ। ਹੁੰਡੀ ਦਾ ਭਾਵ ਹੈ ਜਿਵੇਂ ਚੈੱਕ ਹੁੰਦਾ ਨਾ, ਅੱਜ ਕੱਲ੍ਹ ਆਪਾਂ ਚੈੱਕ ਕੈਸ਼ ਕਰਾ ਲੈਂਦੇ ਹਾਂ, ਇੱਦਾਂ ਪੁਰਾਣੇ ਸਮੇਂ ਵਿੱਚ ਹੁੰਡੀਆਂ ਹੁੰਦੀਆਂ ਸਨ। ਅਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ 'ਚੋਂ ਬਚਨ ਨਿਕਲਿਆ, ਜੋ ਦਾਤ ਦੇਣ ਵਾਲਾ ਉਹ ਲੈ ਸਕਦਾ। ਬਚਨ ਹੋਇਆ ਜੀ, ਗੰਗੋ ਸ਼ਾਹ ਕੰਗਾਲ ਹੋ ਗਿਆ ਥੋੜ੍ਹੇ ਦਿਨਾਂ 'ਚ। ਦਿੱਲੀ ਤੋਂ ਗੋਇੰਦਵਾਲ ਸਾਹਿਬ ਸੇਵਾ ਵਿੱਚ ਜੁਟਿਆ। ਉੱਥੇ ਭਾਈ ਸੰਤੋਖ ਸਿੰਘ ਜੀ ਨੇ ਇੱਕ ਕਮਾਲ ਦਾ ਬਚਨ ਲਿਖਿਆ। ਕਹਿੰਦੇ ਗੁਰੂ ਦੀ ਆਦਤ ਨਹੀਂ ਦਾਤ ਖੋਹਣ ਦੀ। ਕਿਉਂ ਖੋਹਣੀ ਪੈਂਦੀ ਹੈ? ਜਦੋਂ ਸਿੱਖ ਆਲਸੀ ਹੋ ਜਾਂਦਾ ਹੈ। ਸਤਿਗੁਰੂ ਜਦੋਂ ਵੇਖ ਲੈਂਦੇ ਨੇ ਨਾ ਵੀ ਇਹਦੇ ਕਦਮ ਹੁਣ ਕੁਰਾਹੇ ਪੈ ਰਹੇ ਨੇ, ਇਹਨੂੰ ਰਾਹ ਪਾਉਣ ਵਾਸਤੇ ਮਹਾਰਾਜ ਫਿਰ ਇਸ ਰਸਤੇ ਤੋਰ ਦਿੰਦੇ ਨੇ। ਉਹਨੂੰ ਦੁੱਖ ਦੀ ਚੋਟ ਮਾਰਦੇ ਨੇ ਵੀ ਇਹਨੂੰ ਸਮਝ ਪੈ ਜਾਏ, ਇਹਨੂੰ ਸੋਝੀ ਪੈ ਜਾਏ, ਤਾਂ ਕਿ ਇਹਦਾ ਜੀਵਨ ਕੁਰਾਹੇ ਜਾਣ ਤੋਂ ਬਚ ਜਾਏ। ਦੁੱਖ ਇੱਕ ਉਹ ਚੋਟ ਹੈ ਜਿਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਭੇ ਦਾਤ ਤੇਰੀ ਦਾਤਾਰ। ਬਸ ਗੱਲ ਆਪਣੀ ਸਮਝਦੀ ਹੈ ਕਿ ਅਸੀਂ ਉਹਨੂੰ ਸਮਝਣਾ ਕੀ ਹੈ। ਮੈਂ ਤਾਂ ਇਹਨੂੰ ਇਸ ਤਰ੍ਹਾਂ ਕਹਿੰਦਾ ਹੁੰਦਾ ਵੀ 6 ਹੈ, ਕਿਸੇ ਨੂੰ 9 ਅਤੇ ਕਿਸੇ ਨੂੰ 6। ਆਪਣੀ ਆਪਣੀ ਬਿਰਤੀ ਹੈ ਨਾ। ਕਿਸੇ ਲਈ ਦੁੱਖ ਕਹਿਰ ਹੈ। ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਦੁੱਖ ਦਾਤ ਹੈ। ਦਾਤ ਇਸ ਕਰਕੇ ਹੈ ਕਿਉਂਕਿ ਜਦੋਂ ਅਸੀਂ ਕੁਰਾਹੇ ਪੈਂਦੇ ਹਾਂ ਫਿਰ ਉਹ ਸਾਨੂੰ ਦੁੱਖ ਦੇ ਕੇ ਸਹੀ ਰਸਤੇ ਪਾਉਂਦਾ ਹੈ, ਤਾਂ ਕਿ ਤੇਰਾ ਜੀਵਨ ਜਿਹੜਾ ਇਹਨਾਂ ਪਦਾਰਥਾਂ ਵਿੱਚ ਮੋਹ ਮਾਇਆ ਹੰਕਾਰ ਦੇ ਚੱਕਰ ਵਿੱਚ ਨਸ਼ਟ ਨਾ ਹੋ ਜਾਏ। ਜਗਤ ਦੇ ਅੰਦਰ ਕੁਦਰਤ ਨੇ ਬੈਲੈਂਸ ਬਣਾਉਣਾ ਹੈ। ਉਹਨੇ ਬੈਲੈਂਸ ਬਣਾਉਣ ਵਾਸਤੇ ਸਾਰੀਆਂ ਚੀਜ਼ਾਂ ਪੈਦਾ ਕਰ ਦਿੱਤੀਆਂ। ਸੁੱਖ ਨਾਲ ਦੁੱਖ ਪੈਦਾ ਕਰ ਦਿੱਤਾ, ਬਸੰਤ ਨਾਲ ਉਹਨੇ ਪਤਝੜ ਪੈਦਾ ਕਰ ਦਿੱਤੀ ਹੈ, ਜਨਮ ਦੇ ਨਾਲ ਉਹਨੇ ਮਰਨ ਪੈਦਾ ਕਰ ਦਿੱਤਾ ਹੈ। ਕਿਹੜੀ ਸੰਸਾਰ ਵਿੱਚ ਉਹ ਵਸਤੂ ਹੈ ਜਿਸ ਵਸਤੂ ਦੇ ਵਿਰੋਧ ਵਿੱਚ ਕੋਈ ਦੂਜੀ ਵਸਤੂ ਨਾ ਹੋਵੇ। ਔਰ ਇੰਨੀ ਕੁ ਸਮਝ ਪਈ, ਇੱਕ ਅਕਾਲ ਪੁਰਖ ਤੋਂ ਬਿਨਾਂ ਸੰਸਾਰ ਵਿੱਚ ਕੋਈ ਵੀ ਇੱਦਾਂ ਦੀ ਵਸਤੂ ਨਹੀਂ ਜਿਸ ਵਸਤੂ ਦੀ ਕੋਈ ਵਿਰੋਧੀ ਵਸਤੂ ਨਾ ਹੋਵੇ। ਤਾਂ ਜਿੱਥੇ ਸ਼ਾਂਤੀ ਹੈ ਉੱਥੇ ਕਲਹਿ ਕਰਤਾ। ਜਿੱਥੇ ਉਹ ਸ਼ਾਂਤੀ ਵਰਤਾਉਂਦਾ, ਕਲਹਿ ਚੜਾਈ, ਜਿਹੜੀ ਲੜਾਈ ਹੈ ਨਾ, ਕਲਹਿ ਲੜਾਈ, ਉਹਨੂੰ ਪੈਦਾ ਕਰਨ ਵਾਲਾ ਵੀ ਆਪ ਹੈ।
ਹੁਣ ਇਹ ਕਿਉਂ ਹੁੰਦਾ ਹੈ, ਇਹਦਾ ਮੁੱਢ ਬੰਨਣਾ ਹੈ। ਤਾਂ ਹੀ ਦਾਸ ਨੇ ਬੇਨਤੀ ਕੀਤੀ ਵੀ ਸ਼ਸਤਰ ਜਿਹੜਾ, ਸ਼ਸਤਰ ਸ਼ਾਂਤ ਰੂਪ ਵੀ ਹੈ, ਸ਼ਸਤਰ ਕਹਿਰ ਵੀ ਵਰਤਾਉਂਦਾ ਹੈ। ਬਸ ਸਮਝਣਾ ਇਸ ਚੀਜ਼ ਨੂੰ ਵੀ ਇਹ ਪਰਮੇਸ਼ਰ ਨੇ ਖੇਡ ਕਿਉਂ ਵਰਤਾਈ ਹੈ। ਸ਼ਾਂਤ ਰੂਪ ਵੀ ਹੈ ਤੇ ਫਿਰ ਜਦੋਂ ਲੋੜ ਪੈਂਦੀ ਹੈ ਫਿਰ ਉਹ ਕਹਿਰ ਵੀ ਮਚਾ ਦਿੰਦਾ ਹੈ। ਪਰਮੇਸ਼ਰ ਵੀ ਸ਼ਾਂਤ ਹੈ ਨਾ, ਸ਼ਸਤਰ ਦਾ ਸੁਭਾਅ ਵੀ ਇਦਾਂ ਦਾ ਹੀ ਹੁੰਦਾ ਹੈ। ਉਹ ਸ਼ਾਂਤ ਰੂਪ ਵੀ ਹੈ, ਲੋੜ ਪੈਣ ਤੇ ਫਿਰ ਉਹ ਕਹਿਰ ਵੀ ਵਰਤਾਉਂਦਾ ਹੈ। ਪਰ ਉਹ ਵਰਤਦਾ ਕਿਹਨਾਂ ਤੇ, ਇਹ ਵਿਆਖਿਆ ਅੱਗੇ ਜਾ ਕੇ ਕਰਾਂਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਰ ਨੇ ਸੰਸਾਰ ਦਾ ਬੈਲੈਂਸ ਬਣਾਉਣ ਵਾਸਤੇ ਸਾਰਾ ਕੁਝ ਪੈਦਾ ਕੀਤਾ ਹੋਇਆ। ਇਹਦਾ ਮੁੱਢ ਮਹਾਰਾਜ ਨੇ ਦਸਮ ਦੀ ਬਾਣੀ ਵਿੱਚ ਇਸ ਤਰ੍ਹਾਂ ਬੰਨਿਆ। ਸਤਿਗੁਰੂ ਜੀ ਕਹਿੰਦੇ ਜਦੋਂ ਦਾਨਵਾਂ ਨੂੰ ਪਤਾ ਲੱਗਿਆ ਨਾ, ਉਹਨਾਂ ਦਾ ਗੁਰੂ ਜਿਹੜਾ ਸ਼ੁਕਰਾਚਾਰਿਆ ਸੀ, ਉਹ ਆਖਣ ਲੱਗਾ ਵੀ ਦੇਵਤੇ ਤਾਂ ਯੱਗ ਕਰਦੇ ਨੇ, ਤੁਸੀਂ ਕਰਿਆ ਕਰੋ, ਤੁਹਾਨੂੰ ਰਾਜ ਮਿਲ ਜਾਏਗਾ। ਕਿਉਂਕਿ ਤਪ ਤੋਂ ਬਿਨਾਂ ਕਿਸੇ ਨੂੰ ਰਾਜ ਨਹੀਂ ਮਿਲਦਾ। ਜਿਹੜੀ ਆਮ ਕਹਾਵਤ ਬਣੀ ਹੈ ਜੀ, ਤਪੋ ਰਾਜ ਰਾਜੋ ਨਰਕ, ਤਪ ਕਰਕੇ ਰਾਜ ਮਿਲਦਾ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਇੱਕ ਉਦਾਹਰਣ ਵੀ ਦਿੱਤੀ ਹੈ ਕਿ ਪੂਰਬਲੇ ਜਨਮ ਦੇ ਕੀਤੇ ਹੋਏ ਪੁੰਨਾਂ ਦੇ ਪ੍ਰਤਾਪ ਕਰਕੇ ਲੋਕ ਰਾਜ ਭੋਗਦੇ ਨੇ, ਪਰ ਰਾਜ ਕਰਦਿਆਂ ਜਦੋਂ ਉਹਨਾਂ ਦੀ ਬੁੱਧੀ ਵਿਪਰੀਤ ਹੋ ਜਾਂਦੀ ਫਿਰ ਉਹ ਲੋਕਾਂ ਨੂੰ ਮਾਰਦੇ ਨੇ। ਵਿਪਰੀਤ ਬੁੱਧਿੰ ਮਾਰਤ ਲੋਕ ਹੈ, ਨਾਨਕ ਚਿਰੰਕਾਲ ਦੁੱਖ ਭੋਗਿਆ। ਤੇ ਬੁੱਧੀ ਭ੍ਰਸ਼ਟ ਹੋ ਜਾਂਦੀ ਰਾਜ ਕਰਦਿਆਂ, ਫਿਰ ਉਹ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਰਾਜ ਦਾ ਨਸ਼ਾ ਉਹਨਾਂ ਦੇ ਅੰਦਰ ਪੈਦਾ ਹੋ ਜਾਂਦਾ ਹੈ। ਤਪ ਤੋਂ ਬਿਨਾਂ ਰਾਜ ਕਦੇ ਨਹੀਂ ਮਿਲਦਾ। ਦਾਨਵਾਂ ਨੇ ਰਾਜ ਕਰਨ ਵਾਸਤੇ ਯੱਗ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਦੇਵਤਿਆਂ ਨੂੰ ਲੱਗਿਆ ਵੀ ਰਾਜ ਸਾਡਾ ਖੋਇਆ ਜਾਣਾ, ਗੁਰੂ ਕਲਗੀਧਰ ਜੀ ਕਹਿੰਦੇ ਫਿਰ ਅਰਹੰਤ ਅਵਤਾਰ ਪੈਦਾ ਹੋਇਆ। ਅਰਹੰਤ ਅਵਤਾਰ ਨੇ ਪੈਦਾ ਹੋ ਕੇ ਸਰੇਵੜੇ ਪੈਦਾ ਕਰ ਦਿੱਤੇ, ਜਿਨ੍ਹਾਂ ਨੂੰ ਆਪਾਂ ਜੈਨੀ ਕਹਿੰਦੇ ਆ। ਉਹਨਾਂ ਨੇ ਆਖਿਆ ਜੀ ਅਹਿੰਸਾ ਪਰਮੋ ਧਰਮ ਹੈ, ਯਾਨੀ ਅਹਿੰਸਾ ਸਭ ਤੋਂ ਵੱਡਾ ਧਰਮ ਹੈ, ਕਿਸੇ ਨੇ ਹਿੰਸਾ ਨਹੀਂ ਕਰਨੀ। ਇਹ ਕੰਮ ਇੰਨਾ ਪ੍ਰਚਲਿਤ ਹੋ ਗਿਆ ਹੌਲੀ ਹੌਲੀ, ਉਹ ਜਿਹੜੇ ਲੋਕ ਰਾਜ ਦੀ ਪ੍ਰਾਪਤੀ ਲਈ ਯੱਗ ਕਰਨ ਲੱਗੇ, ਗੁਰੂ ਕਲਗੀਧਰ ਜੀ ਕਹਿੰਦੇ ਉਹਨਾਂ ਦੇ ਹੱਥ ਵਿੱਚ ਅਰਹੰਤ ਅਵਤਾਰ ਨੇ ਮੋਚਣੇ ਫੜਾ ਦਿੱਤੇ। ਤੇ ਕੀ ਕਰਦੇ ਜੀ ਉਹਨਾਂ ਮੋਚਣਿਆਂ ਨਾਲ? ਕਹਿੰਦੇ ਕੇਸ ਉਤਾਰਦੇ ਨੇ। ਪਹਿਲਾਂ ਕਦੇ ਰਹਿਤਨਾਮਿਆਂ ਦੇ ਬਚਨ ਪੜ੍ਹੋ, ਬਿਨਾਂ ਸ਼ਸਤਰ ਕੇਸੰ ਨਰੰਗ ਭੇਡ ਜਾਨੋ। ਮਹਾਰਾਜ ਨੇ ਕਿਹਾ ਜੇ ਸ਼ਸਤਰ ਤੇ ਕੇਸ ਨਹੀਂ ਨਾ, ਇਹਨਾਂ ਦੋ ਚੀਜ਼ਾਂ ਬਿਨਾਂ ਬੰਦਾ ਭੇਡ ਦੇ ਵਾਂਗੂ ਹੈ। ਦੋ ਚੀਜ਼ਾਂ ਬਿਨਾਂ। ਕੇਸ ਕਿਉਂ ਜ਼ਰੂਰੀ ਨੇ? ਬਿਨਾਂ ਕੇਸ ਤੋਂ ਮੰਤਰ ਨਹੀਂ ਫੁਰਦਾ ਕੋਈ। ਅਰਹੰਤ ਅਵਤਾਰ ਨੇ ਕੀ ਕੀਤਾ? ਸਭ ਤੋਂ ਪਹਿਲਾਂ ਮੋਚਣੇ ਦੇ ਕੇ ਹੱਥਾਂ ਵਿੱਚ ਉਹਨਾਂ ਦੇ ਕੇਸ ਲਵਾ ਦਿੱਤੇ ਤੇ ਕਹਿੰਦੇ ਬਿਨਾਂ ਸਿਖਾ ਕੋਈ ਮੰਤਰ ਨਾ ਫੁਰੈ। ਬਿਨਾਂ ਸਿਖਾ ਨਾਮ ਚੋਟੀ ਦਾ, ਯਾਨੀ ਕੇਸਾਂ ਦਾ। ਬਿਨਾਂ ਕੇਸਾਂ ਤੋਂ ਕੋਈ ਮੰਤਰ ਨਹੀਂ ਸੀ ਫੁਰਦਾ। ਉਹ ਵਿਚਾਰੇ ਯੱਗ ਕਰਦੇ ਸਨ ਤੇ ਮੰਤਰ ਪੜ੍ਹਦੇ ਸਨ, ਮੰਤਰ ਫੁਰਦੇ ਨਹੀਂ ਸਨ, ਕਿਉਂਕਿ ਕੇਸ ਕਤਲ ਕਰ ਦਿੱਤੇ ਗਏ ਉਹਨਾਂ ਦੇ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਤਾਂ ਹੀ ਆਖਿਆ ਸੀ ਕੇਸ ਗੁਰੂ ਦੀ ਮੋਹਰ ਹੈ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਜਿੰਨੇ ਵੀ ਪੁਰਾਤਨ ਮਹਾਂਪੁਰਖ ਹੋਏ ਨੇ ਜੀ, ਦੇਵੀ ਦੇਵਤੇ ਹੋਏ, ਸਭ ਕੇਸਾ ਧਾਰੀ ਨੇ। ਇਹ ਬਿਮਾਰੀ ਸਾਡੇ ਵਿੱਚ ਆ ਗਈ ਹੌਲੀ ਹੌਲੀ ਸਾਡੇ ਵਿੱਚ ਵਰਤਦੀ ਜਾਂਦੀ ਹੈ। ਸਾਡੇ ਨੌਜਵਾਨ ਕੇਸ ਕਤਲ ਕਰਾਉਂਦੇ ਜਾਂਦੇ ਨੇ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ। ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਨਾ ਜੀ, ਕਦੇ ਆਪਣੀ ਮਹਾਨਤਾ ਨੂੰ ਸਮਝਿਓ ਵੀ ਪੰਜਾਬ ਦੇ ਵਿੱਚ ਨਸ਼ਾ ਬੜਾ ਆ। ਇਹ ਚੀਜ਼ਾਂ ਕਿੱਥੋਂ ਪੈਦਾ ਹੋਈਆਂ ਜੀ? ਇੱਕ ਪੱਤਰਕਾਰ ਲਾਹੌਰ ਦਾ, ਮੈਂ ਥੋੜ੍ਹੇ ਦਿਨ ਪਹਿਲਾਂ ਹੀ ਗੱਲ ਸੁਣੀ, ਤੁਹਾਡੇ 'ਚ ਹੋ ਸਕਦਾ ਕਈਆਂ ਨੇ ਸੁਣੀ ਹੋਵੇ। ਉਹ ਲਾਦੇਨ ਨੂੰ ਕਹਿਣ ਲੱਗਾ, ਦੁਨੀਆ ਦਾ ਸਭ ਤੋਂ ਵੱਡਾ ਟੈਰਰਿਸਟ ਸੀਗਾ ਉਹ, ਉਹਨੂੰ ਕਹਿਣ ਲੱਗਾ ਵੀ ਤੁਸੀਂ ਜਿੱਤਣਾ ਚਾਹੁੰਦੇ ਹੋ, ਹਿੰਦੁਸਤਾਨ ਨੂੰ ਕਬਜ਼ਾ ਕਰਨਾ ਚਾਹੁੰਦੇ ਹੋ, ਪਰ ਤੁਸੀਂ ਇੰਨੀ ਜ਼ਿਆਦਾ ਇਹ ਖੇਤੀ ਕੀਤੀ ਹੋਈ ਹੈ। ਕਾਹਦੀ ਖੇਤੀ ਜੀ? ਹੈਰੋਇਨ ਦੀ ਖੇਤੀ ਕੀਤੀ ਹੋਈ ਉਹਨਾਂ ਨੇ। ਆਹ ਕਾਹਦੇ ਵਾਸਤੇ ਹੈ? ਉਹ ਕਹਿੰਦਾ ਵੀ ਸਾਡੇ ਵਾਸਤੇ ਇੱਕ ਸਭ ਤੋਂ ਵੱਡਾ ਅੜਿੱਕਾ ਹੈ। ਉਹਦੇ ਬੋਲ ਸਨ। ਉਹ ਅੜਿੱਕਾ ਕੀ ਨੇ? ਕਹਿੰਦਾ ਇਹ ਦੱਸੋ ਵੀ ਹਿੰਦੁਸਤਾਨ ਵਿੱਚ ਜੇ ਅਸੀਂ ਹਮਲਾ ਕਰਨਾ ਹੋਵੇ ਤੇ ਸਭ ਤੋਂ ਪਹਿਲਾਂ ਕੀ ਆਉਂਦਾ? ਕਹਿੰਦਾ ਜੀ ਪੰਜਾਬ ਆਉਂਦਾ। ਕਹਿੰਦੇ ਪੰਜਾਬ 'ਚ ਕੌਣ ਰਹਿੰਦੇ? ਕਹਿੰਦੇ ਸਿੱਖ ਰਹਿੰਦੇ ਨੇ। ਕਹਿੰਦੇ ਸਭ ਤੋਂ ਵੱਡਾ ਅੜਿੱਕਾ ਹੀ ਉਹ ਨੇ। ਕਹਿੰਦੇ ਆ ਜਿਹੜੀ ਖੇਤੀ ਕਰ ਰਹੇ ਆ ਨਾ, ਹੀਰੋਇਨ ਦੀ, ਨਸ਼ੇ ਦੀ ਖੇਤੀ, ਇਹ ਉਹਨਾਂ ਵਾਸਤੇ ਹੀ ਕਰ ਰਹੇ ਆ। ਇਹ ਅਸੀਂ ਉਹਨਾਂ ਤਾਈਂ ਪਹੁੰਚਾਉਣਾ। ਉਂਝ ਤਾਂ ਨਹੀਂ ਮਾਰ ਸਕਦੇ ਉਹਨਾਂ ਨੂੰ,
ਨਸ਼ੇ ਨਾਲ ਅਸੀਂ ਜ਼ਰੂਰ ਮਾਰ ਦੇਣਾ। ਔਰ ਇਹ ਸੁਭਾਵਿਕ ਹੈ ਜੀ, ਇਹ ਸਾਡੇ ਪੰਜਾਬ ਦਾ ਦੁਖਾਂਤ ਹੈ ਜੋ ਅੱਜ ਸਾਡੀ ਨੌਜਵਾਨੀ ਵਿੱਚ ਵਰਤ ਰਿਹਾ ਹੈ। ਉਹਦਾ ਕਾਰਨ ਹੈ ਅਸੀਂ ਬਾਣੇ ਨਾਲੋਂ ਟੁੱਟੇ ਹਾਂ ਜੀ, ਤੇ ਸਾਡੀ ਖੁਆਰੀ ਹੋ ਰਹੀ ਹੈ। ਦੋਹਰਾ ਆਪਾਂ ਰੋਜ਼ ਪੜ੍ਹਦੇ ਆ ਨਾ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਵੀ ਕਰਦੇ ਹਾਂ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਬਚੇਗਾ ਉਹ ਜਿਹੜਾ ਸ਼ਰਨ ਆਏਗਾ, ਜਿਹੜਾ ਸ਼ਰਨ ਨਹੀਂ ਆਏਗਾ ਉਹ ਖੁਆਰ ਜ਼ਰੂਰ ਹੋਵੇਗਾ। ਜਿਸ ਚੀਜ਼ ਨੂੰ ਮੁਗਲਾਂ ਦੀ ਤੇਗ ਖਤਮ ਨਹੀਂ ਕਰ ਸਕੀ, ਜਿਸ ਸਿੱਖੀ ਨੂੰ ਚਰਖੜੀਆਂ ਮੁਕਾ ਨਾ ਸਕੀਆਂ, ਅੱਜ ਵੇਖੋ ਉਸ ਨਸ਼ੇ ਨੇ ਸਾਡਾ ਨੁਕਸਾਨ ਸਭ ਤੋਂ ਜ਼ਿਆਦਾ ਕੀਤਾ। ਤਾਂ ਸਾਡੇ ਨੌਜਵਾਨ ਕੇਸ ਕਤਲ ਕਰਾ ਰਹੇ ਨੇ, ਸਿੱਖੀ ਤੋਂ ਪਤਿਤ ਹੋ ਰਹੇ ਨੇ, ਤੇ ਜਦੋਂ ਕੇਸ ਨਹੀਂ ਹੋਣਗੇ ਤੇ ਮੰਤਰ ਕਿਵੇਂ ਕੋਈ ਫੁਰੇਗਾ। ਇਹ ਬਚਨ ਗੁਰੂ ਕਲਗੀਧਰ ਜੀ ਦੇ ਨੇ, ਬਿਨਾਂ ਕੇਸ ਤੋਂ ਕਦੇ ਕੋਈ ਮੰਤਰ ਨਹੀਂ ਫੁਰਿਆ ਕਰਦਾ, ਲੱਖ ਯਤਨ ਕਰ ਲਓ। ਦੈਂਤ ਯੱਗ ਨਾ ਕਰ ਸਕੇ ਜੀ, ਬਲੀ ਦਿੰਦੇ ਸਨ, ਬਲੀ ਨਾ ਦੇ ਹੋਈ ਉਹਨਾਂ ਦੇ ਕੋਲ, ਕਿਉਂਕਿ ਉਹਨਾਂ ਨੇ ਆਖਿਆ ਜੀ ਅਹਿੰਸਾ ਪਰਮ ਧਰਮ ਹੈ, ਸਭ ਤੋਂ ਵੱਡਾ ਧਰਮ ਅਹਿੰਸਾ ਹੈ, ਤੇ ਕੋਈ ਜਾਨਵਰ ਨਹੀਂ ਮਾਰਨਾ। ਹੌਲੀ ਹੌਲੀ ਸਾਰੇ ਪਾਸੇ ਇਹੀ ਕੁਝ ਫੈਲ ਗਿਆ, ਚਾਰ ਚੁਫੇਰੇ ਇਹੀ ਕੁਝ ਫੈਲ ਗਿਆ। ਨਾ ਕੋਈ ਯੱਗ ਕਰਦਾ, ਨਾ ਉੱਥੇ ਕੋਈ ਰਾਜ ਕਰਨ ਵਾਲਾ, ਨਾ ਕੋਈ ਉਸੇ ਸ਼ਸਤਰ ਚਲਾਉਣ ਵਾਲਾ, ਤੇ ਫਿਰ ਰਾਜ ਲੈਣਾ ਕਿਹਨੇ ਸੀਗਾ। ਇਹ ਉਦਾਹਰਣ ਦੇਣ ਦਾ ਭਾਵ ਹੈ ਸਭ ਤੋਂ ਵੱਡਾ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਕੋਈ ਆਪਣੇ ਕੇਸ ਕਤਲ ਕਰਾਉਂਦਾ ਹੈ। ਗੁਰੂ ਸਾਹਿਬ ਦਾ ਹੁਕਮ ਹੈ ਨਾ ਜੀ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ। ਦੂਜੇ ਹਨ ਜੀ ਸ਼ਸਤਰ। ਸ਼ਸਤਰ ਕੀ ਹੈ? ਡਾਕਟਰ ਜਿਹੜਾ ਸਰਜਨ ਹੁੰਦਾ ਹੈ, ਚਾਕੂ ਤਾਂ ਉਹਦੇ ਕੋਲ ਵੀ ਹੁੰਦਾ ਹੈ, ਤੇ ਚਾਕੂ ਰਾਹ ਮਾਰ ਕੋਲ ਵੀ ਹੁੰਦਾ ਹੈ। ਕੰਮ ਦੋਨੇ ਇੱਕੋ ਹੀ ਕਰਦੇ ਨੇ। ਚਾਕੂ ਦਾ ਕੰਮ ਹੈ ਬੰਦੇ ਦਾ ਪੇਟ ਕੱਟਣਾ, ਜ਼ਖਮ ਕਰਨਾ ਸਰੀਰ ਉੱਪਰ, ਪਰ ਜਿਹੜਾ ਚਾਕੂ ਸਰਜਨ ਚੁੱਕਦਾ ਆ ਉਹ ਬੰਦੇ ਦੇ ਇਲਾਜ ਲਈ ਚੁੱਕਦਾ ਆ। ਜਿਹੜਾ ਚਾਕੂ ਕੋਈ ਧਾੜਵੀ ਰਾਹ ਮਾਰ ਦੁਸ਼ਟ ਦੋਖੀ ਚੁੱਕੇਗਾ, ਦੂਜੇ ਦਾ ਨੁਕਸਾਨ ਕਰਨ ਵਾਸਤੇ ਚੁੱਕੇਗਾ। ਸ਼ਸਤਰ ਸਾਰਿਆਂ ਕੋਲ ਹੈ, ਤਲਵਾਰ ਸਭ ਕੋਲ ਹੈ, ਪਰ ਗੁਰਮੁਖੋ ਜਿਹੜੀ ਤੇਗ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਕਹਿ ਕੇ ਗਲ ਦੇ ਵਿੱਚ ਧਾਰਨ ਕਰ ਲਈ ਨਾ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਯਾਦ ਰੱਖਿਓ ਉਹ ਤਲਵਾਰਾਂ, ਉਹ ਜਿਹੜੀਆਂ ਤੇਗਾਂ ਸਨ ਉਹ ਸਰਜਨ ਦੀਆਂ ਤੇਗਾਂ ਸਨ। ਇਹਨੂੰ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਜੀ ਇੱਦਾਂ ਬਿਆਨ ਕਰਦੇ, ਕਹਿੰਦੇ ਜਦੋਂ ਸਰੀਰ ਦਾ ਕੋਈ ਅੰਗ ਗਲ ਜਾਏ ਤੇ ਉਹਨੂੰ ਕੱਟਣਾ ਪੈਂਦਾ ਨਾ। ਜਦੋਂ ਬੰਦੇ ਨੂੰ ਸ਼ੂਗਰ ਹੁੰਦੀ ਹੈ, ਬੜੀ ਭੈੜੀ ਬਿਮਾਰੀ ਹੈ, ਕਈਆਂ ਦੇ ਅੰਗ ਗਾਲ ਦਿੰਦੀ ਹੈ, ਕੱਟਣੇ ਪੈਂਦੇ ਨੇ ਨਾ। ਕਿਉਂ ਕੱਟਣੇ ਪੈਂਦੇ ਨੇ? ਤਾਂ ਕਿ ਇਹ ਦੂਜੇ ਅੰਗਾਂ ਦਾ ਨੁਕਸਾਨ ਨਾ ਕਰੇ। ਕਹਿੰਦੇ ਸ਼ਸਤਰ ਵੀ ਗੁਰੂ ਸਾਹਿਬ ਨੇ ਇਸੇ ਕਰਕੇ ਧਾਰਨ ਕੀਤੇ, ਸਮਾਜ ਦਾ ਉਹ ਹਿੱਸਾ ਜਿਹੜਾ ਸਮਾਜ ਵਿੱਚ ਬੁਰਾਈ ਫੈਲਾ ਰਿਹਾ ਸੀ, ਉਹਨਾਂ ਨੂੰ ਕੱਟਣਾ ਚਾਹੁੰਦੇ ਸਨ। ਇਹ ਇੱਦਾਂ ਤਾਂ ਨਹੀਂ ਹਟਣਗੇ, ਇਹਨਾਂ ਨੂੰ ਕੱਟ ਕੇ ਇੱਕ ਪਾਸੇ ਕਰਨਾ ਪੈਣਾ, ਤਾਂ ਸਮਾਜ ਬਚ ਸਕਦਾ, ਨਹੀਂ ਤਾਂ ਸਾਰਿਆਂ ਨੂੰ ਗੰਧਲਾ ਕਰ ਦੇਣਗੇ। ਇਸੇ ਕਰਕੇ ਮਹਾਰਾਜ ਨੇ ਫਿਰ ਉਹ ਤਲਵਾਰ, ਜਿਹਨੂੰ ਉਹ ਮੁਗਲ ਤਲਵਾਰ ਕਹਿੰਦੇ ਸਨ, ਗੁਰੂ ਸਾਹਿਬ ਨੇ ਉਹਨੂੰ ਕਿਰਪਾਨ ਆਖਿਆ। ਇਹ ਕਿਰਪਾਨ ਇਹ ਕਿਰਪਾ ਦਾ ਘਰ ਹੈ, ਨਮੋ ਸ਼ਾਂਤ ਰੂਪੇ। ਇਹ ਸ਼ਸਤਰ ਨੂੰ ਮਹਾਰਾਜ ਪੀਰ ਕਹਿੰਦੇ ਨੇ ਨਾ। ਇੱਕ ਗ੍ਰੰਥ ਵਿੱਚ ਬਚਨ ਆਇਆ ਜੀ, ਕਹਿੰਦੇ ਗੁਰੂ ਕਲਗੀਧਰ ਜੀ ਮਹਾਰਾਜ ਸਿੰਘਾਂ ਨੂੰ ਕਹਿੰਦੇ ਵੀ ਜਿਵੇਂ ਅਸੀਂ ਤੁਹਾਡੇ ਪੀਰ ਆ ਨਾ, ਵੀ ਤੁਸੀਂ ਸਾਨੂੰ ਗੁਰੂ ਮੰਨਦੇ ਹੋ, ਯਹ ਹਮਾਰੇ ਪੀਰ। ਇਹ ਇੱਦਾਂ ਸ਼ਸਤਰ ਵੀ ਸਾਡੇ ਪੀਰ ਨੇ, ਇਹ ਸ਼ਸਤਰ ਸਾਡੇ ਪੀਰ ਨੇ, ਮਹਾਰਾਜ ਕਹਿੰਦੇ। ਸਤਿਗੁਰੂ ਕਹਿੰਦੇ ਇਹ ਸ਼ਸਤਰ ਕੀ ਹੈ? ਇਹ ਕਿਰਪਾ ਦਾ ਘਰ ਹੈ। ਕਿਰਪਾਨ ਦਾ ਅਰਥ ਕੀ ਹੈ ਜੀ? ਕਿਰਪਾ ਆਨ, ਆਨ ਨਾਮ ਘਰ ਦਾ ਜਿਹੜਾ ਕਿਰਪਾ ਦਾ ਘਰ ਹੋਵੇ। ਜਦੋਂ ਇਹ ਮਿਆਨ ਵਿੱਚ ਹੁੰਦੀ ਉਦੋਂ ਤਾਂ ਸ਼ਾਂਤ ਹੁੰਦੀ ਹੈ, ਪਰ ਜਦੋਂ ਕਿਸੇ ਮਜ਼ਲੂਮ ਦੇ ਉੱਪਰ ਅਤਿਆਚਾਰ ਹੁੰਦਾ ਹੋਵੇ ਉਦੋਂ ਫਿਰ ਇਹ ਕਹਿਰ ਦਾ ਰੂਪ ਧਾਰਦੀ ਵੈਰੀਆਂ ਵਾਸਤੇ, ਤੇ ਕਹਿਰ ਦਾ ਰੂਪ ਧਾਰ ਕੇ ਫਿਰ ਵੈਰੀਆਂ ਦਾ ਖਾਤਮਾ ਕਰਦੀ ਹੈ, ਜ਼ੁਲਮ ਦਾ ਨਾਸ਼ ਕਰਦੀ ਹੈ। ਪਿੱਛੇ ਦਾਸ ਇੱਕ ਉਦਾਹਰਣ ਦੇ ਕੇ ਆਇਆ ਕਿ ਬੜੇ ਬੜੇ ਬਾਦਸ਼ਾਹ ਰਾਜੇ ਹੋਏ ਇਸ ਦੁਨੀਆ ਅੰਦਰ, ਅੱਜ ਉਹਨਾਂ ਦੀਆਂ ਤਲਵਾਰਾਂ ਅਜਾਇਬ ਘਰਾਂ ਦੇ ਵਿੱਚ ਟੰਗੀਆਂ ਹੋਈਆਂ ਨੇ, ਕਿਤੇ ਵੀ ਚਲੇ ਜਾਓ। ਪਰ ਗੁਰੂ ਸਾਹਿਬ ਜੀ ਨੇ ਜਿਹੜੇ ਸ਼ਸਤਰ ਪੰਥ ਨੂੰ ਦਿੱਤੇ ਨੇ ਨਾ, ਸਤਿਗੁਰੂ ਕਹਿੰਦੇ ਇਹਨਾਂ ਸ਼ਸਤਰਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖੋ। 5 ਕਕਾਰਾਂ ਵਿੱਚ ਇੱਕ ਕਕਾਰ ਮਹਾਰਾਜ ਨੇ ਕਿਰਪਾਨ ਦਾ ਰੱਖਿਆ, ਤੇ ਸਤਿਗੁਰੂ ਜੀ ਕਹਿੰਦੇ ਨਿਤ ਇਹਨਾਂ ਦੀ ਸੇਵਾ ਕਰੋ, ਇਹਨਾਂ ਸ਼ਸਤਰਾਂ ਨੂੰ ਪਹਿਨੋ, ਇਹਨਾਂ ਦੀ ਪੂਜਾ ਕਰੋ। ਇਹ ਸ਼ਸਤਰਾਂ ਦੀ ਪੂਜਾ ਕਰਨੀ ਇਹ ਰਾਜ ਦਾ ਸੰਕਲਪ ਹੈ। ਕੋਈ ਵੀ ਰਾਜ ਤਖਤ ਬਿਨਾਂ ਸ਼ਸਤਰ ਤੋਂ ਨਹੀਂ ਮਿਲਦਾ, ਬਿਨਾਂ ਸ਼ਸਤਰ ਤੋਂ ਕੋਈ ਰਾਜ ਤਖਤ ਨਹੀਂ ਮਿਲਦਾ। ਬਹਾਦਰ ਸ਼ਾਹ ਨੂੰ ਤਖਤ ਮਿਲਿਆ, ਮਹਾਰਾਜ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ
ਕਹਿਣ ਲੱਗਾ, ਮਹਾਰਾਜ ਜੀ ਕੋਈ ਕਰਾਮਾਤ ਵਿਖਾਓਗੇ? ਇਹ ਬਾਦਸ਼ਾਹਾਂ ਦੀ ਆਦਤ ਸੀ, ਜਿੰਨੇ ਮੁਗਲ ਬਾਦਸ਼ਾਹ ਸਨ। ਕਦੇ ਜਹਾਂਗੀਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਹਿੰਦਾ, ਕਦੇ ਸ਼ਾਹਜਹਾਨ, ਕਦੇ ਔਰੰਗਜ਼ੇਬ, ਕਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ, ਕਦੇ ਨੌਵੇਂ ਪਾਤਸ਼ਾਹ ਨੂੰ ਕਰਾਮਾਤ ਲਈ ਕਹਿੰਦਾ ਵੀ ਕਰਾਮਾਤ ਵਿਖਾਓ। ਇਹੀ ਸਵਾਲ ਗੁਰੂ 10ਵੇਂ ਪਾਤਸ਼ਾਹ ਨੂੰ ਬਹਾਦਰ ਸ਼ਾਹ ਨੇ ਕੀਤਾ। ਆਖਣ ਲੱਗਾ, ਮਹਾਰਾਜ ਜੀ ਕੋਈ ਕਰਾਮਾਤ ਵਿਖਾਓ। ਮਹਾਰਾਜ ਨੇ ਜੇਬ ਦੇ ਵਿੱਚ ਹੱਥ ਪਾਇਆ, ਸੋਨੇ ਦੀ ਮੋਹਰ ਬਾਹਰ ਕੱਢੀ। ਬਾਦਸ਼ਾਹ, ਇਹ ਕਰਾਮਾਤ ਹੈ। ਕਹਿੰਦਾ, ਮਹਾਰਾਜ ਇਹ ਤਾਂ ਸੋਨੇ ਦੀ ਮੋਹਰ ਹੈ। ਸਤਿਗੁਰੂ ਕਹਿੰਦੇ ਕਰਾਮਾਤ ਹੈ, ਪੈਸਾ ਕਰਾਮਾਤ ਹੀ ਹੁੰਦਾ, ਜੋ ਮਰਜ਼ੀ ਖਰੀਦ ਲਓ। ਇਹਦੇ ਨਾਲ ਤੁਸੀਂ ਇਨਸਾਫ ਖਰੀਦ ਸਕਦੇ ਹੋ, ਮਨੁੱਖ ਖਰੀਦ ਸਕਦੇ ਹੋ। ਇਹ ਪੈਸਾ ਬੜਾ ਤਾਕਤਵਰ ਹੈ, ਇਹਦੇ ਨਾਲ ਕੁਝ ਵੀ ਹੋ ਸਕਦਾ। ਸੁਭਾਵਿਕ ਹੈ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਪੈਸੇ ਨਾਲ ਕਿਸੇ ਨੂੰ ਵੀ ਖਰੀਦ ਸਕਦੇ ਹੋ। ਅਦਾਲਤ ਵੀ ਖਰੀਦੀ ਜਾਂਦੀ ਹੈ, ਕਿਉਂ ਨਹੀਂ ਖਰੀਦੀ ਜਾਂਦੀ? ਜੇ ਅਦਾਲਤਾਂ ਨਾ ਖਰੀਦੀਆਂ ਜਾਂਦੀਆਂ ਹੁੰਦੀਆਂ ਤੇ ਫਿਰ 84 ਦਾ ਤੇ ਕਦੋਂ ਦਾ ਇਨਸਾਫ ਹੋ ਜਾਣਾ ਸੀ। ਫਿਰ ਇੰਨੇ ਚੱਕਰ ਥੋੜ੍ਹਾ ਮਾਰਨੇ ਪੈਣੇ ਸਨ। ਅੱਜ ਤਾਂ ਹੀ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਸਮੇਂ ਦੇ ਹੁਕਮਰਾਨ ਅਦਾਲਤਾਂ ਵੀ ਖਰੀਦ ਲੈਂਦੇ ਨੇ, ਅਦਾਲਤਾਂ ਨੂੰ ਵੀ ਕਾਬੂ ਕਰਕੇ ਰੱਖਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਪੈਸਾ ਕਰਾਮਾਤ ਹੈ। ਕਹਿੰਦਾ, ਪਾਤਸ਼ਾਹ ਕੋਈ ਹੋਰ ਕਰਾਮਾਤ ਵਿਖਾਓ। 10ਵੇਂ ਪਾਤਸ਼ਾਹ ਕਹਿੰਦੇ, ਬਹਾਦਰ ਸ਼ਾਹ ਤੂੰ ਵੀ ਕਰਾਮਾਤ ਹੈ। ਕਹਿੰਦਾ, ਪਾਤਸ਼ਾਹ ਮੈਂ ਕਰਾਮਾਤ ਕਿਵੇਂ ਹੋਇਆ? ਗੁਰਦੇਵ ਕਹਿੰਦੇ, ਬਾਦਸ਼ਾਹ ਤਖਤ 'ਤੇ ਬਹਿ ਕੇ ਜਿਹਨੂੰ ਮਰਜ਼ੀ ਹੁਕਮ ਕਰਕੇ ਫੜ ਲਵੇ, ਜਿਹਨੂੰ ਮਰਜ਼ੀ ਛੱਡ ਦੇ। ਤੇਰੀ ਜ਼ਬਾਨ ਵਿੱਚੋਂ ਨਿਕਲਿਆ ਹੋਇਆ ਸ਼ਬਦ ਉਸੇ ਵਕਤ ਉਹਦੀ ਤਮੀਲ ਹੋ ਜਾਂਦੀ ਹੈ। ਤਾਂ ਤੇਰੀ ਮਰਜ਼ੀ ਹੈ, ਕਿਸੇ ਨੂੰ ਸਜ਼ਾ ਵੀ ਦੇ ਸਕਣਾ, ਕਿਸੇ ਨੂੰ ਛੱਡ ਵੀ ਸਕਦਾ। ਤੇਰੇ ਤੋਂ ਵੱਡੀ ਕਰਾਮਾਤ ਹੋਰ ਕਿਹੜੀ ਹੋ ਸਕਦੀ ਹੈ? ਕਹਿੰਦਾ, ਪਾਤਸ਼ਾਹ ਨਹੀਂ ਕੋਈ ਹੋਰ ਕਰਾਮਾਤ ਵਿਖਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਿਆਨ ਵਿੱਚੋਂ ਤੇਗ ਖਿੱਚ ਲਈ ਆਪਣੀ। ਤੇਗ ਖਿੱਚ ਕੇ ਮਹਾਰਾਜ ਕਹਿੰਦੇ, ਬਹਾਦਰ ਸ਼ਾਹ ਸਭ ਤੋਂ ਵੱਡੀ ਕਰਾਮਾਤ ਸ਼ਸਤਰ ਹੁੰਦਾ ਹੈ, ਸ਼ਸਤਰ ਤੋਂ ਵੱਡੀ ਕੋਈ ਕਰਾਮਾਤ ਨਹੀਂ। ਕਹਿੰਦਾ, ਪਾਤਸ਼ਾਹ ਸ਼ਸਤਰ ਕਰਾਮਾਤ ਕੈਸੇ ਹੋਈ? ਪਾਤਸ਼ਾਹ ਕਹਿੰਦੇ, ਜਿਸ ਤਖਤ 'ਤੇ ਬੈਠਾ ਨਾ, ਇਹ ਤਖਤ ਸ਼ਸਤਰ ਦਾ ਹੀ ਦਿੱਤਾ ਹੋਇਆ। ਜੇ ਸ਼ਸਤਰ ਨਾ ਹੁੰਦਾ ਤੇ ਕਦੇ ਇਸ ਤਖਤ ਦੇ ਉੱਪਰ ਆ ਕੇ ਨਾ ਬਹਿੰਦਾ। ਤੇਰੇ ਭਰਾ ਤਾਰਾ ਆਜ਼ਮ ਨੇ ਤੇਗਾਂ ਮਾਰ ਕੇ ਤੇਰੇ ਕੋਲੋਂ ਰਾਜ ਭਾਗ ਖੋਹ ਲੈਣਾ ਸੀ। ਅੱਜ ਤੇਗਾਂ ਚਲੀਆਂ ਤੇ ਤੂੰ ਰਾਜ ਭਾਗ ਜੇ ਪ੍ਰਾਪਤ ਕੀਤਾ ਤੇ ਕੀਤਾ ਤਾਂ ਸ਼ਸਤਰ ਦੇ ਬਲ ਦੇ ਨਾਲ ਹੈ ਨਾ। ਬਿਨਾਂ ਸ਼ਸਤਰ ਤੋਂ ਕੈਸੇ ਰਾਜ ਭਾਗ ਪ੍ਰਾਪਤ ਹੋਵੇ? ਬਿਨਾਂ ਸ਼ਸਤਰ ਤੋਂ ਕੈਸੇ ਸ਼ਾਂਤੀ ਆਵੇ? ਭਾਵੇਂ ਸ਼ਸਤਰ ਕਹਿਰ ਕਰਦਾ ਹੈ ਜ਼ੁਲਮੀਆਂ ਦੇ ਉੱਪਰ, ਪਾਪੀਆਂ ਦੇ ਉੱਪਰ, ਪਰ ਇਹ ਦਇਆਵਾਨ ਵੀ ਹੈ। ਜਿਹੜਾ ਮਜ਼ਲੂਮ ਹੋਵੇ ਉਹਦੇ ਉੱਪਰ ਦਇਆ ਕਰਦਾ। ਆ ਵੇਖੋ, ਦੁਨੀਆ ਦੇ ਜਿੰਨੇ ਵੀ ਬਾਰਡਰ ਨੇ ਉਹਨਾਂ ਦੇ ਉੱਪਰ ਹਥਿਆਰ ਹੀ ਨੇ, ਕਿਉਂਕਿ ਸ਼ਾਂਤੀ ਆਉਂਦੀ ਹਥਿਆਰ ਨਾਲ ਹੈ ਨਾ। ਸੰਤ ਜਰਨੈਲ ਸਿੰਘ ਹੋਰਾਂ ਨੂੰ ਕਹਿੰਦੇ, ਜੀ ਤੁਸੀਂ ਸ਼ਸਤਰ ਨਾਲ ਤਾਂ ਸ਼ਾਂਤੀ ਫੈਲਦੀ ਹੈ। ਉਹ ਕਹਿੰਦੇ, ਜਾਓ ਬਾਰਡਰ ਤੋਂ ਹਟਾ ਦਿਓ ਤੋਪਾਂ, ਸਾਰੇ ਸ਼ਸਤਰ ਵਾਪਸ ਲੈ ਲਓ, ਫਿਰ ਸ਼ਾਂਤੀ ਵਰਤ ਜਾਏਗੀ। ਕਿਉਂਕਿ ਸ਼ਸਤਰ ਨਾਲ ਹੀ ਸ਼ਾਂਤੀ ਆਉਣੀ ਹੈ ਨਾ। ਇਸ ਕਰਕੇ ਸ਼ਸਤਰ ਨੂੰ ਪੀਰ ਆਖਿਆ ਗਿਆ। ਇਹ ਸ਼ਸਤਰ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਹੈ। ਤੇ ਗੁਰੂ 10ਵੇਂ ਪਾਤਸ਼ਾਹ ਨੇ ਉਹ ਭਗਉਤੀ, ਉਹ ਸ਼ਕਤੀ ਜਿਹੜੀ ਹੈ ਆਪਣੇ ਪੰਥ ਨੂੰ ਬਖਸ਼ਿਸ਼ ਕੀਤੀ ਹੈ। ਤੇ ਹੁਕਮ ਕੀਤਾ ਵੀ ਗੁਰੂ ਕਾ ਸਿੱਖ ਸਦਾ ਸ਼ਸਤਰ ਧਾਰੀ ਰਹੇ, ਤਿਆਰ ਬਰ ਤਿਆਰ ਰਹੇ। ਇਹਦੇ ਗਾਤਰੇ ਵਿੱਚ ਹਮੇਸ਼ਾ ਸ਼ਸਤਰ ਹੋਣਾ ਚਾਹੀਦਾ ਹੈ। ਸ਼ਸਤਰ ਸਵੈ ਰੱਖਿਆ ਲਈ ਵੀ ਹੈ ਤੇ ਦੂਜੇ ਦੀ ਰੱਖਿਆ ਕਰਨ ਵਾਸਤੇ ਵੀ, ਦੂਜੇ ਦਾ ਭਲਾ ਕਰਨ ਵਾਸਤੇ ਵੀ ਹੈ। ਨਜਾਇਜ਼ ਨਹੀਂ ਕਿਸੇ ਨੂੰ ਤੰਗ ਕਰਨ ਵਾਸਤੇ ਸ਼ਸਤਰ ਵਰਤਣਾ। ਇਹ ਸਵੈ ਰੱਖਿਆ ਕਰਨ ਵਾਸਤੇ ਤੇ ਦੂਜੇ ਦਾ ਭਲਾ ਕਰਨ ਵਾਸਤੇ। ਇਸ ਕਰਕੇ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਸ਼ਸਤਰਾਂ ਦੀ ਸੇਵਾ ਕਰਨੀ ਹੈ। ਇਤਿਹਾਸ ਵਿੱਚ ਕਥਾ ਆਉਂਦੀ ਹੈ, ਜਦੋਂ ਦਿਨ ਆਇਆ ਜੀ ਦੁਸਹਿਰੇ ਦਾ, ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ, ਸਿੰਘੋ ਸ਼ਸਤਰ ਕੱਢੋ ਸਾਰੇ ਖਜ਼ਾਨੇ ਵਿੱਚੋਂ। ਗੁਰੂ ਸਾਹਿਬ ਜੀ ਨੇ ਸ਼ਸਤਰ ਖਜ਼ਾਨੇ ਵਿੱਚੋਂ ਬਾਹਰ ਕਢਾਏ। ਆਖਿਆ, ਇਹਨਾਂ ਦੀ ਸੇਵਾ ਕਰੋ ਸਾਰੇ ਸ਼ਸਤਰਾਂ ਦੀ। ਤੇ ਸੇਵਾ ਸਿੰਘ ਕਰਨ ਲੱਗ ਪਏ। ਜਿਹੜੇ ਸ਼ਿਗਲੀਕਾਰ ਸਿੰਘ ਨੇ ਨਾ ਜੀ, ਸ਼ਸਤਰਾਂ ਦੀ ਸੇਵਾ ਕਰਨ ਵਾਲੇ, ਸ਼ਸਤਰ ਤਿਆਰ ਕਰਦੇ, ਉਹਨਾਂ ਵਿੱਚੋਂ ਨਾ ਇੱਕ ਸਿੰਘ ਜਦੋਂ ਸੇਵਾ ਕਰਨ ਲੱਗਾ, ਜਦੋਂ ਸ਼ਸਤਰ ਨੂੰ ਗੱਦੀ ਕਰਦੇ ਨੇ ਨਾ, ਪੈਰ ਲਾਉਣਾ ਪੈਂਦਾ ਆ। ਉਹ ਪੈਰ ਲਾ ਕੇ ਸ਼ਸਤਰ ਗੱਦੀ ਕਰਦੇ ਨੇ। ਉਹ ਜਦੋਂ ਸਿੰਘ ਸ਼ਸਤਰ ਗੱਦੀ ਕਰਦਾ ਪਿਆ ਸੀ ਤੇ ਇੱਕ ਸਿੰਘ ਆ ਗਿਆ ਗੁੱਸੇ ਵਿੱਚ, ਉਹਨੇ ਚਪੇੜ ਮਾਰੀ। ਆਖਿਆ, ਸ਼ਸਤਰ ਨੂੰ ਪੈਰ ਲਾਈ ਜਾਂਦਾ?
ਹਾਲਾਂਕਿ ਰਹਿਤਨਾਮਿਆਂ ਦੇ ਬਚਨ ਨੇ ਜੀ, ਜਿਹੜਾ ਸ਼ਸਤਰ ਨੂੰ ਪੈਰ ਲਾਉਂਦਾ ਉਹ ਤਨਖਾਹੀਆ ਹੈ। ਇਹ ਰਹਿਤਨਾਮਿਆਂ ਦੇ ਬੋਲ ਨੇ। ਸਿੰਘ ਨੇ ਆਖਿਆ ਵੀ ਸ਼ਸਤਰ ਨੂੰ ਪੈਰ ਲਾਈ ਜਾਂਦਾ। ਉਹ ਸਿੰਘ ਨੇ ਕੀ ਕੀਤਾ ਵੀ ਉਹ ਜਿੰਨੇ ਵੀ ਸ਼ਸਤਰ ਸਨ ਖਜ਼ਾਨੇ ਦੇ, ਜਿੰਨੇ ਉਹਦੇ ਹਿੱਸੇ ਆਏ, ਉਹ ਸਾਰੇ ਸ਼ਸਤਰ ਜਿਹੜੇ ਨਾ ਬੰਨ੍ਹ ਕੇ ਗੰਢ, ਇੱਕ ਪੰਡ ਬੰਨ੍ਹ ਕੇ ਤੇ ਸਿਰ 'ਤੇ ਰੱਖ ਲਈ, ਬਹਿ ਗਿਆ ਉੱਥੇ। ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਜਦੋਂ ਲੰਘਣ ਲੱਗੇ ਕੋਲੋਂ, ਵੇਖੇ, ਕਹਿਣ ਲੱਗੇ, ਸਿੰਘਾ ਆ ਕੀ ਤੂੰ ਸੇਵਾ ਨਹੀਂ ਕਰਦਾ ਪਿਆ ਤੇ ਸ਼ਸਤਰ ਦੀ ਪੰਡ ਬੰਨ੍ਹ ਕੇ ਸਿਰ 'ਤੇ ਰੱਖੀ ਹੈ। ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਪਹਿਲਾਂ ਸੇਵਾ ਹੀ ਕਰਦਾ ਪਿਆ ਸੀ, ਪੈਰ ਲਾਏ ਬਿਨਾਂ ਇਹ ਗੱਦੀ ਨਹੀਂ ਹੁੰਦੇ ਸ਼ਸਤਰ, ਇਹ ਰਗੜੇ ਨਹੀਂ ਜਾਂਦੇ, ਤੇ ਮੈਂ ਤੇ ਪੈਰ ਲਾ ਕੇ ਸ਼ਸਤਰ ਗੱਦੀ ਕਰਦਾ ਸੀ ਤੇ ਸਿੰਘ ਗੁੱਸੇ ਵਿੱਚ ਆਏ ਮਹਾਰਾਜ, ਤੇ ਮੈਨੂੰ ਉਹਨਾਂ ਨੇ ਚਪੇੜ ਕੱਢ ਮਾਰੀ। ਤੇ ਪਾਤਸ਼ਾਹ ਆਪਾਂ ਫਿਰ ਪੰਡ ਬੰਨ੍ਹ ਕੇ ਸਿਰ 'ਤੇ ਰੱਖ ਲਏ ਵੀ ਹੁਣ ਤਾਂ ਸਤਿਕਾਰ ਇੱਦਾਂ ਹੀ ਹੋ ਸਕਦਾ ਹੈ ਨਾ, ਵੀ ਸਿਰ 'ਤੇ ਤਾਂ ਹੀ ਰੱਖੇ ਨੇ। ਮਹਾਰਾਜ ਕਹਿੰਦੇ, ਸਿੰਘਾ ਇਹ ਪੰਡ ਥੱਲੇ ਲਾ ਜਾ, ਤੁਹਾਨੂੰ ਮਾਫ ਨੇ, ਜਿਨ੍ਹਾਂ ਨੇ ਸੇਵਾ ਕਰਨੀ ਹੈ ਤੁਹਾਨੂੰ ਮਾਫ ਹੈ, ਤੁਸੀਂ ਸੇਵਾ ਕਰੋ ਜਿਵੇਂ ਤੁਸੀਂ ਇਹਨਾਂ ਦੀ ਸੇਵਾ ਕਰਨੀ ਹੈ। ਉਦੋਂ ਗੁਰੂ ਸਾਹਿਬ ਜੀ ਨੇ ਸ਼ਸਤਰ ਕਢਾ ਕੇ ਪਹਿਲਾਂ ਸ਼ਸਤਰਾਂ ਦੀ ਸੇਵਾ ਕਰਾਈ, ਸੇਵਾ ਕਰਾ ਕੇ ਸ਼ਸਤਰਾਂ ਦੀ ਫਿਰ ਹੁਕਮ ਕੀਤਾ ਵੀ ਹੁਣ ਇਹਨਾਂ 'ਤੇ ਫੁੱਲਾਂ ਦੇ ਹਾਰ ਪਾਓ। ਔਰ ਗੁਰੂ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਂਦੇ ਆ, ਮਹਾਰਾਜ ਦੇ ਤਖਤ ਦੇ ਮੂਹਰੇ ਸ਼ਸਤਰਾਂ ਦਾ ਤਖਤ ਪਹਿਲਾਂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੁਸੀਂ ਚਲੇ ਜਾਓ, ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਹੈ। ਸ਼ਕਤੀ ਤੇ ਭਗਤੀ, ਮੇਰੀ ਤੇ ਪੀਰੀ, ਰਾਜ ਅਮੀਰੀ ਤੇ ਨਾਲ ਭਗਤੀ, ਭਗਤੀ ਦੀ ਸ਼ਕਤੀ, ਇਹ ਦੋ ਚੀਜ਼ਾਂ ਦਾ ਸੁਮੇਲ ਮੇਰੇ ਪਾਤਸ਼ਾਹ ਨੇ ਰੱਖਿਆ ਜੇ। ਗੁਰੂ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਹੈ, ਫੁੱਲਾਂ ਦੀ ਮਾਲਾ ਉਹਨਾਂ ਦੇ ਉੱਪਰ ਭੇਟ ਕੀਤੀ ਜਾਂਦੀ ਹੈ, ਚੌਰ ਦੀ ਸੇਵਾ ਹੁੰਦੀ ਹੈ, ਕਿਉਂਕਿ ਦਸਵੇਂ ਪਾਤਸ਼ਾਹ ਕਹਿੰਦੇ ਇਹ ਸ਼ਸਤਰ ਸਾਡੇ ਪੀਰ ਨੇ। ਹੁਣ ਇਹਨੂੰ ਕੇਵਲ ਲੋਹਾ ਨਾ ਸਮਝਿਓ, ਦਸਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ ਜੀ। ਰੋਜ਼ ਆਪ ਜੀ ਚੌਪੀ ਸਾਹਿਬ ਦਾ ਪਾਠ ਕਰਦੇ ਹੋ, ਸਤਿਗੁਰੂ ਜੀ ਨੇ ਬਚਨ ਉਚਾਰਿਆ, ਖੜਗ ਕੇਤ ਮੈਂ ਸਰਣ ਤਿਹਾਰੀ। ਪਰਮੇਸ਼ਰ ਨੂੰ ਕੀ ਆਖਿਆ ਜੀ? ਖੜਗ ਕੇਤ। ਖੜਗ ਨਾਮ ਤਲਵਾਰ ਦਾ, ਕੇਤ ਕਿਹਨੂੰ ਕਹਿੰਦੇ ਜੀ? ਝੰਡੇ ਨੂੰ, ਨਿਸ਼ਾਨ ਸਾਹਿਬ। ਇਹ ਕੇਤ ਹੈ, ਨਿਸ਼ਾਨ ਸਾਹਿਬ ਇਹਨੂੰ ਝੰਡਾ ਕਹਿ ਦਿੱਤਾ ਗਿਆ। ਇਹਦੇ ਉੱਪਰ ਚਿੰਨ੍ਹ ਕੀ ਹੈ ਜੀ? ਤਲਵਾਰ ਦਾ, ਖੜਗ ਨਾਮ ਤਲਵਾਰ ਦਾ। ਹੇ ਅਕਾਲ ਪੁਰਖ ਤੇਰੀ ਸ਼ਰਨ ਵਿੱਚ ਮੈਂ ਆਇਆ। ਕਿਸ ਅਕਾਲ ਪੁਰਖ ਦੇ? ਚਿੰਨ੍ਹ ਦੱਸਿਆ, ਜਿਸ ਦੇ ਨਿਸ਼ਾਨ ਦੇ ਉੱਪਰ ਤੇਗ ਦਾ ਚਿੰਨ੍ਹ ਹੈ, ਉਸ ਅਕਾਲ ਪੁਰਖ ਦੀ ਮੈਂ ਸ਼ਰਨ ਵਿੱਚ ਆਇਆ। ਖੜਗ ਕੇਤ ਮੈਂ ਸ਼ਰਨ ਤਿਹਾਰ। ਫਿਰ ਇੱਕ ਚੌਪੀ ਸਾਹਿਬ ਦੇ ਵਿੱਚ ਬਚਨ ਆਉਂਦਾ ਜੀ, ਸ੍ਰੀ ਅਸ ਧੁਜ ਜੂ ਕਰੀਏ ਹੋਰ ਅੱਛਾ। ਅਸ ਧੁਜ ਕਿਹਨੂੰ ਕਹਿੰਦੇ ਨੇ? ਖੜਗ ਕੇਤ ਨੂੰ। ਆਸ ਨਾਮ ਤਲਵਾਰ ਦਾ, ਧੁਜ ਨਾਮ ਝੰਡੇ ਦਾ। ਖੜਗ ਕੇਤ ਅਸ ਧੁਜ ਸ਼ਬਦ ਇਹਨਾਂ ਦੇ ਭਾਵੇਂ ਅੱਖਰ ਵੱਖਰੇ ਵੱਖਰੇ ਨੇ, ਉਚਾਰਨ ਵੱਖਰਾ ਵੱਖਰਾ, ਅਰਥ ਕੋਈ ਨੇ। ਆਸ ਨਾਮ ਤਲਵਾਰ ਦਾ, ਜਿਸ ਦੇ ਝੰਡੇ ਉੱਪਰ ਤਲਵਾਰ ਦਾ ਚਿੰਨ੍ਹ ਹੈ, ਉਹਨੂੰ ਆਸ ਧੁਜ ਕਹਿੰਦੇ ਨੇ। ਤੇ ਹੇ ਆਸ ਧੁਜ ਅਕਾਲ ਪੁਰਖ ਪਰਮੇਸ਼ਰ ਜੀ, ਕਿਰਪਾ ਕਰੋ, ਆਪ ਸਾਡੀ ਰੱਖਿਆ ਕਰੋ, ਅਸੀਂ ਤੁਹਾਡੀ ਸ਼ਰਨ ਆਏ ਆ। ਤਾਂ ਗੁਰੂ ਸਾਹਿਬ ਜੀ ਨੇ ਉਹ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਸ਼ਸਤਰ ਹੈ, ਉਹ ਆਪਣੇ ਖਾਲਸੇ ਪੰਥ ਨੂੰ ਦੇ ਦਿੱਤੀ ਹੈ। ਇੱਕ ਵਿਦਵਾਨ ਨੇ ਬੜਾ ਪਿਆਰਾ ਬਚਨ ਲਿਖਿਆ, ਕਹਿੰਦੇ ਦੁਨੀਆ ਵਿੱਚ ਸ਼ਸਤਰ ਬੜੇ ਲੋਕਾਂ ਨੇ ਧਾਰੇ ਤੇ ਜ਼ੁਲਮ ਕੀਤਾ, ਜੇ ਸ਼ਸਤਰਾਂ ਨੂੰ ਕਿਸੇ ਨੇ ਸਫਲ ਕੀਤਾ ਹੈ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਨੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਸ਼ਸਤਰਾਂ ਦੀ ਵਰਤੋਂ ਕੀਤੀ ਹੈ। ਸ਼ਸਤਰ ਦੁਨੀਆ ਧਾਰਦੀ ਸੀ, ਸੰਸਾਰ ਦੇ ਜੀਵ ਧਾਰਦੇ ਸਨ, ਪਰ ਮਹਾਰਾਜ ਸ਼ਸਤਰ ਸਫਲ ਤੁਸਾਂ ਨੇ ਕੀਤੇ ਨੇ, ਜਿਨ੍ਹਾਂ ਨੂੰ ਧਾਰ ਕੇ ਆਪ ਜੀ ਨੇ ਮਜ਼ਲੂਮਾਂ ਦੀ ਰੱਖਿਆ ਮਹਾਰਾਜ ਜੀ ਕੀਤੀ ਹੈ। ਪੁਰਾਤਨ ਸਮੇਂ ਦੇ ਵਿੱਚ ਜਿਹੜੇ ਰਿਸ਼ੀ ਮੁਨੀ ਹੁੰਦੇ ਸਨ, ਉਹਨਾਂ ਨੂੰ ਆਪਣੀ ਰੱਖਿਆ ਦੇ ਲਈ ਰਾਜਿਆਂ ਕੋਲ ਜਾਣਾ ਪੈਂਦਾ ਸੀ। ਜਦੋਂ ਲੋੜ ਪਈ, ਸ੍ਰੀ ਰਾਮਚੰਦਰ ਜੀ ਦੇ ਪਾਸ ਰਿਸ਼ੀ ਮੁਨੀ ਆਉਂਦੇ ਨੇ, ਮਹਾਰਾਜ ਸਾਡੇ ਨਾਲ ਚੱਲੋ, ਸਾਡੀ ਰੱਖਿਆ ਕਰੋ। ਉਹ ਨਾਲ ਜਾਂਦੇ ਨੇ, ਤੀਰਾਂ ਦੇ ਨਾਲ ਦੈਂਤਾਂ ਨੂੰ ਵਿੰਨ ਸੁੱਟਦੇ ਨੇ। ਔਰ ਵੇਖੋ ਮਰਿਆਦਾ ਕਿਸ ਤਰੀਕੇ ਨਾਲ ਚੱਲਦੀ ਸੀ। ਰਿਸ਼ੀ ਆਪਣੀ ਰੱਖਿਆ ਲਈ ਰਾਜਿਆਂ ਕੋਲ ਜਾਂਦੇ ਨੇ, ਰਾਜੇ ਬ੍ਰਹਮ ਗਿਆਨ ਦੀ ਦਾਤ ਲੈਣ ਵਾਸਤੇ ਰਿਸ਼ੀਆਂ ਦੇ ਕੋਲ ਆਉਂਦੇ ਵੀ ਸਾਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰੋ। ਤੇ ਗੁਰੂ ਸਾਹਿਬ ਜੀ ਨੇ ਕੀ ਕੀਤਾ? ਦਸਵੇਂ ਪਾਤਸ਼ਾਹ ਨੇ ਕਹਿੰਦੇ, ਸਾਧ ਮੈਂ ਨਾ ਸ਼ੇਰਪਨ, ਸ਼ੇਰ ਮੈਂ ਨਾ ਸਾਧਪਨ,
ਦੋਹੂਪਨ ਦੇਖੀਆ ਤੇ ਆਪ ਹੀ ਕੇ ਮੱਗ ਮੈਂ। ਸਾਧੂ ਸ਼ੇਰ ਨਹੀਂ ਹੁੰਦਾ, ਸ਼ੇਰ ਸਾਧੂ ਨਹੀਂ ਹੁੰਦਾ। ਸ਼ੇਰ ਦਾ ਸੁਭਾਅ ਖੰਖਾਰੂ ਹੁੰਦਾ ਜੀ, ਪਰ ਦਲੇਰ ਹੁੰਦਾ। ਖੰਖਾਰੂ ਜ਼ਰੂਰ ਹੁੰਦਾ ਪਰ ਦਲੇਰ ਹੁੰਦਾ। ਉਹ ਜਿਹੜਾ ਗੁਣ ਹੈ ਨਾ ਗੁਰੂ ਸਾਹਿਬ ਨੇ ਦਲੇਰੀ ਦਾ, ਉਹ ਪੰਥ ਨੂੰ ਦਿੱਤਾ ਆਪਣੇ ਨੂੰ। ਸਾਧੂ ਵਿੱਚ ਸ਼ੇਰਪਣਾ ਨਹੀਂ ਹੁੰਦਾ, ਉਹ ਸਾਧੂ ਸੁਭਾਅ ਹੁੰਦਾ। ਸਾਧ ਮੈਂ ਨਾ ਸ਼ੇਰਪਣ, ਸ਼ੇਰ ਮੈਂ ਨਾ ਸਾਧਪਣ। ਸ਼ੇਰ ਸਾਧੂ ਨਹੀਂ ਹੁੰਦਾ ਤੇ ਸਾਧੂ ਸ਼ੇਰ ਨਹੀਂ ਹੁੰਦਾ। ਪਰ ਕਹਿੰਦੇ ਮਹਾਰਾਜ ਜਦੋਂ ਤੁਹਾਡੇ ਪੰਥ ਵੱਲ ਝਾਤੀ ਮਾਰੀ ਦੀ ਹੈ, ਇਹਦੇ ਵਿੱਚ ਸੰਤ ਵੀ ਨੇ ਤੇ ਸਿਪਾਹੀ ਵੀ ਨੇ। ਤੁਹਾਡੇ ਪੰਥ ਦੇ ਵਿੱਚ ਸੰਤ ਵੀ ਨੇ, ਸਿਪਾਹੀ ਵੀ ਨੇ, ਸਾਧੂ ਵੀ ਨੇ ਤੇ ਸ਼ੇਰ ਵੀ ਨੇ। ਇਹ ਦੋ ਸੁਭਾਅ ਗੁਰੂ ਸਾਹਿਬ ਨੇ ਇੱਕ ਜਗ੍ਹਾ ਤੇ ਰੱਖ ਦਿੱਤੇ। ਹਾਲਾਂਕਿ ਪਾਣੀ ਤੇ ਅੱਗ ਦਾ ਮੇਲ ਕੋਈ ਨਹੀਂ, ਪਰ ਕਰਤੇ ਨੇ ਇੱਕ ਕੌਤਕ ਵਰਤਾ ਦਿੱਤਾ ਹੈ। ਜਿਹੜਾ ਸਮੁੰਦਰ ਹੁੰਦਾ ਨਾ, ਸਮੁੰਦਰ ਦੇ ਵਿੱਚ ਉਹਨੇ ਅੱਗ ਵੀ ਪੈਦਾ ਕੀਤੀ ਹੋਈ ਹੈ। ਸਮੁੰਦਰ ਦੇ ਅੰਦਰ ਇੱਕ ਸਮੁੰਦਰ ਦੀ ਅਗਨ ਹੁੰਦੀ ਹੈ। ਉਹ ਕੀ ਕਰਦੀ? ਸਮੁੰਦਰ ਦੇ ਪਾਣੀ ਨੂੰ ਸਾੜਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਤੇ ਬਚਨ ਜਿਹੜਾ ਉਚਾਰਨ ਕੀਤਾ ਵੀ 999 ਨਦੀਆਂ ਗੰਗਾ ਵਿੱਚ ਸਮਾ, ਗੰਗਾ ਦਾ ਰੂਪ ਹੋ ਉਹ ਸਮੁੰਦਰ ਵਿੱਚ ਜਾ ਪੈਂਦੀਆਂ ਨੇ। ਜਿਸ ਹਿਸਾਬ ਨਾਲ ਦੁਨੀਆ ਭਰ ਦਾ ਪਾਣੀ ਸਮੁੰਦਰਾਂ ਵਿੱਚ ਜਾਂਦਾ ਹੈ, ਸਮੁੰਦਰ ਤਾਂ ਉਛਲ ਜਾਣ। ਪਰ ਕਰਤੇ ਪੁਰਖ ਨੇ ਉਹਨੂੰ ਵੀ ਬੈਲੈਂਸ ਬਣਾਉਣ ਵਾਸਤੇ ਨਾ ਸਮੁੰਦਰ ਤੇ ਉਹਦੇ ਅੰਦਰ ਵੀ ਜਵਾਰ ਭਾਟਾ ਪੈਦਾ ਕਰ ਦਿੱਤਾ। ਉਹ ਅਗਨ ਜਿਹੜੀ ਹੁੰਦੀ ਹੈ ਨਾ ਸਮੁੰਦਰ ਦੇ ਪਾਣੀ ਨੂੰ ਸਾੜਦੀ ਰਹਿੰਦੀ, ਸਾੜਦੀ ਰਹਿੰਦੀ। ਉਹਦੇ ਨੇੜੇ ਤੇੜੇ ਜਹਾਜ਼ ਵੀ ਨਹੀਂ ਲੰਘਦੇ। ਵੇਖੋ ਅਕਾਲ ਪੁਰਖ ਦੀ ਕੈਸੀ ਖੇਡ ਹੈ। ਉੱਥੇ ਉਹਨੇ ਅਗਨ ਤੇ ਪਾਣੀ ਦੋਹਾਂ ਨੂੰ ਇੱਕ ਥਾਂ ਰੱਖ ਦਿੱਤਾ। ਤੇ ਗੁਰੂ ਕਲਗੀਧਰ ਜੀ ਨੇ ਸੰਤ ਤੇ ਸਿਪਾਹੀ ਵੀ ਇੱਕ ਥਾਂ ਤੇ ਹੀ ਰੱਖ ਦਿੱਤਾ ਹੈ। ਹਾਲਾਂਕਿ ਮੇਲ ਕੋਈ ਨਹੀਂ ਦੋਨਾਂ ਦਾ, ਸ਼ੇਰ ਤੇ ਸਾਧੂ ਦਾ, ਸੰਤ ਤੇ ਸਿਪਾਹੀ ਦਾ ਮੇਲ ਕੋਈ ਨਹੀਂ ਆਪਸ ਵਿੱਚ। ਪਰ ਗੁਰੂ ਦਸਵੇਂ ਪਾਤਸ਼ਾਹ ਨੇ ਦੋਨਾਂ ਨੂੰ ਇੱਕ ਥਾਂ ਤੇ ਰੱਖ ਦਿੱਤਾ। ਸੰਤ ਵੀ ਬਣਾ ਦਿੱਤਾ ਤੇ ਸਿਪਾਹੀ ਵੀ ਸਾਨੂੰ ਬਣਾ ਦਿੱਤਾ ਹੈ। ਤੇਗ ਵੀ ਗਾਤਰੇ ਦੇ ਵਿੱਚ ਹੈ, ਇਹ ਯੋਧਾ ਵੀ ਹੈ ਤੇ ਸੁਭਾਅ ਕਰਕੇ ਸੰਤ ਵੀ ਦਇਆ ਦਾ ਸਾਗਰ ਹੈ। ਇੱਕ ਗੁਰਸਿੱਖ ਹੋਏ ਨੇ ਜੀ ਭਾਈ ਤਾਰੂ ਪੋਪਟ ਜੀ, ਸਭ ਤੋਂ ਪਹਿਲਾ ਸਿੱਖ ਇਤਿਹਾਸ ਦਾ ਸ਼ਹੀਦ ਜਿਹੜਾ ਹੋਇਆ। ਬਾਬਰ ਨੇ ਲਾਹੌਰ ਨੂੰ ਅੱਗ ਲਾਈ, ਜਦੋਂ ਆ ਕੇ ਘਰ ਸਾੜ ਦਿੱਤੇ ਲੋਕਾਂ ਦੇ। ਉਹ ਕੱਲਾ ਜਾਣਾ ਪਾਣੀ ਲੈਂਦਾ ਤੇ ਅੱਗ ਬੁਝਾਉਣ ਦਾ ਯਤਨ ਕਰਦਾ ਵੀ ਅੱਗ ਬੁਝ ਜਾਏ। ਮੁਗਲ ਕਹਿਣ ਲੱਗੇ ਵੀ ਤੇਰੇ ਬੁਝਾਇਆ ਅੱਗ ਬੁਝ ਜਾਏਗੀ? ਉਹ ਆਖਣ ਲੱਗਾ ਜੀ ਅੱਗ ਬੁਝੇ ਚਾਹੇ ਨਾ ਬੁਝੇ, ਮੈਂ ਆਪਣਾ ਫਰਜ਼ ਨਿਭਾ ਰਿਹਾ। ਕਿਉਂ? ਮੈਨੂੰ ਮਾਣ ਇਸ ਗੱਲ ਦਾ ਹੈ ਵੀ ਮੈਂ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਹਾਂ, ਮੈਂ ਅੱਗ ਬੁਝਾਉਣ ਵਾਲਿਆਂ ਵਿੱਚ ਹਾਂ। ਮੈਨੂੰ ਇਸ ਗੱਲ ਦਾ ਮਾਣ ਹੈ। ਤੁਸੀਂ ਅੱਗ ਲਾਉਣ ਵਾਲਿਆਂ ਵਿੱਚ ਹੋ, ਮੈਂ ਅੱਗ ਬੁਝਾਉਣ ਵਾਲਿਆਂ ਵਿੱਚ ਹਾਂ। ਮੇਰੇ ਪਾਣੀ ਸੁੱਟਿਆ ਅੱਗ ਬੁਝੇ ਨਾ ਬੁਝੇ, ਪਰ ਨਾ ਤਾਂ ਇਸ ਵਿੱਚ ਆਏਗਾ ਨਾ ਵੀ ਮੈਂ ਅੱਗ ਬੁਝਾਉਣ ਵਾਲਿਆਂ ਵਿੱਚੋਂ ਸੀ, ਲਾਉਣ ਵਾਲਿਆਂ ਵਿੱਚੋਂ ਨਹੀਂ ਸੀ। ਗੁਰੂ ਸਾਹਿਬ ਨੇ ਸਾਨੂੰ ਉਹ ਬਣਾਇਆ ਜਿਹੜੇ ਸਿੱਖ ਅੱਗ ਲਾਉਣ ਵਾਲਿਆਂ ਵਿੱਚੋਂ ਨਹੀਂ, ਬੁਝਾਉਣ ਵਾਲਿਆਂ ਵਿੱਚੋਂ ਨੇ। ਇਹ ਸੁਭਾਅ ਮਹਾਰਾਜ ਨੇ ਸਾਡਾ ਐਸਾ ਬਣਾਇਆ। ਉਸ ਸਿੱਖ ਨੂੰ ਮੁਗਲਾਂ ਨੇ ਪਕੜ ਕੇ ਅੱਗ ਦੇ ਵਿੱਚ ਸੁੱਟ ਦਿੱਤਾ। ਉਹ ਸਿੱਖ ਸਭ ਤੋਂ ਪਹਿਲਾ ਸ਼ਹੀਦ ਸਿੱਖ ਹਿਸਟਰੀ ਦਾ ਹੋਇਆ ਭਾਈ ਤਾਰੂ, ਲਾਹੌਰ ਦਾ ਰਹਿਣ ਵਾਲਾ ਸਿੱਖ। ਗੁਰੂ ਨਾਨਕ ਸਾਹਿਬ ਦੇ ਸਮੇਂ ਜਿਹਨੂੰ ਬਾਬਰ ਦੀ ਫੌਜ ਨੇ ਮਾਰਿਆ, ਤਾਂ ਗੁਰਮੁਖਾਂ ਨੇ ਹੁਕਮ ਕੀਤਾ ਸੀ ਕੁਝ ਨਿਹੰਗ ਸਿੰਘਾਂ ਬਾਰੇ ਬੇਨਤੀ ਕਰਨੀ ਹੈ। ਸਮਾਂ ਆਪਣੀ ਮੰਜ਼ਿਲ ਬੜੀ ਛੇਤੀ ਪਹੁੰਚ ਗਿਆ ਹੈ, ਅਜੇ ਤਾਂ ਕੁਝ ਵਿਚਾਰਾਂ ਸਾਂਝੀਆਂ ਕਰਨ ਵਾਲੀਆਂ ਰਹਿੰਦੀਆਂ ਨੇ। ਗੁਰੂ ਦਸਵੇਂ ਪਾਤਸ਼ਾਹ ਜੀ ਨੇ ਪੰਥ ਦੀ ਸਿਰਜਣਾ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਸਨ ਤੇ ਜਮਨਾ ਦੇ ਨਜ਼ਦੀਕ ਬਾਬਾ ਜੀ ਫੌਜ ਲੈ ਕੇ ਗਏ, ਘੋੜਿਆਂ ਦੀ ਸੇਵਾ ਕੀਤੀ, ਫੌਜ ਨੂੰ ਸੰਭਾਲਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਚੌਂਕੀਆਂ ਕੱਢੀਆਂ। ਜਿਹੜੀ ਅੱਜ ਵੀ ਚੌਂਕੀ ਬਾਬਾ ਜੀ ਦੇ ਨਾਮ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਲਦੀ, ਜਦੋਂ ਚੌਂਕੀ ਆਉਂਦੀ ਹੈ ਜੀ ਸੱਚਖੰਡ ਹਰਿਮੰਦਰ ਸਾਹਿਬ, ਤੇ ਕੀਰਤਨ ਜਿਹੜਾ ਉਸ ਵਕਤ ਸਮਾਪਤ ਕਰ ਦਿੱਤਾ ਜਾਂਦਾ ਜਦੋਂ ਦਰਵਾਜ਼ੇ ਤੇ ਚੌਂਕੀ ਪਹੁੰਚਦੀ ਹੈ। ਤਾਂ ਉਹ ਚੌਂਕੀਆਂ ਲਈ ਅਰਦਾਸ ਵੀ ਆਪਾਂ ਰੋਜ਼ ਕਰਦੇ ਹਾਂ। ਚੌਂਕੀਆਂ ਝੰਡੇ, ਚੌਂਕੀ ਇਹਨੂੰ ਕਹਿੰਦੇ ਨੇ ਨਾ। ਇੱਕ ਸਵੇਰੇ ਆਸਾ ਦੀ ਵਾਰ ਦੀ ਚੌਂਕੀ ਹੁੰਦੀ ਆ, ਉਹ ਨਹੀਂ ਉਹ ਸਿਰ ਘੁਮਾਉਣ ਵਾਲੇ ਜਿਹੜੇ ਅੱਜ ਕੱਲ੍ਹ ਇੱਦਾਂ ਦੇ ਵੀ ਚੌਂਕੀਆਂ ਦੇਣ ਵਾਲੇ ਬੜੇ ਨੇ। ਇੱਦਾਂ ਦੀਆਂ ਚੌਂਕੀਆਂ ਵੀ ਬੜੀਆਂ ਚੱਲਦੀਆਂ ਨੇ। ਉਹ ਕੋਈ ਚੌਂਕੀਆਂ ਨਹੀਂ ਹੁੰਦੀਆਂ। ਤੁਸੀਂ ਸੰਤ ਹਰਦੇਵ ਸਿੰਘ ਹੋਰਾਂ ਦਾ ਨਾਂ ਸੁਣਿਆ ਹੋਣਾ, ਲੂਲੋ ਵਾਲੇ ਮਹਾਂਪੁਰਖ ਬੜੇ ਵਿਚਰਦੇ ਹੁੰਦੇ ਇਹਨਾਂ ਇਲਾਕਿਆਂ ਵਿੱਚ, ਵਿਦਵਾਨ ਵੀ ਬੜੇ ਸਨ ਉਹ ਮਹਾਂਪੁਰਖ।
ਉਹ ਇੱਕ ਵਾਰ ਸੁਣਾਉਣ, ਕਹਿੰਦੇ ਜੀ ਕੋਈ ਆਖੇ ਜੀ ਮੇਰੇ 'ਚ ਸ਼ਹੀਦ ਸਿੰਘ ਆ ਗਿਆ। ਕਹਿੰਦੇ ਅੱਜ ਕੱਲ੍ਹ ਜਿਵੇਂ ਆਦਤ ਹੁੰਦੀ ਹੈ, ਸ਼ਹੀਦ ਸਿੰਘ ਨੂੰ ਤਾਂ ਬੰਦੇ ਨੇ ਖੇਡ ਸਮਝ ਲਈ ਹੈ। ਸ਼ਹੀਦ ਸਿੰਘ, ਇੱਕ ਸ਼ਹੀਦ ਸਿੰਘ ਦੀ ਇੰਨੀ ਤਾਕਤ ਹੈ, ਉਹ ਸਾਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ। ਇਹ ਪਰਮੇਸ਼ਰ ਦੀ ਸ਼ਕਤੀ ਹੈ। 96 ਕਰੋੜ ਉਹਨਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 5000 ਖਾਸ ਗੁਰੂ ਕਲਗੀਧਰ ਜੀ ਦਾ ਪਹਿਰਾ ਦਿੰਦੇ ਨੇ। ਇਤਿਹਾਸ ਦੇ ਬਚਨ ਨੇ 5000 ਖਾਸ ਜਿਹੜੇ ਨੇ ਉਹ ਗੁਰੂ ਕਲਗੀਧਰ ਜੀ ਦਾ ਪਹਿਰਾ ਦਿੰਦੇ, ਗੁਰੂ ਨਾਨਕ ਸਾਹਿਬ ਦੇ ਦਰਬਾਰ ਦਾ ਪਹਿਰਾ ਦਿੰਦੇ ਨੇ। ਆਖਿਆ ਜੀ ਸ਼ਹੀਦ ਸਾਡੇ ਵਿੱਚ ਆ ਗਏ, ਉਹ ਸ਼ਹੀਦ ਸਰੀਰ ਵਿੱਚ ਕਿਉਂ ਵੜੇਗਾ? ਉਹ ਤਾਂ ਮੁਕਤ ਹੈ, ਸਰੀਰ ਵਿੱਚ ਕਿਉਂ ਆਵੇਗਾ? ਉਹਨਾਂ ਨੇ ਨਾ ਫਿਰ ਇੱਕ ਵਿਅੰਗਮਈ ਗੱਲ ਜੀ ਦੱਸੀ। ਕਹਿੰਦੇ ਜਿਹੜੇ ਇਹ ਕਹਿੰਦੇ ਨੇ ਨਾ ਵੀ ਸਾਡੇ ਵਿੱਚ ਸ਼ਹੀਦ ਆ ਗਏ ਨੇ, ਕਹਿੰਦੇ ਇਹ ਸਮਝਿਆ ਕਰੋ ਵੀ ਉਹਨਾਂ ਦੇ ਅੰਦਰ ਨਾ ਹਲਦੀ ਰਾਮ ਦੇ ਗੁਲਾਬ ਜਾਮਣ ਫਿਰਦੇ ਨੇ। ਸ਼ਹੀਦ ਕਿੱਥੇ ਆਣੇ? ਕਹਿੰਦੇ ਸਰੀਰ ਦੇ ਵਿੱਚ ਉਹਨਾਂ ਦੇ ਅੰਦਰ ਉਹ ਲੱਡੂ ਫੁੱਟਦੇ ਹੋਣੇ ਉਹਨਾਂ ਦੇ ਅੰਦਰ। ਇਹ ਜਿਹੜੇ ਇੱਦਾਂ ਸਿਰ ਘਮਾਉਣ ਵਾਲੇ, ਚੌਂਕੀਆਂ ਦੇਣ ਵਾਲੇ ਨੇ, ਇਹਨਾਂ ਤੋਂ ਬਚੋ। ਪਰਮੇਸ਼ਰ ਦੇ ਲੜ ਲੱਗੋ, ਗੁਰੂ ਸਾਹਿਬ ਦੇ ਲੜ ਲੱਗੀਏ, ਅਕਾਲ ਪੁਰਖ ਦੇ ਲੜ ਲੱਗੀਏ। ਬੰਦਗੀ ਕਰਨਾ ਸਾਡਾ ਧਰਮ ਹੈ ਜੀ, ਸਰਵ ਸ੍ਰੇਸ਼ਟ। ਮੈਂ ਮਹਾਰਾਜ ਸਤਿਗੁਰੂ ਜੀ ਕਹਿੰਦੇ ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਸ਼੍ਰੋਮਣੀ ਕਰਮ ਹੈ। ਕੋਈ ਬੰਦਾ ਕਿਸੇ ਦੀ ਕਿਸਮਤ ਨਹੀਂ ਬਦਲ ਸਕਦਾ। ਜੇ ਦੁਖੀ ਆ ਤਾਂ ਕੋਈ ਸਾਡਾ ਦੁੱਖ ਨਹੀਂ ਬਦਲ ਸਕਦਾ। ਬਸ ਇੰਨਾ ਕੁ ਸਮਝ ਲਓ, ਜੋ ਦੁੱਖ ਚੱਲ ਰਿਹਾ ਨਾ ਉਹ ਕੱਟਿਆ ਜਾ ਰਿਹਾ। ਦਵਾਈ ਖਾਣੀ ਸ਼ੁਰੂ ਕਰ ਦਿਓ। ਜਿਵੇਂ ਸਰੀਰ ਰੋਗੀ ਹੁੰਦਾ ਨਾ ਆਪਣਾ ਜੀ, ਆਪਾਂ ਕੀ ਕਰਨੇ ਆ? ਦਵਾਈ ਖਾਂਦੇ ਆ। ਸਾਨੂੰ ਪਤਾ ਵੀ ਦਵਾਈ ਖਾ ਰਹੇ ਆ, ਰੋਗ ਹੌਲੀ ਹੌਲੀ ਆਪੇ ਠੀਕ ਹੋ ਜਾਣਾ। ਦੁੱਖ ਚੱਲਦਾ ਹੈ, ਇਹ ਸਮਝ ਲਓ ਕਿ ਇਹ ਦੁੱਖ ਸਾਡੇ ਤੇ ਆਇਆ ਹੈ, ਇਹਦੀ ਦਵਾ ਮੈਂ ਗੁਰੂ ਕੋਲੋਂ ਲੈ ਕੇ ਨਾਮ ਦੀ ਛਕਣੀ ਹੈ। ਇਹਨੇ ਆਪਣੇ ਆਪ ਹੌਲੀ 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 ਠੀਕ ਹੋਣਾ ਸ਼ੁਰੂ ਹੋ ਜਾਣਾ। ਕਿਉਂਕਿ ਜਿਹੜਾ ਬੀਜ ਆਪਾਂ ਬੀਜ ਲਿਆ ਨਾ ਦੁੱਖ ਦਾ, ਉਹ ਅਸੀਂ ਖਾ ਰਹੇ ਹਾਂ। ਬਸ ਨਵਾਂ ਬੀਜ, ਚੰਗਾ ਬੀਜ ਦਿਓ, ਉਹਨੇ ਆਪੇ ਠੀਕ ਹੋ ਜਾਣਾ ਹੈ। ਦਵਾਈ ਖਾ ਲਈਏ, ਰੋਗ ਆਪੇ ਠੀਕ ਹੋ ਜਾਂਦਾ। ਤਾਂ ਜਦੋਂ ਅਰਦਾਸ ਕਰਾਉਂਦੇ ਆ ਨਾ ਗੁਰੂ ਸਾਹਿਬ ਦੇ ਚਰਨਾਂ ਵਿੱਚ, ਇਕੱਲੀ ਅਰਦਾਸ ਕਰਕੇ ਨਾ ਆਪਾਂ ਭੁੱਲ ਜਾਂਦੇ ਆ ਮੁੜ ਕੇ। ਮੈਂ ਬੜੀਆਂ ਅਰਦਾਸਾਂ ਕਰਾਈਆਂ ਜੀ, ਪੂਰੀ ਨਹੀਂ ਹੋਈ। ਅਰਦਾਸ ਤੋਂ ਬਾਅਦ ਬਾਣੀ ਪੜ੍ਹਨੀ ਵਧਾ ਦਿਓ। ਅਰਦਾਸ ਤੋਂ ਬਾਅਦ ਨਿਤਨੇਮ ਵਧਾ ਦਿਓ, ਸਿਮਰਨ ਵਧਾ ਦਿਓ, ਮੂਲ ਮੰਤਰ ਦਾ ਜਾਪ ਕਰ ਲਓ, ਕੋਈ ਵੀ ਬਾਣੀ ਪੜ੍ਹ ਲਓ। ਆਪਣੇ ਆਪ ਹੀ ਵੇਖੋ ਸਾਰਾ ਕੁਝ ਸਿੱਧਾ ਪੱਧਰਾ ਹੋਣਾ ਸ਼ੁਰੂ ਹੋ ਜਾਏਗਾ। ਜਦੋਂ ਕਹਿੰਦੇ ਆ ਜੀ ਅਰਦਾਸ ਕਰਾਈ ਪੂਰੀ ਨਹੀਂ ਹੋਈ, ਉਹ ਤਾਂ ਨਹੀਂ ਪੂਰੀ ਹੋਈ ਕਿਉਂਕਿ ਦਵਾਈ ਤਾਂ ਲੈ ਲਈ ਪਰ ਖਾਧੀ ਨਹੀਂ ਆਪਾਂ। ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਉਦਾਹਰਣ ਵੀ ਦਿੱਤਾ ਆਪਣੇ ਕਵਿਤ ਸਵਈਆਂ ਵਿੱਚ, ਵੀ ਡਾਕਟਰ ਕੋਲ ਜਾਂਦਾ ਹੈ, ਦਵਾਈ ਵੀ ਲੈ ਲੈਂਦਾ ਹੈ, ਪਹਿਲੀ ਗੱਲ ਤਾਂ ਖਾਂਦਾ ਨਹੀਂ, ਜੇ ਖਾਂਦਾ ਫਿਰ ਸੰਜਮ ਨਹੀਂ ਰੱਖਦਾ। ਆਪਾਂ ਦਵਾਈ ਲੈ ਲਈਏ, ਨਾ ਖਾਈਏ, ਕਿਵੇਂ ਠੀਕ ਹੋਵਾਂਗੇ? ਪਰ ਦਵਾਈ ਨਾਲ ਸੰਜਮ ਰੱਖਣਾ ਵੀ ਤਾਂ ਜ਼ਰੂਰੀ ਹੈ ਨਾ ਜੀ। ਜੇ ਆਪਾਂ ਇੱਕ ਪਾਸੇ ਦਵਾਈ ਵੀ ਖਾ ਲਈ, ਬਾਣੀ ਵੀ ਪੜ੍ਹਨ ਲੱਗ ਗਏ, ਪਰ ਮਾੜਾ ਸੁਭਾਅ ਨਾ ਛੱਡਿਆ, ਗੱਲ ਫਿਰ ਵੀ ਨਹੀਂ ਬਣਨੀ। ਮਾੜਾ ਸੁਭਾਅ ਛੱਡਣਾ ਪਏਗਾ। ਜੇ ਝੂਠ ਬੋਲਦੇ ਆ ਉਹ ਛੱਡਣਾ ਪਏਗਾ। ਨਿੰਦਿਆ ਚੁਗਲੀ ਕਰਦੇ ਆ, ਮਾੜੀ ਸੰਗਤ ਕਰਦੇ ਆ, ਇਹ ਚੀਜ਼ਾਂ ਛੱਡ ਦਈਏ। ਬਾਣੀ ਦਾ ਜਿਹੜਾ ਸਤਿਗੁਰਾਂ ਨੇ ਅੰਮ੍ਰਿਤ ਦਿੱਤਾ ਨਾ, ਉਹਦੇ ਵਿੱਚ ਚੁੱਭੀਆਂ ਮਾਰੀਏ, ਵੇਖੋ ਫਿਰ ਕੋਈ ਦੁੱਖ ਰੋਗ ਸਾਡਾ ਰਹਿਣਾ ਹੀ ਨਹੀਂ। ਤੋ ਚੌਂਕੀਆਂ ਦਾ ਭਾਵ ਕੀ ਹੈ ਜੀ? ਅੰਮ੍ਰਿਤ ਵੇਲੇ ਚੌਂਕੀ ਹੁੰਦੀ ਹੈ ਆਸਾ ਦੀ ਵਾਰ ਦੀ, ਇਸ ਤੋਂ ਪਹਿਲਾਂ ਚੌਂਕੀ ਹੁੰਦੀ ਚਰਨ ਕਮਲ ਦੀ। ਵੈਸੇ ਤਾਂ 2:30 ਪਹਿਰ ਦੀ ਚੌਂਕੀ ਹੁੰਦੀ ਹੈ ਜੀ ਅੰਮ੍ਰਿਤ ਵੇਲੇ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਸਾ ਜੀ ਦੀ ਵਾਰ ਤੋਂ ਪਹਿਲਾਂ ਕੀਰਤਨ ਹੁੰਦਾ ਹੈ ਨਾ ਜੀ, ਉਹ ਅੰਮ੍ਰਿਤ ਵੇਲੇ ਦੀ ਚੌਂਕੀ ਹੁੰਦੀ ਹੈ, ਸ੍ਰੀ ਆਸਾ ਦੀ ਵਾਰ ਦੀ ਚੌਂਕੀ। ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਫਿਰ ਬਿਲਾਵਲ ਦੀ ਚੌਂਕੀ ਹੁੰਦੀ ਹੈ, ਇੱਦਾਂ ਕਲਿਆਣ ਦੀ ਚੌਂਕੀ ਹੁੰਦੀ ਹੈ। ਸ਼ਾਮ ਨੂੰ ਰਾਗ ਆਸਾ ਦੀ ਚੌਂਕੀ ਹੁੰਦੀ, ਜਦੋਂ ਸੋਦਰ ਲੱਗਦੀ ਹੈ, ਰਹਿਰਾ ਸਾਹਿਬ ਦਾ ਪਾਠ ਹੁੰਦਾ ਹੈ, ਰਾਗ ਕਲਿਆਣ ਦੀ ਚੌਂਕੀ ਹੁੰਦੀ। ਇਹਨਾਂ ਨੂੰ ਚੌਂਕੀਆਂ ਕਹਿੰਦੇ ਨੇ। ਉਹਨਾਂ ਚੌਂਕੀਆਂ ਵਿੱਚ ਇੱਕ ਚੌਂਕੀ ਬਾਬਾ ਬੁੱਢਾ ਜੀ ਦੀ, ਜਦੋਂ ਬਾਬਾ ਜੀ ਦੀ ਚੌਂਕੀ ਆਉਂਦੀ ਹੈ ਨਾ, ਕੀਰਤਨ ਕਰਦੇ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਜਾਂਦੇ ਤੇ ਕੀਰਤਨ ਵੀ ਉਦੋਂ ਸਮਾਪਤ ਕਰ ਦਿੱਤਾ ਜਾਂਦਾ। ਤਾਂ ਸਾਹਿਬ ਜੀ ਨੇ ਉਦੋਂ ਵਰ ਦਿੱਤਾ, ਬਾਬਾ ਜੀ ਤੁਹਾਡੇ ਨਾਮ ਦੇ ਵੀ ਦਲ ਚੱਲਣਗੇ। ਜੈਸੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਨਾਮ ਦਾ ਦਲ ਪੰਥ ਚੱਲਿਆ, ਇੱਦਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਦੇ ਨਾਲ ਦਲ ਪੰਥ ਚੱਲਿਆ। ਉਹਨੂੰ ਕਹਿੰਦੇ ਜੀ ਬੁੱਢਾ ਦਲ। ਪਰ ਬੁੱਢੇ ਦਲ ਪਿੱਛੇ ਵੀ ਇੱਕ ਮਕਸਦ ਹੈ, ਇਤਿਹਾਸਕ ਜਿਹੜਾ ਪਿਛੋਕੜ ਹੈ ਨਾ, ਉਹ ਵੀ ਆਪਾਂ ਵਿਚਾਰਨਾ ਹੈ। ਗੁਰੂ ਕਲਗੀਧਰ ਜੀ ਨੇ ਅੰਮ੍ਰਿਤਪਾਨ ਕਰਾ ਕੇ ਸਿੰਘ ਤਿਆਰ ਕੀਤੇ, ਨੀਲੇ ਬਾਣੇ ਉਹਨਾਂ ਨੂੰ ਧਾਰਨ ਕਰਾ ਕੇ ਤਿਆਰ ਬਰ ਤਿਆਰ ਕੀਤਾ, ਤੇ ਸਾਹਿਬ ਨੇ ਆਖਿਆ ਵੀ ਇਹ ਮੇਰੀ ਫੌਜ ਹੈ। ਇਹ ਫੌਜ ਹੈ ਜਿਹੜੀ, ਇਹ ਨਹੀਂ ਵੀ ਇਕੱਲੇ ਨੀਲੇ ਬਾਣੇ ਵਾਲੇ ਸਨ ਸਾਰੇ ਮਹਾਰਾਜ ਕੋਲ, ਉੱਥੇ ਹਰ ਤਰ੍ਹਾਂ ਦੇ ਗੁਰਸਿੱਖ ਸਨ।
ਪਰਿਵਾਰਾਂ ਵਿੱਚ ਵਿਚਰਨ ਵਾਲੇ, ਸੇਵਾ ਕਰਨ ਵਾਲੇ, ਸਾਧੂ ਜਨ, ਗੁਰਮੁਖ ਜਨ ਹਰ ਤਰ੍ਹਾਂ ਦੇ ਸਨ। ਪਰ ਜਿਹੜੀ ਫੌਜ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਜਿਨ੍ਹਾਂ ਦਾ ਕੰਮ ਜੰਗ ਕਰਨਾ ਸੀ, ਉਹ ਸਨ ਨਿਹੰਗ ਸਿੰਘ। ਔਰ ਇਤਿਹਾਸ ਦੇ ਵਿੱਚ ਬਚਨ ਵੀ ਇਸੇ ਪ੍ਰਕਾਰ ਦੇ ਆਉਂਦੇ ਨੇ, ਨਿਕਲੇ ਸਿੰਘ ਭੁਜੰਗੀਏ ਨਿਲੰਬਰ ਧਾਰਾ। ਨਿਲੰਬਰ ਦਾ ਭਾਵ ਨੀਲ ਅੰਬਰ, ਨੀਲੇ ਰੰਗ ਦੇ ਬਸਤਰ ਜਿਨ੍ਹਾਂ ਨੇ ਧਾਰਨ ਕੀਤੇ ਹੋਏ ਨੇ, ਉਹ ਸਿੰਘ ਮਹਾਰਾਜ ਗੁਰੂ ਕਲਗੀਧਰ ਜੀ ਨੇ ਪ੍ਰਗਟ ਕੀਤੇ। ਇੱਕ ਦਿਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ, ਤਾਂ ਹੀ ਕਿਹਾ ਜਾਂਦਾ ਜੀ ਫਤਿਹ ਸਿੰਘ ਕੇ ਜਥੇ ਸਿੰਘ, ਨਿਹੰਗ ਸਿੰਘਾਂ ਨੂੰ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ ਹੈ? ਇੱਕ ਦਿਨ ਗੁਰੂ 10ਵੇਂ ਪਾਤਸ਼ਾਹ ਜੀ ਦੀਆਂ ਦਸਤਾਰਾਂ, ਚੰਨ ਜਿਹੜੇ ਤੋੜੇ ਸਨ, ਚੱਕਰ ਸਨ, ਉਹ ਸਜਾ ਲਏ ਬਾਬਾ ਜੀ ਨੇ। ਛੋਟੇ ਜਿਹੇ ਹੁੰਦੇ ਸਨ, ਸਜਾ ਕੇ ਤੇ ਮਹਾਰਾਜ ਗੁਰੂ 10ਵੇਂ ਪਾਤਸ਼ਾਹ ਦੇ ਸਾਹਮਣੇ ਆਏ ਨਾ। ਇਤਿਹਾਸਕਾਰ ਕਹਿੰਦੇ ਗੁਰਦੇਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਖਤ ਤੋਂ ਉੱਠ ਖਲੋਤੇ ਤੇ ਨਮਸਕਾਰ ਕੀਤੀ। ਕਹਿੰਦੇ ਮਹਾਂਕਾਲ ਦਾ ਸਰੂਪ ਹੈ। ਮਹਾਂਕਾਲ ਕਿਹਨੂੰ ਕਹਿੰਦੇ ਜੀ? ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ, ਉਹਨੂੰ ਮਹਾਂਕਾਲ ਅਕਾਲ ਪੁਰਖ ਕਹਿੰਦੇ ਨੇ। ਜਿਹੜਾ ਕਾਲ ਨੂੰ ਵੀ ਖਤਮ ਕਰ ਦਿੰਦਾ ਆ, ਉਹਨੂੰ ਮਹਾਂਕਾਲ ਕਹਿੰਦੇ ਨੇ। ਸਾਹਿਬ ਦਾ ਬਚਨ ਆਉਂਦਾ ਜੀ, ਮਹਾਂਕਾਲ ਕੀ ਜੇ ਸ਼ਰਨ ਪਰੇ ਸੋ ਲਏ ਬਚਾਏ। ਜਿਹੜਾ ਉਸ ਮਹਾਂਕਾਲ ਅਕਾਲ ਪੁਰਖ ਦੀ ਸ਼ਰਨ ਪੈਂਦਾ, ਉਹਨੂੰ ਬਚਾ ਲੈਂਦਾ, ਉਹਨੂੰ ਰੱਖ ਲੈਂਦਾ। ਫਿਰ ਉਹਦੇ ਨੇੜੇ ਕਾਲ ਨਹੀਂ ਆਉਂਦਾ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ। ਗੁਰੂ ਸਾਹਿਬ ਜੀ ਨੇ ਇਹ ਪੰਥ ਸਾਜਿਆ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਬਚਨ ਕੀਤਾ, ਤੁਹਾਡਾ ਵੀ ਪੰਥ ਚੱਲੇਗਾ। ਉਹ ਪੰਥ ਨਿਹੰਗ ਸਿੰਘਾਂ ਦਾ ਆ। ਬਾਬਾ ਜੀ ਲਾਡਲੇ ਸਨ, ਤਾਂ ਇਹਨਾਂ ਨੂੰ ਲਾਡਲੀਆਂ ਫੌਜਾਂ ਕਹਿੰਦੇ, ਬਾਬਾ ਫਤਿਹ ਸਿੰਘ ਸਾਹਿਬ ਜੀ ਕਰਕੇ। ਤਾਂ ਕੰਮ ਕੀ ਸੀ? ਜੰਗ ਯੁੱਧ ਕਰਨਾ। ਗੁਰੂ 10ਵੇਂ ਪਾਤਸ਼ਾਹ ਨਾਲ ਜਿਹੜੀਆਂ 14 ਜੰਗਾਂ ਲੜੀਆਂ ਗਈਆਂ, ਇਹਨਾਂ ਨਿਹੰਗ ਸਿੰਘਾਂ ਨੇ ਲੜੀਆਂ, ਕਿਉਂਕਿ ਫੌਜ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ। ਫਿਰ ਦਲ ਬਣੇ, ਇੱਕ ਬੁੱਢਾ ਦਲ ਤੇ ਇੱਕ ਤਰਡਾ ਦਲ। ਬੁੱਢਾ ਦਲ ਜਿਹਦੇ ਵਿੱਚ ਬਜ਼ੁਰਗ ਸਿੰਘ ਹੁੰਦੇ ਸਨ। ਫਿਰ ਜਿਹੜੇ ਤਰਨ ਨਾਮ ਜਵਾਨ ਦਾ, ਜਿਨ੍ਹਾਂ ਦੇ ਦਲ ਵਿੱਚ ਜਵਾਨ ਸਿੰਘ ਹੁੰਦੇ ਸਨ। ਜਿਸ ਦਲ ਵਿੱਚ ਜਵਾਨ ਸਿੰਘ ਹੋਣੇ, ਉਹਨੂੰ ਕਹਿੰਦੇ ਸੀ ਤਰਨਾ ਦਲ। ਜਿਹਦੇ ਵਿੱਚ ਬਜ਼ੁਰਗ ਸਿੰਘ ਹੋਣੇ, ਉਹਨਾਂ ਨੂੰ ਕਹਿੰਦੇ ਬੁੱਢਾ ਦਲ। ਬੁੱਢਾ ਦਲ ਨੇ ਅੰਮ੍ਰਿਤ ਛਕਾਣਾ, ਜਾ ਕੇ ਸੇਵਾ ਸੰਭਾਲਣੀ ਤਖਤਾਂ ਦੀ, ਅਸਥਾਨਾਂ ਦੀ। ਤੇ ਜਦੋਂ ਜੰਗ ਹੋਣਾ, ਫਿਰ ਲੜਨਾ ਵੀ। ਫਿਰ ਲੋੜ ਪੈਣ ਤੇ ਫਿਰ ਜਿਹੜਾ ਤਰਨਾ ਦਲ ਬਾਹਰੋਂ ਆ ਕੇ ਫਿਰ ਉਹਨਾਂ ਦੀ ਮਦਦ ਕਰਦਾ ਸੀਗਾ। ਜਦੋਂ ਹੌਲੀ ਹੌਲੀ ਦਲਾਂ ਪੰਥਾਂ ਦੇ ਵਿੱਚ ਗਿਣਤੀ ਵੱਧ ਗਈ, ਇੱਕ ਜਗ੍ਹਾ ਤੇ ਟਿਕਣਾ ਬਹੁਤ ਔਖਾ ਹੋ ਗਿਆ, ਖਰਚੇ ਵੱਧ ਗਏ। ਫਿਰ ਨਵਾਬ ਕਪੂਰ ਸਿੰਘ ਜੀ ਨੇ ਅੱਗੋਂ 5 ਮਿਸਲਾਂ ਬਣਾ ਦਿੱਤੀਆਂ। 5 ਮਿਸਲਾਂ ਤਿਆਰ ਕੀਤੀਆਂ ਉਹਨਾਂ ਨੇ। ਪਹਿਲਾਂ 5 ਮਿਸਲਾਂ, ਬਾਕੀ ਤਾਂ ਬਾਅਦ ਵਿੱਚ ਬਣੀਆਂ ਨਾ ਜੀ, 12 ਮਿਸਲਾਂ ਬਣ ਗਈਆਂ। ਪਰ ਜਦੋਂ ਮਿਸਲਾਂ ਬਣਾਈਆਂ ਗਈਆਂ ਜੀ ਅਕਾਲ ਤਖਤ ਸਾਹਿਬ ਤੋਂ, ਉਦੋਂ ਪਹਿਲਾਂ 5 ਮਿਸਲਾਂ ਬਣਾਈਆਂ ਬਾਬਾ ਜੀ ਨੇ। 5 ਮਿਸਲਾਂ ਬਣਾ ਕੇ ਉਹਨਾਂ ਨੂੰ ਨਗਾਰਾ ਨਿਸ਼ਾਨ ਦੇ ਕੇ ਤੋਰਿਆ। ਫਿਰ ਉਹ ਮਿਸਲਾਂ ਜਿਹੜੀਆਂ ਸਨ, ਉਹ ਆਪਣੇ ਵੱਖਰੇ ਵੱਖਰੇ ਇਲਾਕੇ ਵਿੱਚ ਜਾ ਕੇ ਰਾਜ ਕਰਦੀਆਂ। ਉਹਨਾਂ ਵਿੱਚੋਂ ਸ਼ਹੀਦਾਂ ਦੀ ਮਿਸਲ ਸੀ, ਜਿਹਦੇ ਮੁਖੀ ਬਾਬਾ ਦੀਪ ਸਿੰਘ ਸਾਹਿਬ ਸਨ। ਤਰਨਾ ਦਲ ਦੇ ਮੁਖੀ ਵੀ ਬਾਬਾ ਦੀਪ ਸਿੰਘ ਜੀ ਸਨ। ਉਹੀ ਜਿਹੜੀ ਮਿਸਲ ਸ਼ਹੀਦਾਂ ਦੀ ਮਿਸਲ ਸੀ, ਉਹ ਬਾਬਾ ਦੀਪ ਸਿੰਘ ਜੀ ਦੀ ਸੀ। ਭੰਗੀਆਂ ਦੀ ਮਿਸਲ ਬਾਅਦ ਵਿੱਚ ਹੋਈ, ਫਿਰ ਆ ਫੂਲਕਿਆਂ ਦੀ ਵੀ ਮਿਸਲ ਹੌਲੀ ਹੌਲੀ ਆਈ। ਇਸੇ ਤਰ੍ਹਾਂ ਕਨਈਆਂ ਦੀ ਮਿਸਲ ਸੀ। ਤੋ ਇਹ 12 ਮਿਸਲਾਂ ਬਣੀਆਂ, ਪਹਿਲਾਂ 5 ਮਿਸਲਾਂ। ਔਰ ਤੁਸੀਂ ਸਭ ਤੋਂ ਵੱਡੀ ਖਾਸੀਅਤ ਇਹਨਾਂ ਮਿਸਲਾਂ ਦੀ ਵੇਖਿਓ, ਭਾਵੇਂ ਇਹ ਮਿਸਲਾਂ ਆਪਸ ਵਿੱਚ ਲੜਦੇ ਵੀ ਰਹੇ, ਰਾਜ ਭਾਗ ਲਈ, ਜ਼ਮੀਨੀ ਮਾਇਆ। ਜਦੋਂ ਹੌਲੀ ਹੌਲੀ ਰਾਜ ਦੀ ਇੱਛਾ ਕਿਸੇ ਅੰਦਰ ਪੈਦਾ ਹੋ ਜਾਏ ਨਾ, ਉਹਨੂੰ ਫਿਰ ਹੁੰਦਾ ਵੀ ਮੇਰੇ ਕੋਲ ਜ਼ਮੀਨ ਵੱਧ ਹੋਵੇ, ਮੇਰੇ ਕੋਲ ਇਲਾਕਾ ਵੱਧ ਹੋਵੇ। ਆਪਸ ਵਿੱਚ ਭਿੜਦੇ ਵੀ ਰਹੇ, ਪਰ ਸਿਧਾਂਤਕ ਤੌਰ 'ਤੇ ਇੱਕ ਸਨ। ਜਦੋਂ ਗੱਲ ਸਿਧਾਂਤ ਦੀ ਆ ਜਾਂਦੀ ਸੀ, ਉਦੋਂ ਇਕੱਠੇ ਹੋ ਜਾਂਦੇ ਸਨ। ਜਦੋਂ ਗੱਲ ਸਿਧਾਂਤ ਦੀ ਹੋਣੀ, ਜਦੋਂ ਜੱਸਾ ਸਿੰਘ ਜੀ ਰਾਮਗੜੀਆ, ਉਹਨਾਂ ਨੂੰ ਕੱਢ ਦਿੱਤਾ ਗਿਆ ਨਾ ਪੰਥ ਵਿੱਚੋਂ, ਇਲਜ਼ਾਮ ਲੱਗਿਆ ਵੀ ਲੜਕੀ ਉਹਨਾਂ ਨੇ ਮਾਰੀ। ਰਾਮ ਰੌਣੀ ਦਾ ਜਦੋਂ ਜੰਗ ਹੋਇਆ, ਤਾਂ ਉਹਦੇ ਵਿੱਚ 500 ਸਿੰਘ ਹੁੰਦੇ ਸਨ। 4 ਚੁਫੇਰੇ ਘੇਰਾ ਪਿਆ ਸੀਗਾ। ਕਈ ਦਿਨ ਦੇ ਭੁੱਖੇ ਸਿੰਘਾਂ ਨੇ ਫੈਸਲਾ ਕੀਤਾ ਵੀ ਅੰਦਰ ਬਹਿ ਕੇ ਭੁੱਖੇ ਮਰਨ ਨਾਲੋਂ ਚੰਗਾ ਵੀ ਬਾਹਰ ਜਾ ਕੇ ਲੜ ਹੀ ਲਈਏ। ਜਦੋਂ ਉਹਨਾਂ ਨੇ ਫੈਸਲਾ ਕੀਤਾ, ਅਰਦਾਸ ਕਰਕੇ ਛੱਡੇ ਜਕਾਰੇ, ਤੇ ਜੱਸਾ ਸਿੰਘ ਜੀ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਜਕਾਰੇ ਛੱਡ ਦਿੱਤੇ ਨਾ ਸਿੰਘਾਂ ਨੇ, ਇਹ ਜਾਪਦਾ ਵੀ ਹੁਣ ਬਾਹਰ ਨਿਕਲ ਕੇ ਜੰਗ ਕਰਨਗੇ ਤੇ ਸ਼ਹੀਦੀਆਂ ਪਾਣਗੇ, ਵੀ ਹੁਣ ਲੜਾਈ ਆਰ ਪਾਰ ਦੀ, ਹੁਣ ਅੰਦਰ ਨਹੀਂ ਬਹਿੰਦੇ ਟਿਕ ਕੇ। ਫਿਰ ਉਹਨਾਂ ਨੇ ਇੱਕ ਚਿੱਠੀ ਤੀਰ ਨਾਲ ਬੰਨ੍ਹ ਕੇ ਅੰਦਰ ਭੇਜੀ, ਜੇ ਪੰਥ ਕਿਰਪਾ ਕਰੇ, ਮੇਰਾ ਗੁਨਾਹ ਮਾਫ ਕਰੇ, ਤੇ ਮੈਨੂੰ ਆਪਣੇ ਵਿੱਚ ਪੰਥ ਜਿਹੜਾ ਉਹ ਪ੍ਰਵਾਨ ਕਰ ਲਏ, ਆਪਣੇ ਵਿੱਚ ਭੇਦ ਕਰ ਲਏ।
ਤਾਂ ਫਿਰ ਅੰਦਰੋਂ ਚਿੱਠੀ ਸਿੰਘਾਂ ਨੇ ਭੇਜੀ, ਜੱਸਾ ਸਿੰਘ ਇਹੀ ਵਕਤ ਹੈ, ਜੇ ਇਸ ਵਕਤ ਆ ਜਾਏਗਾ ਤੇ ਪ੍ਰਵਾਨ ਹੋਵੇਗਾ। ਤੇ ਫਿਰ ਭਾਈ ਜੱਸਾ ਸਿੰਘ ਜੀ ਆਪਣੇ ਸਾਥੀ ਲੈ ਕੇ ਰਾਮ ਰੌਣੀ ਦੇ ਅੰਦਰ ਜਾ ਪ੍ਰਵੇਸ਼ ਹੋਏ ਤੇ ਤੁਰਕਾਂ ਦੇ ਸਿਰ ਪਾਣੀ ਪੈ ਗਿਆ। ਅਖੀਰ ਉਹਨਾਂ ਨੂੰ ਉੱਥੋਂ ਭੱਜਣਾ ਪੈ ਗਿਆ ਤੁਰਕਾਂ ਨੂੰ, ਕਿਉਂਕਿ ਜੱਸਾ ਸਿੰਘ ਰਾਮਗੜੀਆ ਉਹਦੇ ਸਿਰ ਉੱਪਰ ਤਾਂ ਹੀ ਜੰਗ ਹੁੰਦਾ ਸੀਗਾ। ਉਹਨਾਂ ਨੂੰ ਪਤਾ ਸੀ ਵੀ ਸਿੰਘ ਬੜੇ ਬਹਾਦਰ ਨੇ। ਜਦੋਂ ਸਿੰਘ ਅੰਦਰ ਪ੍ਰਵੇਸ਼ ਹੋ ਗਏ, ਤੁਰਕਾਂ ਦੇ ਸਿਰ ਪਾਣੀ ਪੈ ਗਿਆ ਵੀ ਹੁਣ ਰਲ ਗਏ, ਹੁਣ ਸਾਨੂੰ ਮਾਰਨਗੇ। ਤੇ ਜਦੋਂ ਰਾਮ ਰੌਣੀ ਦੀ ਜਿੱਤ ਹੋਈ, ਫਿਰ ਇਹ ਕਿਲ੍ਹਾ ਪੰਥ ਨੇ ਜੱਸਾ ਸਿੰਘ ਨੂੰ ਦੇ ਦਿੱਤਾ ਵੀ ਇਹ ਤੈਨੂੰ ਦਿੱਤਾ, ਇਹਦੀ ਸੇਵਾ ਤੂੰ ਕਰ। ਉਹਨਾਂ ਨੇ ਫਿਰ ਉਹਦੀ ਸੇਵਾ ਕੀਤੀ ਤੇ ਉਹ ਅਸਥਾਨ ਜਿਹੜਾ ਹੈ ਰਾਮ ਰੌਣੀ ਦਾ, ਉਹਨੂੰ ਫਿਰ ਕਿਲ੍ਹੇ ਦਾ ਰੂਪ ਦਿੱਤਾ ਗਿਆ। ਤਾਂ ਉੱਥੋਂ ਫਿਰ ਕਿਲ੍ਹੇ ਤੋਂ ਨਾਮ ਪੈ ਗਿਆ ਉਹਨਾਂ ਦਾ ਰਾਮਗੜੀਆ। ਕਿਲ੍ਹੇ ਦਾ ਨਾਮ ਰਾਮਗੜ੍ਹ, ਰਾਮਗੜੀਆ ਅੱਲ ਉੱਥੋਂ ਪਈ ਹੈ। ਜਦੋਂ ਰਾਮ ਰੌਣੀ ਦੀ ਸੇਵਾ ਹੋਈ ਜੀ, ਫਿਰ ਉਹਨਾਂ ਨੇ ਕਿਲ੍ਹਾ ਸਜਾਇਆ, ਉੱਥੋਂ ਅੱਲ ਪੈ ਗਈ। ਤਾਂ ਉਹਨਾਂ ਦੇ ਨਾਲ ਪ੍ਰੇਮ ਕਰਨ ਵਾਲੇ ਉਹਨਾਂ ਦੇ ਪਰਿਵਾਰਾਂ ਵਿੱਚੋਂ ਫਿਰ ਉਹ ਆਪਣੇ ਆਪ ਨੂੰ ਰਾਮਗੜੀਆ ਕਹਾਣ ਵਿੱਚ ਮਾਣ ਮਹਿਸੂਸ ਕਰਦੇ ਨੇ। ਇਹਦੇ ਪਿੱਛੇ ਸਰਦਾਰ ਜੱਸਾ ਸਿੰਘ ਜੀ ਦੀ ਬੜੀ ਵੱਡੀ ਕੁਰਬਾਨੀ ਹੈ, ਬਹੁਤ ਵੱਡੀ ਕੁਰਬਾਨੀ ਉਹਨਾਂ ਦੀ। ਇਹ ਮਾਣ ਮੱਤਾ ਇਤਿਹਾਸ ਜਿਹੜਾ ਸਾਡੇ ਪੰਥ ਦਾ ਹੈ। ਤਾਂ ਸਮਾਂ ਕਾਫੀ ਹੋ ਚੱਲਿਆ, ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇ ਕੇ ਸਮਾਪਤੀ ਕਰਨ ਲੱਗਾ। ਅੰਗਰੇਜ਼ਾਂ ਦਾ ਜਦੋਂ ਰਾਜ ਆਇਆ ਨਾ, ਨਿਹੰਗ ਸਿੰਘ ਇੱਕ ਦਿਨ ਜਾਂਦਾ ਸੀ ਤੇ ਬਰਛਾ ਹੱਥ ਦੇ ਵਿੱਚ, ਤੇ ਇੱਕ ਅੰਗਰੇਜ਼ ਕਹਿੰਦਾ ਵੀ ਤੁਹਾਡਾ ਰਾਜਾ ਕੌਣ ਹੈ? ਉਹਨਾਂ ਨੇ ਕੀ ਕੀਤਾ ਵੀ ਬਰਛਾ ਨਾ ਉਤਾਂਹ ਚੁੱਕ ਦਿੱਤਾ। ਅੱਜ ਕੱਲ੍ਹ ਤੁਸੀਂ ਕਿਸੇ ਸਿੱਖ ਨੂੰ ਪੁੱਛੋ ਵੀ ਕਿਹਨੂੰ ਮੰਨਦੇ ਹੋ ਜੀ, ਮੈਂ ਤਾਂ ਫਲਾਣੇ ਬਾਬੇ ਨੂੰ ਮੰਨਦਾ। ਮੈਨੂੰ ਖਿਮਾ ਕਰਿਓ, ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਕਰੋ, ਸਤਿਕਾਰ ਸਭ ਦਾ ਕਰੋ। ਗੁਰੂ ਗ੍ਰੰਥ ਸਾਹਿਬ ਹੈ, ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਹੈ। ਜਦੋਂ ਗੁਰੂ 10ਵੇਂ ਪਾਤਸ਼ਾਹ ਨੇ ਦੇਗ ਤਿਆਰ ਕਰਵਾਈ ਨਾ, ਆਖਿਆ ਵੀ ਸਿੰਘੋ ਲੁੱਟ ਲਓ ਦੇਗ। ਸਿੰਘ ਦੇਗ ਲੁੱਟਣ ਲੱਗੇ। ਭਾਈ ਰਾਮ ਕੁਇਰ ਸਾਹਿਬ, ਬਾਬਾ ਬੁੱਢਾ ਜੀ ਦੀ ਅੰਸ਼ ਬੰਸ ਵਿੱਚੋਂ ਬ੍ਰਹਮ ਗਿਆਨੀ ਮਹਾਂਪੁਰਖੋਂ ਬੈਠੇ ਰਹੇ। ਜਿਹੜੇ ਉਹਨਾਂ ਦੇ ਪ੍ਰੇਮੀ ਸਨ ਉਹ ਵੀ ਨਹੀਂ ਉੱਠੇ। ਬਾਬਾ ਰਾਮ ਕੁਇਰ ਜੀ ਤਾਂ ਉੱਠੇ ਨਹੀਂ, ਪਰ ਉਹਨਾਂ ਦੇ ਪ੍ਰੇਮੀ ਨਹੀਂ ਵੀ ਉੱਠੇ। ਮਹਾਰਾਜ ਕਹਿੰਦੇ ਤੁਸੀਂ ਨਹੀਂ ਉੱਠੇ? ਕਹਿੰਦੇ ਜੀ ਸਾਡੇ ਬਾਬਾ ਜੀ ਨਹੀਂ ਉੱਠੇ। ਤੇ ਸਤਿਗੁਰੂ ਕਹਿੰਦੇ ਭਾਈ ਰਾਮ ਕੁਇਰ ਤੇਰੀ ਸੰਗਤ ਖੋਟੀ, ਇਹਨਾਂ ਨੇ ਗੁਰੂ ਨਾਲੋਂ ਤੈਨੂੰ ਵੱਡਾ ਮੰਨ ਲਿਆ। ਯਾਦ ਰੱਖਿਓ, ਅਸੀਂ ਵੀ ਉਹਨਾਂ ਖੋਟਿਆਂ ਵਿੱਚ ਆ ਜਾਂਦੇ ਹਾਂ ਜਦੋਂ ਅਸੀਂ ਗੁਰੂ ਨਾਲੋਂ ਕਿਸੇ ਹੋਰ ਨੂੰ ਵੱਡਾ ਮੰਨ ਲੈਂਦੇ। ਮਹਾਂਪੁਰਖ ਸਾਰੇ ਸਤਿਕਾਰਯੋਗ ਨੇ, ਬੰਦਗੀ ਕਰਨ ਵਾਲੇ, ਉਹਨਾਂ ਦੇ ਚਰਨਾਂ 'ਤੇ ਨਮਨ ਹੈ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਪਰ ਗੁਰੂ ਤੋਂ ਵੱਡਾ ਕੋਈ ਨਹੀਂ। ਪਹਿਲਾਂ ਗੁਰੂ ਦਾ ਬਚਨ ਮੰਨਣਾ ਸਿੱਖ ਦਾ ਫਰਜ਼ ਹੈ, ਬਾਅਦ ਵਿੱਚ ਕਿਸੇ ਸਾਧੂ ਦੇ ਬਚਨ ਨੂੰ ਮੰਨਣਾ ਉਹ ਸਿੱਖ ਦਾ ਫਰਜ਼ ਹੈ, ਪਰ ਪਹਿਲਾ ਬਚਨ ਗੁਰੂ ਦਾ ਮੰਨਣਾ ਹੈ। ਸਾਹਿਬ ਨੇ ਤਾਂ ਆਖਿਆ ਸੀ ਭਾਈ ਰਾਮ ਕੁਇਰ ਤੇਰੀ ਸੰਗਤ ਖੋਟੀ, ਕਿਉਂਕਿ ਤੂੰ ਨਹੀਂ ਉੱਠਿਆ ਤੇ ਤੇਰੇ ਪਿੱਛੇ ਉਹ ਵੀ ਨਹੀਂ ਉੱਠੇ। ਇਹਦਾ ਮਤਲਬ ਉਹਨਾਂ ਨੇ ਗੁਰੂ ਦਾ ਬਚਨ ਨਹੀਂ ਮੰਨਿਆ। ਨਿਹੰਗ ਸਿੰਘ ਨੇ ਬਰਛਾ ਕਾਸ਼ ਵੱਲ ਚੁੱਕਿਆ ਕਿ ਸਾਡਾ ਪਾਤਸ਼ਾਹ, ਸਾਡਾ ਬਾਦਸ਼ਾਹ ਕਾਲ ਪੁਰਖ ਹੈ। ਉਹ ਕਹਿੰਦਾ ਜੀ ਨਹੀਂ, ਮੈਂ ਇਹ ਪੁੱਛਦਾ ਵੀ ਜ਼ਮੀਨ 'ਤੇ ਤੁਹਾਡਾ ਬਾਦਸ਼ਾਹ ਕੌਣ ਹੈ? ਬਰਛਾ ਘੁਮਾ ਲਿਆ, ਜ਼ਮੀਨ 'ਚ ਗੱਡ ਦਿੱਤਾ, ਆਖਿਆ ਖਾਲਸਾ ਹੋਵੇ ਖੁਦ ਖੁਦਾ। ਜ਼ਮੀਨ 'ਤੇ ਖਾਲਸਾ ਆਪ ਖੁਦਾ ਹੈ। ਧਰਤੀ ਉਹਦਾ ਬਾਦਸ਼ਾਹ, ਉਹ ਖਾਲਸਾ ਹੈ। ਮਹਾਰਾਜ ਨੇ ਸਾਨੂੰ ਬਾਦਸ਼ਾਹ ਬਣਾਇਆ। ਉਹ ਗੱਲ ਵੱਖਰੀ ਹੈ ਵੀ ਆਪਾਂ ਸੌਂ ਕੇ ਭਿਖਾਰੀ ਬਣੇ ਹੋਏ ਆ। ਭਗਤ ਰਵਿਦਾਸ ਜੀ ਕਹਿੰਦੇ ਨਾ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਸੁੱਤਾ ਸੀ ਤਖਤ ਉੱਪਰ, ਭਿਖਾਰੀ ਬਣਿਆ ਹੋਇਆ ਸੀ। ਸਾਡੀ ਹਾਲਤ, ਸਾਡੀ ਦਸ਼ਾ ਉੱਦਾਂ ਦੀ ਬਣੀ। ਬਣਾਇਆ ਤਾਂ ਗੁਰੂ ਪਰਮੇਸ਼ਰ ਨੇ ਬਾਦਸ਼ਾਹ ਹੈ, ਪਰ ਅਸੀਂ ਉਹ ਬਾਦਸ਼ਾਹੀਆਂ ਤਿਆਗ ਦਿੱਤੀਆਂ ਨੇ, ਕਿਉਂਕਿ ਜੋ ਰਹੁ ਰੀਤ, ਜੋ ਮਰਿਆਦਾ ਗੁਰੂ ਨੇ ਸਾਨੂੰ ਦਿੱਤੀ ਸੀ, ਉਹ ਅਸੀਂ ਤਿਆਗ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹੁ ਰੀਤੀ ਮਰਿਆਦਾ ਬਾਦਸ਼ਾਹਾਂ ਵਾਲੀ ਮਰਿਆਦਾ ਹੈ। ਤਖਤ ਲੱਗਣੇ, ਚੌਰ ਝੁਲਣੇ, ਚੰਦੋਏ ਲੱਗਣੇ, ਨਗਾਰੇ ਵੱਜਣੇ, ਇਹ ਸੰਕਲਪ ਇਹ ਬਾਦਸ਼ਾਹਾਂ ਦਾ ਤੇ ਰਾਜ ਦਾ ਸੰਕਲਪ ਹੈ। ਪਰ ਜਦੋਂ ਉਸ ਬਾਦਸ਼ਾਹ ਦੀ ਪ੍ਰਜਾ ਵੱਲ ਵੇਖੀਏ ਤੇ ਪ੍ਰਜਾ ਨੇ ਉਹ ਕੁਝ ਤਿਆਗ ਦਿੱਤਾ ਜੋ ਬਾਦਸ਼ਾਹ ਨੇ ਕਿਹਾ ਸੀ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੋ ਸਾਨੂੰ ਕਹਿ ਕੇ ਗਏ ਸਨ, ਉਹ ਅਸੀਂ ਤਿਆਗ ਬੈਠੇ ਹਾਂ। ਇਸ ਕਰਕੇ ਸਾਡੀ ਖੁਆਰੀ ਹੋ ਰਹੀ ਹੈ। ਤਾਂ ਬਾਬਾ ਵਿਨੋਦ ਸਿੰਘ ਸਾਹਿਬ ਜੀ ਦੇ ਸਮੇਂ ਪੰਥ ਦੀ ਬੜੀ ਚੜ੍ਹਦੀ ਕਲਾ ਰਹੀ। ਬੜੀਆਂ ਕੁਰਬਾਨੀਆਂ ਸਿੰਘਾਂ ਨੇ ਦਿੱਤੀਆਂ ਜੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਆਇਆ।
ਉਦੋਂ ਵੀ ਨਿਹੰਗ ਸਿੰਘਾਂ ਨੇ ਘੋੜਿਆਂ ਤੇ ਬਹਿਣਾ ਤੇ ਜਾ ਕੇ ਗੋਲੀ ਚਲਾ ਦੇਣੀ ਲਾਹੌਰ ਕਿਲੇ ਦੇ 4 ਚੁਫੇਰੇ। ਤੇ ਅੰਗਰੇਜ਼ ਕਹਿਣ ਲੱਗੇ ਵੀ ਇਹ ਕੌਣ ਨੇ, ਆ ਕੇ ਉੱਚੀ ਉੱਚੀ ਜਕਾਰੇ ਛੱਡਦੇ, ਗੋਲੀਆਂ ਚਲਾਉਂਦੇ ਨੇ, ਲਲਕਾਰੇ ਮਾਰਦੇ। ਤੇ ਮਹਾਰਾਜਾ ਰਣਜੀਤ ਸਿੰਘ ਗੋਰਿਆਂ ਨੂੰ ਕਹਿਣ ਲੱਗਾ ਇਹ ਖਾਲਸਾ ਪੰਥ ਹੈ, ਇਹ ਗੁਰੂ ਕੀ ਫੌਜ ਹੈ, ਜਿਨ੍ਹਾਂ ਕਰਕੇ ਰਾਜ ਮੈਨੂੰ ਪ੍ਰਾਪਤ ਹੋਇਆ। ਮੈਂ ਰਾਜ ਵੀ ਇਹਨਾਂ ਦੇ ਸਿਰ ਦੇ ਉੱਪਰ ਹੀ ਕਰਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆ ਵਸੇ, ਗੁਰਸਿੱਖੀ ਜੀਵਨ ਦੀ ਸਾਨੂੰ ਪ੍ਰਾਪਤੀ ਹੋਵੇ, ਚੜ੍ਹਦੀ ਕਲਾ ਵਾਲਾ ਜੀਵਨ, ਬਾਣੀ ਬਾਣੇ ਨਾਲ ਪ੍ਰੇਮ ਸਤਿਗੁਰੂ ਸਾਨੂੰ ਬਖਸ਼ਿਸ਼ ਕਰਕੇ ਨਿਵਾਜਣ ਜੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਆਪ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੀ ਇਕਾਗਰਤਾ ਬਖਸ਼ੀ ਹੈ। ਜਿੰਨੇ ਵੀ ਪ੍ਰਬੰਧਕ ਵੀਰ ਹਨ, ਨੌਜਵਾਨ ਗੁਰੂ ਘਰ ਦੇ ਪ੍ਰਬੰਧਕ, ਸਾਰਿਆਂ ਦਾ ਹਾਰਦਿਕ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਇਹਨਾਂ ਸਮਾਗਮਾਂ ਦਾ। ਸਤਿਗੁਰੂ ਇਸੇ ਤਰ੍ਹਾਂ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਸਮਾਂ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਤਾਂ ਮਨ ਤਾਂ ਕਰਦਾ ਸੀ ਵੀ ਅਜੇ ਹੋਰ ਵਿਚਾਰਾਂ ਸਾਂਝੀਆਂ ਕਰੀਏ, ਕਿਉਂਕਿ ਜਿਹੜਾ ਵਿਸ਼ਾ ਦਾਸ ਨੇ ਆਰੰਭ ਕੀਤਾ ਸੀ ਅਜੇ ਠੀਕ ਹੈ ਮਹਾਰਾਜ, ਠੀਕ ਹੈ। ਤੋ 5-7 ਮਿੰਟ ਦਾ ਹੋਰ ਹੁਕਮ ਹੋਇਆ। ਚਲੋ ਇਹ ਸਮਾਂ ਜਿਹੜਾ ਵਾਰ-ਵਾਰ ਨਹੀਂ ਮਿਲਦਾ ਹੁੰਦਾ, ਬਾਕੀ ਤਾਂ ਸਾਰੇ ਸਮੇਂ ਆ ਹੀ ਜਾਂਦੇ ਨੇ, ਪਰ ਇਹ ਸਮਾਂ ਜਿਹੜਾ ਵਾਰ-ਵਾਰ ਜਿਹੜਾ ਨਾ ਉਹ ਨਹੀਂ ਨਸੀਬ ਹੋਇਆ ਕਰਦਾ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਪੰਥ ਨੂੰ ਹੰਨੇ ਬਾਦਸ਼ਾਹੀ ਦਿੱਤੀ ਹੈ, ਆਪਣੇ ਆਪ ਵਿੱਚ ਪੰਥ ਜਿਹੜਾ ਉਹ ਪਾਤਸ਼ਾਹ ਹੈ ਆਪਣੇ ਆਪ ਦੇ ਵਿੱਚ। ਗੁਰਮੁਖਾਂ ਨੇ ਹੁਕਮ ਕੀਤਾ ਸੀ, ਬਾਬਾ ਹਨੂਮਾਨ ਸਿੰਘ ਸਾਹਿਬ ਜੀ ਜਿਹੜੇ ਬੁੱਢਾ ਦਲ ਦੇ ਜਥੇਦਾਰ ਹੋਏ ਜੀ, ਉਹਨਾਂ ਦਾ ਸਥਾਨ ਆ ਸੁਹਾਣੇ ਦੇ ਲਾਗੇ ਹੈ। ਅੰਗਰੇਜ਼ਾਂ ਦੇ ਨਾਲ ਉਹਨਾਂ ਦੀ ਘਣੀ ਟੱਕਰ ਹੋਈ ਬਾਬਾ ਹਨੂਮਾਨ ਸਿੰਘ ਹੋਰਾਂ ਦੀ। ਪਟਿਆਲੇ ਪਹੁੰਚੇ ਜਿੱਥੇ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਹੈ। ਬਜ਼ੁਰਗਾਂ ਨੇ ਦਰਸ਼ਨ ਕੀਤੇ ਹੋਣੇ ਜੀ। ਪਹਿਲਾਂ ਹੇਠਾਂ ਨੇ ਇੱਕ ਬੇਰੀ ਹੁੰਦੀ ਸੀ, ਥੱਲੇ ਉਤਰ ਕੇ ਨਾ ਪੌੜੀਆਂ ਉਤਰ ਕੇ ਤੇ ਬੇਰੀ ਹੁੰਦੀ ਸੀ ਤੇ ਉੱਪਰ ਸਥਾਨ ਹੁੰਦਾ ਸੀ, ਪੁਰਾਤਨ ਸਥਾਨ। ਹੁਣ ਉਹ ਸਾਡੇ ਬਾਬਿਆਂ ਨੇ ਨਹੀਂ ਛੱਡਿਆ, ਕਾਰ ਸੇਵਾ ਵਾਲਿਆਂ ਨੇ। ਵੈਸੇ ਤਾਂ ਜਿੰਨੀਆਂ ਵੀ ਪੁਰਾਤਨ ਨਿਸ਼ਾਨੀਆਂ ਨੇ ਉਹਨਾਂ ਨੇ ਛੱਡੀਆਂ ਕੋਈ ਨਹੀਂ, ਚਾਹੀਦੀਆਂ ਨੇ ਜੀ। ਨੀਰਾ ਸੰਗਮਰਮਰ ਲਾ ਦਿੱਤਾ, ਜਿੰਨਾ ਮਰਜ਼ੀ ਲਾਓ, ਪਰ ਪੁਰਾਣੀ ਦਿੱਖ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਜਿਹੜੇ ਕ੍ਰਿਸਚਨ ਲੋਕ ਨੇ ਨਾ ਜੀ, ਅੱਜ ਉਹਨਾਂ ਦੇ ਤੁਸੀਂ ਮੰਦਿਰ ਜਾ ਕੇ ਵੇਖ ਲਓ, ਜਿਹੜੇ ਪੁਰਾਣੇ ਨੇ ਉਹ ਪੁਰਾਣੀ ਦਿੱਖ ਹੀ ਹੈ ਉਹਨਾਂ ਦੀ, ਨਵੀਂ ਦਿੱਖ ਨਹੀਂ। ਕਿ ਉਹ ਲਾ ਨਹੀਂ ਸਕਦੇ ਪੈਸਾ, ਉਹ ਵੀ ਲਾ ਸਕਦੇ ਨੇ, ਪਰ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਪੁਰਾਣੀਆਂ ਉੱਦਾਂ ਹੀ ਸੰਭਾਲ ਕੇ ਰੱਖੀਆਂ ਹੋਈਆਂ ਨੇ। ਬੋਧੀ ਲੋਕ ਨੇ, ਉਹਨਾਂ ਦੇ ਮੱਠ ਵੇਖ ਲਓ, ਉਹਨਾਂ ਦੇ ਮੰਦਿਰ ਵੇਖ ਲਓ, ਇਨ ਬਿਨ ਉਸੇ ਤਰ੍ਹਾਂ ਨੇ ਜੀ, ਸੰਭਾਲ ਕੇ ਰੱਖੇ ਨੇ। ਸਾਡਾ ਸਾਰਾ ਜ਼ੋਰ ਨਾ ਪੱਥਰ ਲਾਉਣ ਉੱਪਰ ਹੀ ਲੱਗਾ, ਵੀ ਪੱਥਰ ਲਾ ਕੇ ਚਿੱਟਾ ਹੀ ਕਰ ਦਿਓ ਸਾਰਾ, ਵੀ ਮਿਟਾ ਦਿਓ ਪੁਰਾਣੀਆਂ ਨਿਸ਼ਾਨੀਆਂ ਸਾਰੀਆਂ, ਵੀ ਗੁਰਦੁਆਰਾ ਸੋਹਣਾ ਲੱਗੇ। ਅਸਥਾਨ ਸ਼ੋਭਦੇ ਨੇ ਸੰਗਤ ਨਾਲ, ਗੁਰੂ ਦੀ ਸ਼ੋਭਾ ਦੇ ਨਾਲ। ਤਾਂ ਹੀ ਸਾਡੇ ਉਸਤਾਦ ਜੀ ਕਹਿੰਦੇ ਸਨ ਵੀ ਪੁਰਾਣੇ ਗੁਰਦੁਆਰੇ ਕੱਚੇ ਤੇ ਸਿੰਘ ਪੱਕੇ ਹੁੰਦੇ ਸਨ, ਹੁਣ ਗੁਰਦੁਆਰੇ ਪੱਕੇ ਕਰ ਲਏ ਤੇ ਸਿੰਘ ਆਪਾਂ ਕੱਚੇ ਹੋ ਗਏ, ਟੁੱਟ ਗਏ ਨਾ। ਅਸੀਂ ਗੁਰਦੁਆਰੇ ਜ਼ਰੂਰ ਪੱਕੇ ਕਰ ਲਏ। ਪੁਰਾਣੀਆਂ ਨਿਸ਼ਾਨੀਆਂ ਸੰਭਾਲਣੀਆਂ ਚਾਹੀਦੀਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਣੇ ਤੋਂ ਪੁਰਾਣੇ ਜਿਹੜੇ ਸਰੂਪ ਸਨ ਉਹ ਵੀ ਅਗਨ ਭੇਟ ਕਰ ਦਿੱਤੇ ਗਏ। ਨੇਪਾਲ ਵਿੱਚੋਂ ਬੜੇ ਸਰੂਪ ਚੁੱਕ ਕੇ ਲਿਆਂਦੇ ਬੜਿਆਂ ਨੇ ਜੀ। ਉਹ ਸਰੂਪ ਜਾਂ ਤਾਂ ਵੇਚ ਦਿੱਤੇ ਗਏ ਜਾਂ ਉਹਨਾਂ ਸਰੂਪਾਂ ਦਾ ਸੰਸਕਾਰ ਕਰ ਦਿੱਤਾ ਗਿਆ, ਇਸ ਨਾਂ ਦੇ ਉੱਪਰ ਵੀ ਇਹ ਜਿਹੜੇ ਸਰੂਪ ਜਿਹੜੇ ਨੇ ਜਾਣ ਕੇ ਛੇੜਖਾਨੀ ਇਹਨਾਂ ਨਾਲ ਕੀਤੀ, ਜਾਣ ਬੁੱਝ ਕੇ ਲਿਖੇ ਗਏ ਨੇ। ਦਾਸ ਨੇ ਇੱਕ ਪੁਰਾਤਨ ਸਰੂਪ ਦਾ ਦਰਸ਼ਨ ਕੀਤਾ ਜੀ, ਨੇਪਾਲ ਤੋਂ ਸਿੰਘ ਲੈ ਕੇ ਆਏ ਸਨ, ਨਗਰ ਕੀਰਤਨ ਆਇਆ ਸੀ। ਉਹ ਸਰੂਪ ਕੁਦਰਤੀ ਇੱਧਰ ਆ ਗਿਆ ਪੰਜਾਬ ਦੇ ਵਿੱਚ। ਉਹਦੇ ਵਿੱਚ ਰਾਗਾਂ ਦੇ ਤਤਕਰੇ ਦਾ ਹੀ ਬਸ ਫਰਕ ਹੈ, ਥੋੜ੍ਹਾ ਜਿਹਾ ਅੱਗੇ ਪਿੱਛੇ। ਜਿਹੜੇ ਲਿਖਾਰੀ ਸਨ ਉਹ ਜਦੋਂ ਲਿਖਦੇ ਸਨ ਉਹ ਮਨ ਮਰਜ਼ੀ ਨਾਲ ਰਾਗਾਂ ਦਾ ਤਤਕਰਾ ਅੱਗੇ ਪਿੱਛੇ ਉਹਨਾਂ ਨੇ ਕਰ ਦਿੱਤਾ। ਬਾਣੀ ਪੂਰੀ ਹੈ ਉਹਨਾਂ ਸਰੂਪਾਂ ਦੇ ਵਿੱਚ, ਬਸ ਰਾਗਾਂ ਦਾ ਫਰਕ ਹੈ, ਵੀ ਕੋਈ ਰਾਗ ਕਿਤੇ ਲਿਖ ਦਿੱਤਾ, ਕੋਈ ਕਿਤੇ ਲਿਖ ਦਿੱਤਾ ਰਾਗ ਉਹਨਾਂ ਨੇ। ਤਾਂ ਜਿਹੜੀ ਸੰਪੂਰਨ ਬੀੜ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਾਈ, ਜਿਹੜੀ ਸੰਪੂਰਨ ਬੀੜ ਹੈ ਨਾ ਜੀ। ਤਾਂ ਹੀ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਮਨਾਉਂਦੇ ਹਾਂ। ਜਦੋਂ ਪਾਤਸ਼ਾਹ ਜੀ ਦਮਦਮਾ ਸਾਹਿਬ ਆਉਂਦੇ ਨੇ, ਇਸ ਜਗ੍ਹਾ 'ਤੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਉਚਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲਿਖਦੇ ਨੇ। ਉਹੀ ਸੰਪੂਰਨਤਾ ਦਿਵਸ ਆਪਾਂ ਮਨਾਉਂਦੇ ਹਾਂ, ਅਤੇ ਉਹੀ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੂੰ ਗੁਰਤਾ ਗੱਦੀ ਦਿੱਤੀ ਗਈ, ਉਸੇ ਹੀ ਸਰੂਪ ਦੇ ਜਿਹੜੇ ਉਤਾਰੇ ਨੇ ਉਹ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਅੱਜ ਸਾਡੇ ਕੋਲ ਮੌਜੂਦ ਨੇ।
ਇਸ ਤੋਂ ਪਹਿਲਾਂ ਲਿਖਾਰੀ ਨੇ ਰਾਗ ਅੱਗੇ ਪਿੱਛੇ ਕਰ ਦਿੱਤੇ, ਫਿਰ ਦੂਜੇ ਨੇ ਉਹਦੇ ਤੋਂ ਉਤਾਰਾ ਕਰ ਲਿਆ, ਤੀਜੇ ਨੇ ਫਿਰ ਉਹਦੇ ਤੋਂ ਇੱਦਾਂ ਉਤਾਰਾ ਕਰ ਲਿਆ। ਇਹ ਪੁਰਾਤਨ ਨਿਸ਼ਾਨੀਆਂ ਇਹ ਸੰਭਾਲ ਕੇ ਰੱਖਣੀਆਂ ਚਾਹੀਦੀਆਂ, ਉਹਨਾਂ ਨੂੰ ਖੋਜ ਕਰਕੇ ਚੰਗੀ ਤਰ੍ਹਾਂ ਤੇ ਨੌਜਵਾਨਾਂ ਨੂੰ ਦੱਸਣਾ ਚਾਹੀਦਾ ਉਹਨਾਂ ਬਾਰੇ, ਬਜਾਏ ਇਸ ਦੇ ਵੀ ਸਰੂਪ ਮਿਲਿਆ ਤੇ ਚੁੱਕ ਕੇ ਸੰਸਕਾਰ ਕਰ ਦਿੱਤਾ। ਜਦੋਂ ਅਸੀਂ ਆਪਣੀਆਂ ਪੁਰਾਤਨ ਨਿਸ਼ਾਨੀਆਂ ਹੀ ਖਤਮ ਕਰ ਦਿਆਂਗੇ ਤੇ ਅਸੀਂ ਆਪਣੇ ਆਪ ਨੂੰ ਕੈਸੇ ਸਾਬਤ ਕਰਾਂਗੇ। ਜਿਹੜੀ 100 ਸਾਖੀ ਸੀ, ਅੰਗਰੇਜ਼ਾਂ ਨੇ ਪੂਰਾ ਜ਼ੋਰ ਲਾਇਆ ਜੀ 100 ਸਾਖੀ ਵਿੱਚ ਮਿਲਾਵਟ ਕਰਨ ਦਾ। ਭਾਈ ਬਾਲੇ ਵਾਲੀ ਜਨਮ ਸਾਖੀ ਉੱਪਰ ਵੀ ਕਿੰਤੂ ਪਰੰਤੂ ਖੜਾ ਕਰ ਦਿੱਤਾ ਵੀ ਬਾਲਾ ਹੀ ਨਹੀਂ ਹੋਇਆ। ਜੇ ਬਾਲਾ ਨਹੀਂ ਹੋਇਆ ਤੇ ਭਾਈ ਬਾਲੇ ਵਾਲੀ ਜਨਮ ਸਾਖੀ ਕਿੱਥੋਂ ਆ ਜਾਏਗੀ। ਤੋ ਇਹ ਪੁਰਾਤਨ ਜਿਹੜੀਆਂ ਨਿਸ਼ਾਨੀਆਂ ਜਿਹੜੀਆਂ ਉਹ ਖਤਮ ਕਰ ਦਿੱਤੀਆਂ ਗਈਆਂ। ਬਾਬਾ ਹਨੂਮਾਨ ਸਿੰਘ ਜੀ ਇੱਥੇ ਆ ਕੇ ਬੈਠੇ ਸਨ ਦੁਖਨਿਵਾਰਨ ਸਾਹਿਬ ਹੇਠਾਂ ਬੇਰੀ ਸੀ, ਬੇਰੀ ਹੇਠਾਂ ਆ ਕੇ ਬੈਠੇ ਤੇ ਪਟਿਆਲੇ ਦੇ ਰਾਜੇ ਨੇ ਅੰਗਰੇਜ਼ਾਂ ਨਾਲ ਇਹਨਾਂ ਨੇ ਸੰਧੀ ਕੀਤੀ ਹੋਈ ਸੀ ਆਪਣੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਫੈਲਦਾ ਜਾਂਦਾ ਸੀਗਾ, ਇਹਨਾਂ ਨੂੰ ਸੀ ਵੀ ਰਣਜੀਤ ਸਿੰਘ ਸਾਨੂੰ ਵੀ ਅੱਖ ਕੱਢਦਾ ਵੀ ਕਿਤੇ ਇੱਧਰ ਨੂੰ ਨਾ ਆ ਜਾਏ। ਬਜਾਏ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਪਾਸੇ ਲਿਆਉਣ ਦੇ ਇਹਨਾਂ ਨੇ ਅੰਗਰੇਜ਼ ਲਿਆ ਕੇ ਬਿਠਾ ਦਿੱਤੇ। ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ, ਇਹ ਅੰਗਰੇਜ਼ਾਂ ਨੂੰ ਲੈ ਆਏ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਕੀਤੀ ਵੀ ਸਤਲੁਜ ਤੋਂ ਉਰਾਂ ਮਹਾਰਾਜਾ ਰਣਜੀਤ ਸਿੰਘ ਨਹੀਂ ਆਵੇਗਾ ਤੇ ਸਤਲੁਜ ਤੋਂ ਪਰਾਏ ਨਹੀਂ ਜਾਣਨਗੇ। ਤਾਂ ਇੱਦਾਂ ਇਹਨਾਂ ਨੇ ਆਪਣੀ ਛਾਉਣੀ ਇੱਧਰ ਲਾ ਕੇ ਤੇ ਉੱਥੇ ਸੰਧੀ ਆਪਣੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੀ। ਤਾਂ ਸਾਧ ਸੰਗਤ ਜੀ ਰਲੇ ਅੰਗਰੇਜ਼ਾਂ ਨਾਲ ਪਟਿਆਲੇ ਦੇ ਰਾਜੇ। ਤੇ ਜਦੋਂ ਬਾਬਾ ਹਨੂਮਾਨ ਸਿੰਘ ਲੜਦੇ ਲੜਦੇ ਇੱਥੇ ਪਹੁੰਚੇ, ਉਹ ਪਟਿਆਲੇ ਦੇ ਰਾਜੇ ਦੀਆਂ ਹੀ ਤੋਪਾਂ ਸਨ ਜਿਨ੍ਹਾਂ ਨਾਲ ਬਾਬਾ ਹਨੂਮਾਨ ਸਿੰਘ ਜੀ ਉੱਪਰ ਹਮਲਾ ਕੀਤਾ ਗਿਆ। ਸਿੰਘ ਲੰਗਰ ਤਿਆਰ ਕਰਦੇ ਸਨ ਤੇ ਬਾਬਾ ਜੀ ਦੇ ਪੱਟ ਦੇ ਉੱਪਰ ਆ ਕੇ ਕਹਿੰਦੇ ਗੋਲਾ ਵੱਜਿਆ। ਬਾਬਾ ਹਨੂਮਾਨ ਸਿੰਘ ਜੀ ਦੇ ਜ਼ਖਮੀ ਹੋ ਗਏ ਬਾਬਾ ਜੀ। ਇੱਥੇ ਫਿਰ ਬਚਨ ਕਰਕੇ ਗਏ, ਤੂੰ ਸਿੰਘਾਂ ਨੂੰ ਲੰਗਰ ਤਿਆਰ ਨਹੀਂ ਨਾ ਕਰਨ ਦਿੱਤਾ, ਤੇਰੇ ਘਰ ਦੇ ਵਿੱਚ ਵੀ ਲੰਗਰ ਨਹੀਂ ਬਣੇਗਾ। ਇਤਿਹਾਸਕਾਰ ਕਹਿੰਦੇ ਫਿਰ ਕਈ ਸਾਲ ਰਾਜੇ ਦੇ ਘਰ ਵਿੱਚ ਲੰਗਰ ਨਹੀਂ ਤਿਆਰ ਹੋਇਆ। ਜਦੋਂ ਹੁੰਦਾ ਸੀ ਕਰਮ ਪੈ ਜਾਂਦੇ ਸਨ ਵਿੱਚ। ਜਦੋਂ ਪੰਥ ਦੇ ਨਾਲ ਗਦਾਰੀ ਕਰਨੀ ਫਿਰ ਇਹੀ ਕੁਝ ਹੋਣਾ ਨਾ। ਫਿਰ ਬਾਅਦ ਵਿੱਚ ਇਹਨਾਂ ਨੇ ਮਾਫੀਆਂ ਮੰਗੀਆਂ ਪੰਥ ਕੋਲੋਂ ਵੀ ਸਾਨੂੰ ਬਖਸ਼ ਦਿਓ। ਇਹਨਾਂ ਦਾ ਪ੍ਰਸ਼ਾਦਾ ਫਿਰ ਬਾਹਰੋਂ ਬਣ ਕੇ ਆਉਂਦਾ ਸੀ, ਘਰ 'ਚ ਮਹਿਲ 'ਚ ਪ੍ਰਸ਼ਾਦਾ ਨਹੀਂ ਸੀ ਤਿਆਰ ਹੁੰਦਾ। ਫਿਰ ਬਾਬਾ ਜੀ ਇੱਥੋਂ ਜਦੋਂ ਚੱਲ ਪਏ ਤੇ ਰਾਜਪੁਰੇ ਸਾਡੇ ਪਹੁੰਚੇ। ਜਾਣਾ ਸੀ ਦਿੱਲੀ ਵੱਲ ਨੂੰ, ਪਰ ਜਦੋਂ ਰਾਜਪੁਰੇ ਕਹਿੰਦੇ ਜਾ ਪਹੁੰਚੇ ਤੇ ਇੱਥੋਂ ਪਤਾ ਲੱਗ ਗਿਆ ਵੀ ਦੂਰ ਨਹੀਂ ਜਾ ਸਕਦੇ ਤੇ ਉਹਨਾਂ ਨੇ ਰੁਖ ਕੀਤਾ ਇੱਧਰ ਮੋਹਾਲੀ ਵੱਲ ਨੂੰ, ਸੋਹਾਣੇ ਵੱਲ ਨੂੰ। ਬਾਬਾ ਜੀ ਨੇ ਰਾਜਪੁਰੇ ਜਾਓ ਜੀ, ਉੱਥੇ ਬਾਬਾ ਮੋੜ ਹੈ। ਬਾਬਾ ਮੋੜ ਚੌਂਕ ਦਾ ਨਾਂ, ਜਿਹਨੂੰ ਬਾਈਪਾਸ ਕਹਿੰਦੇ ਰਾਜਪੁਰੇ ਦਾ। ਉੱਥੇ ਪਿੱਛੇ ਜੀ ਕਿਸੇ ਨੇ ਨਾਲ ਇੱਕ ਨਾ ਛੋਟੀ ਜੀ ਸਮਾਧ ਬਣਾ ਕੇ ਸਿੱਧ ਬਾਬਾ ਮੋੜ ਲਿਖ ਦਿੱਤਾ ਉੱਥੇ। ਤੇ ਉੱਥੋਂ ਦੇ ਵਾਸੀਆਂ ਨੂੰ ਹੀ ਨਹੀਂ ਪਤਾ ਵੀ ਇਹਦਾ ਨਾਮ ਬਾਬਾ ਮੋੜ ਕਿਉਂ ਪਿਆ। ਉਹਨਾਂ ਨੇ ਸੋਚਿਆ ਵੀ ਸ਼ਾਇਦ ਕੋਈ ਬਾਬਾ ਹੋਣਾ, ਉਹਦੀ ਕਬਰ ਬਣਾ ਦਿੱਤੀ ਉੱਥੇ ਤੇ ਲੋਕ ਜਾ ਜਾ ਕੇ ਪੂਜਦੇ। ਹੌਲੀ ਹੌਲੀ ਉਹ ਵੱਡੀ ਹੋ ਗਈ। ਆ ਸਾਡੇ ਲਾਗੇ ਗੰਡਾ ਖੇੜੀ ਨਹਿਰ ਵਹਿੰਦੀ ਹੈ, ਉੱਥੇ ਪਹਿਲਾਂ ਇੱਕ ਛੋਟੀ ਜੀ ਨਾ ਲੋਕਾਂ ਨੇ 2-4 ਇੱਟਾਂ ਰੱਖ ਕੇ ਕਬਰ ਜੀ ਬਣਾਈ। ਹੁਣ ਤਾਂ ਉੱਥੇ ਮੇਲਾ ਲੱਗ ਗਿਆ, ਬਾਬਾ ਖਵਾਜਾ ਜੀ ਬਣ ਗਏ ਵੱਡੇ ਸਾਰੇ। ਹੌਲੀ ਹੌਲੀ ਵੱਧ ਗਏ। ਉਹ ਬਾਬਾ ਮੋੜ ਤਾਂ ਪਿਆ ਸੀ ਵੀ ਬਾਬਾ ਜੀ ਚੱਲੇ ਸਨ ਦਿੱਲੀ ਵੱਲ ਨੂੰ, ਵੀ ਉਸ ਪਾਸੇ ਨੂੰ ਚਲੀਏ, ਵੀ ਉੱਧਰ ਸਿੱਖ ਰਿਆਸਤਾਂ ਨੇ। ਪੰਜਾਬ ਹਰਿਆਣਾ ਜਿੰਨਾ ਸੀ ਸਾਰਾ ਪੰਜਾਬ ਸੀ, ਇਹ ਕੈਂਥਲ ਆਦਿਕ ਸਾਰੀਆਂ ਸਿੱਖ ਰਿਆਸਤਾਂ ਸਨ, ਵੀ ਇੱਧਰੋਂ ਮਦਦ ਮਿਲ ਜਾਏਗੀ। ਪਰ ਉਹਨਾਂ ਨੇ ਵੇਖਿਆ ਵੀ ਉੱਧਰ ਦੀਆਂ ਸਿੱਖ ਰਿਆਸਤਾਂ ਨੂੰ ਵੀ ਉਹਨਾਂ ਨੇ ਘੇਰਿਆ ਹੋਇਆ ਅੰਗਰੇਜ਼ਾਂ ਨੇ, ਤੇ ਬਾਬਾ ਜੀ ਉੱਧਰ ਜਾਂਦੇ ਫਿਰ ਇੱਧਰ ਨੂੰ ਮੁੜ ਪਏ। ਉੱਥੋਂ ਨਾਂ ਪੈ ਗਿਆ ਜੀ ਬਾਬਾ ਮੋੜ। ਬਾਈਪਾਸ ਰਾਜਪੁਰਾ, ਉਹਨੂੰ ਬਾਬਾ ਮੋੜ ਇਸ ਵਾਸਤੇ ਕਹਿੰਦੇ। ਇੱਥੋਂ ਫਿਰ ਬਾਬਾ ਜੀ ਜਾ ਪਹੁੰਚੇ ਸੋਹਾਣੇ। ਉੱਥੇ ਜਾ ਕੇ ਬਾਬਾ ਹਨੂਮਾਨ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੋਈ, ਜਿਨ੍ਹਾਂ ਦਾ ਸਥਾਨ ਉੱਥੇ ਅੱਜ ਵੀ ਸੁਸ਼ੋਭਿਤ ਹੈ। ਸੰਗਤਾਂ ਬੜੇ ਪਿਆਰ ਨਾਲ ਜਾ ਕੇ ਉਹਨਾਂ ਮਹਾਂਪੁਰਖਾਂ ਦੇ ਸਥਾਨ ਦੇ ਦਰਸ਼ਨ ਕਰਦੀਆਂ ਨੇ। ਸ਼ਹੀਦ ਕੌਮ ਦੇ ਵਾਸਤੇ ਸਰਮਾਇਆ ਹੋਇਆ ਕਰਦੇ ਨੇ। ਉਹਨਾਂ ਦੀ ਸ਼ਹਾਦਤ, ਉਹਨਾਂ ਦੇ ਅਸਥਾਨਾਂ ਨੂੰ ਵੇਖ ਕੇ ਉਹਨਾਂ ਦੀ ਕੁਰਬਾਨੀ ਚੇਤੇ ਆਉਂਦੀ ਹੈ ਤਾਂ ਹਿਰਦੇ ਵਿੱਚ ਖੁਦ ਦੇ ਜਜ਼ਬਾ ਪੈਦਾ ਹੁੰਦਾ ਹੈ ਕਿ ਉਹਨਾਂ ਮਹਾਂਪੁਰਖਾਂ ਦੀ ਕਿੱਡੀ ਵੱਡੀ ਕੁਰਬਾਨੀ ਹੈ। ਅਖੀਰ ਵਿੱਚ ਇੱਕੋ ਬੇਨਤੀ ਕਰਾਂਗਾ, ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਅੰਮ੍ਰਿਤ ਵੇਲੇ ਉੱਠਣਾ ਨਾ ਛੱਡਿਓ ਜੀ। ਅੰਮ੍ਰਿਤ ਵੇਲੇ ਨਿਤਨੇਮ ਆਪਣਾ ਜ਼ਰੂਰ ਕਰਨਾ। ਹਰ ਇੱਕ ਗੁਰਸਿੱਖ ਨੇ, ਕਿਸੇ ਨੇ ਅੰਮ੍ਰਿਤਪਾਨ ਕੀਤਾ ਚਾਹੇ ਨਹੀਂ ਕੀਤਾ, ਜਿਨ੍ਹਾਂ ਨੇ ਨਹੀਂ ਕੀਤਾ ਮਨ ਬਣਾਓ। ਜੇ ਮਨ ਤੁਹਾਡਾ ਮੰਨਦਾ ਤੇ ਤਾਂ ਅੰਮ੍ਰਿਤਪਾਨ ਕਰਿਓ।
ਜੇ ਤੁਹਾਡਾ ਹਿਰਦਾ ਮੰਨਦਾ ਆ, ਕਿਉਂਕਿ ਉਦੋਂ ਹੀ ਗੱਲ ਬਣਦੀ ਆ ਜਦੋਂ ਆਪਾਂ ਇੱਕੋ ਦਮ ਤਲਖੀ ਵਿੱਚ ਆ ਜਾਂਦੇ ਆ, ਕਿਸੇ ਦੀਆਂ ਗੱਲਾਂ ਵਿੱਚ ਆ ਕੇ ਛਕ ਲੈਂਦੇ ਆ। ਬਹੁਤਿਆਂ ਨੂੰ ਇਹੀ ਵੇਖਿਆ ਵੀ ਉਹ ਲਾਹ ਦਿੰਦੇ ਕਿਰਪਾਨ ਥੋੜ੍ਹੇ ਦਿਨ ਬਿਨਾਂ, ਥੋੜ੍ਹੇ ਦਿਨਾਂ ਬਾਅਦ। ਇਹ ਬੜੀ ਅਮੋਲਕ ਦਾਤ ਹੈ ਗੁਰੂ ਦੀ, ਇੱਦਾਂ ਨਹੀਂ ਆਪਾਂ ਜਾਈ ਗਵਾਉਣੀ। ਜਦੋਂ ਮਨ ਤੁਹਾਡਾ ਮੰਨ ਗਿਆ ਨਾ, ਫਿਰ ਤਿਆਰ ਬਰ ਤਿਆਰ ਹੋ ਕੇ ਅੰਮ੍ਰਿਤਪਾਨ ਕਰੀਏ। ਪਰ ਬਾਣੀ ਨਿਤਨੇਮ ਦਾ ਪੱਲਾ ਕਦੇ ਨਹੀਂ ਛੱਡਣਾ। ਅੰਮ੍ਰਿਤ ਵੇਲੇ ਉੱਠੋ, ਨਿਤਨੇਮ ਕਰੋ। ਅਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਹਿੰਦੇ ਸਨ, ਨਿਤਨੇਮ ਗੁਰੂ ਨਾਨਕ ਸਾਹਿਬ ਦੀ ਬਾਂਹ ਹੈ, ਤੁਸੀਂ ਨਿਤਨਾਮ ਨਾ ਛੱਡੋ, ਗੁਰੂ ਨਾਨਕ ਸਾਹਿਬ ਤੁਹਾਡੀ ਬਾਂਹ ਨਹੀਂ ਛੱਡਣਗੇ, ਉਹ ਤੁਹਾਡੀ ਬਾਂਹ ਫੜ ਕੇ ਰੱਖਣਗੇ। ਅਤੇ ਭਾਈ ਰਤਨ ਸਿੰਘ ਭੰਗੂ ਕੀ ਲਿਖਦੇ, ਕਹਿੰਦੇ ਕਲਯੁਗ ਦਾ ਰਾਜ ਇੱਕ ਪਾਸੇ ਰਾਜ ਗੁਰੂ ਨਾਨਕ ਸਾਹਿਬ ਦਾ। ਕਲਯੁਗ ਕਹਿੰਦਾ ਮੈਂ ਲੋਕਾਂ ਨੂੰ ਡੋਬ ਦੇਣਾ, ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਬਾਣੀ ਲੜ ਲਾ ਕੇ ਸਭ ਨੂੰ ਤਾਰ ਦੇਣਾ ਹੈ। ਕਲਯੁਗ ਕਹਿੰਦਾ ਮੈਂ ਡੋਬਣਾ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਸਭ ਨੂੰ ਤਾਰਨਾ। ਤੇ ਤਰਾਂਗੇ ਤਾਂ ਨਾ ਗੁਰਮੁਖੋ, ਜੇ ਆਪਾਂ ਬਾਣੀ ਦੇ ਲੜ ਲੱਗਾਂਗੇ। ਅੰਮ੍ਰਿਤ ਵੇਲੇ ਉੱਠੋ, ਆਪ ਬਾਣੀ ਪੜ੍ਹੋ, ਬੱਚਿਆਂ ਨੂੰ ਵੀ ਜ਼ਰੂਰ ਪੇਰੋ। ਸੰਧਿਆ ਵਕਤ ਰਹਿਰਾਸ ਸਾਹਿਬ ਜੀ ਦਾ ਪਾਠ, ਸੌਣ ਵਕਤ ਕੀਰਤਨ ਸੋਲੇ ਦਾ ਜਾਪ ਕਰੋ। ਫਿਰ ਵੇਖੋ ਕਲਾ ਕਿਵੇਂ ਵਰਤਦੀ ਹੈ। ਸਤਿਗੁਰੂ ਜੀ ਰਹਿਮਤ ਕਰਨ ਜੀ। ਕੱਲ੍ਹ ਦਾ ਜਿਹੜਾ ਦੀਵਾਨ ਸਮਾਗਮ ਹੈ ਜੀ, ਪਾਤਸ਼ਾਹੀ ਨੌਵੀਂ ਗੁਰਦੁਆਰਾ ਨਿਆਈ ਸਾਹਿਬ ਵਿਖੇ ਦਾਸ ਦੇ ਵੱਡੇ ਭਰਾਤਾ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ, ਉਹਨਾਂ ਨੇ ਹਾਜ਼ਰੀ ਭਰਨੀ। ਉਹਨਾਂ ਦਾ ਸਮਾਂ ਵੀ 8 ਤੋਂ 9 ਹੈ ਜੀ। ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਹਾਜ਼ਰੀਆਂ ਭਰ ਕੇ ਉਹਨਾਂ ਦੇ ਬਚਨ ਸਰਵਣ ਕਰਕੇ, ਗੁਰੂ ਜਸ ਸਰਵਣ ਕਰਕੇ ਲਾਹੇ ਦੀ ਪ੍ਰਾਪਤੀ ਕਰਨੀ ਹੈ। ਸਰਬੱਤ ਸੰਗਤਾਂ ਦਾ ਹਾਰਦਿਕ ਧੰਨਵਾਦ। ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਲਾਗ ਤੇ ਦੀਵਾਨ ਰਹੈ, ਗਾਵ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ, ਪੰਥ ਮਹਾਰਾਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।